I think we did. So अगर ਉਹਦੇ ਉੱਤੇ ਕੋਈ question ਹੋਵੇ ਜਾਂ ਕੋਈ issue ਹੋਵੇ ਤੇ ਕੋਈ ਤੇ ਫਿਰ ਮੈਨੂੰ please share ਕਰ ਲਓ ਮੇਰੇ ਨਾਲ ਉਹ। but ਹੁਣ ਤੱਕ ਦਾ ਜਿਹੜਾ ਮਜ਼ਮੂਨ ਜਿਹੜਾ ਹੈ ਜੋ cover ਹੋਇਆ ਹੈ ਉਹ ਇਹ ਹੈ ਕਿ ਪਹਿਲੀਆਂ 3 ਅਸ਼ਪਦੀਆਂ ਜਿਹੜੀਆਂ ਹਨ ਉਹਨਾਂ ਦਾ ਫੋਕਸ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਜੇ ਸਦਾ ਸੁਖੀ ਰਹਿਣਾ ਹੈ ਤੁਸੀਂ ਜੇ ਸਦਾ ਪੋਜ਼ਿਟਿਵਿਟੀ ਵਿੱਚ ਰਹਿਣਾ ਹੈ ਤੇ if everybody can put themselves on mute though that might be helpful ਮੈਂ ਜਿਹੜੀ ਤੁਹਾਨੂੰ ਮੈਂ ਬੁਲਾ ਦਿਆਂ co-host you know so that you can help me ਸੋ ਗੁਰੂ ਨਾਨਕ ਦੇ ਘਰ ਵਿੱਚ ਇਹ ਹੈ ਕਿ ਜੇ ਤੁਸੀਂ ਸਦਾ ਸੁਖੀ ਰਹਿਣਾ ਹੈ ਔਰ ਜੇ ਜੀਵਨ ਨੂੰ ਸਫਲ ਕਰਨਾ ਹੈ ਆਪਣੇ ਤੇ ਪ੍ਰਮਾਤਮਾ ਨਾਲ ਪਿਆਰ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਤੁਹਾਨੂੰ ਕੋਈ ਹੋਰ ਪ੍ਰੇਮਾ ਭਗਤੀ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਐਂਡ ਪਹਿਲੇ 3 ਅਸ਼ਪਦੀਆਂ ਦਾ ਮਜ਼ਮੂਨ ਇਹ ਹੀ ਹੈ ਕਿ ਰਿਮੈਂਬਰੈਂਸ ਬਿਨਾ ਉਹਦੀ ਯਾਦ ਬਿਨਾ ਜਾਂ ਪ੍ਰਮਾਤਮਾ ਨਾਲ ਪਿਆਰ ਕੀਤੇ ਬਿਨਾ ਉਹ ਚੀਜ਼ਾਂ ਨਹੀਂ ਹੋ ਸਕਦੀ ਤੇ ਫਿਰ ਇੱਕ ਦੂਸਰਾ ਮਜ਼ਮੂਨ ਇਹ ਹੈ ਕਿ ਬੜੇ ਹੋਰ ਦੂਸਰੇ ਰਸਤੇ ਹਨ ਪਹੁੰਚਣ ਦੇ ਉੱਥੇ ਲੇਕਿਨ ਗੁਰੂ ਘਰ ਵਿੱਚ ਜਿਹੜੇ ਰਸਤੇ ਪ੍ਰਵਾਨ ਹੋਏ ਹਨ ਉਹ ਪ੍ਰੇਮਾ ਭਗਤੀ ਵਾਲਾ ਰਸਤਾ ਪ੍ਰਵਾਨ ਹੋਇਆ ਹੈ ਉਹ ਉਸ ਰਸਤੇ ਦੇ ਉੱਤੇ ਹੀ ਜ਼ਿਆਦਾ ਫੋਕਸ ਹੈ ਸੁਖਮਨੀ ਸਾਹਿਬ ਦਾ ਤੇ ਦੂਸਰੇ ਰਸਤਿਆਂ ਨੂੰ ਗੁਰੂ ਨਾਨਕ ਦੇ ਰਸਤੇ ਨਾਲ ਨਾ ਮਿਲਾ ਕੇ ਉਹਨੂੰ ਰਿਜੈਕਟ ਕਰਕੇ ਤੇ ਪ੍ਰੇਮਾ ਭਗਤੀ ਵਾਲਾ ਨਾਮ ਵਾਲਾ ਰਸਤਾ ਉਹਨਾਂ ਨੇ ਚੁਣਿਆ that is the focus ਹੈ ਪਹਿਲੇ 3 ਦਾ ਤੇ ਇਹ ਦੱਸਿਆ ਕਿ ਨਾਮ ਤੁਲ ਕੁਛ ਅਵਰ ਨਾ ਹੋਏ ਇਹਦੇ ਮੁਕਾਬਲੇ ਤੇ ਹੋਰ ਕੋਈ ਚੀਜ਼ ਨਹੀਂ ਹੈ ਕੋਈ ਹੋਰ ਤੇ ਪ੍ਰਮਾਤਮਾ ਨਾਲ ਪਿਆਰ ਦੋਨੋਂ ਕਿਸਮ ਨਾਲ ਸਿਖਾਇਆ ਉਹਨਾਂ ਨੇ ਸਰਗੁਣ ਰੂਪ ਵਿੱਚ ਸੇਵਾ ਦਾ ਪਿਆਰ ਤੇ ਨਿਰਗੁਣ ਰੂਪ ਵਿੱਚ ਸਿਮਰਨ ਨਾਲ ਅਦਰਲੇ ਬੈਠਾ ਹੋਇਆ ਪ੍ਰਮਾਤਮਾ ਨਾਲ ਪਿਆਰ ਤੇ ਉਹ ਪਿਆਰ ਕਿਸ ਤਰ੍ਹਾਂ ਉਜਾਗਰ ਹੁੰਦਾ ਹੈ ਹੁਣ ਉਹਦੇ ਉੱਤੇ ਫੋਕਸ ਆਇਆ ਹੈ ਤੇ ਅਗਲੀਆਂ ਜਿਹੜੀਆਂ 3 ਅਸ਼ਪਦੀਆਂ ਹਨ ਨੰਬਰ 4 5 6 ਵਿੱਚ 4 ਤੇ 5 ਵਿੱਚ ਜਿਹੜੀ ਡਿਸਕਸ਼ਨ ਉਹ ਹੈ ਕਿ ਕੰਪੇਅਰ ਕਰਦੇ ਹਨ ਕਿ ਤੁਸੀਂ ਬਾਕੀਆਂ ਚੀਜ਼ਾਂ ਨਾਲੋਂ ਇੰਟਰਸਟ ਘਟਾ ਕੇ ਇਧਰ ਇੰਟਰਸਟ ਜ਼ਿਆਦਾ ਲਗਾਓ ਆਪਣੀ ਲਾਈਫ ਨੂੰ ਬੈਲੈਂਸ ਵਿੱਚ ਰੱਖੋ ਤਾਂ ਕਿ ਇਹ ਨਾ ਮਹਿਸੂਸ ਹੋਵੇ ਤੁਹਾਨੂੰ ਕਿ ਕਿਧਰੇ ਕਿ ਸਾਰਾ ਦਾ ਸਾਰੀ ਤੁਹਾਡੀ એનર્ਜੀ ਜਿਹੜੀ ਹੈ ਦੂਸਰੇ ਪਾਸੇ ਚਲੇ ਜਾਏ ਬੜਾ ਪਿਆਰ ਨਾਲ ਵੀ ਸਮਝਾਉਂਦੇ ਹਨ ਕਿਧਰੇ ਡਾਂਟ ਵੀ ਲਗਾਈ ਹੈ ਬੜੀ ਤੇ ਡਾਂਟ ਵੀ ਲਗਾਈ ਹੈ ਝਿੜਕ ਵੀ ਲਗਾਈ ਹੈ ਕਿ ਜੇ ਤੁਸੀਂ ਨਹੀਂ ਕਰੋਗੇ ਤੇ ਬਹੁਤ ਪਛਤਾਓਗੇ ਬਾਅਦ ਵਿੱਚ ਬੜੇ ਪਿਆਰ ਨਾਲ ਸਮਝਾਇਆ ਉੱਥੇ ਉਹਨਾਂ ਨੇ ਕਿ ਇਸ ਪ੍ਰੇਮਾ ਭਗਤੀ ਤੇ ਬਹੁਤ ਫੋਕਸ ਕਰੋ ਇਹ ਚੀਜ਼ ਤੇ ਤੂੰ ਰਹਿਣ ਨਾ ਇਸ ਚੀਜ਼ ਨੂੰ ਜ਼ਿੰਦਗੀ ਤੋਂ ਆਪਣੀ ਜਾਨ ਨਾ ਦਿਓ ਜ਼ਿੰਦਗੀ ਨੂੰ ਬੈਲੈਂਸ ਵਿੱਚ ਜੀਓ ਜੇ ਨਹੀਂ ਜੀਓਗੇ ਤੇ ਅੰਤ ਵਿੱਚ ਦੁਖੀ ਹੋਵੋਗੇ ਤੁਸੀਂ ਸਾਰੇ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਮਝਾ ਕੇ ਸਾਰੀਆਂ ਤੇ ਬੜੇ ਤਰੀਕੇ ਨਾਲ ਸਮਝਾਇਆ ਉਹਨਾਂ ਨੇ ਬੜੇ ਡਿਫਰੈਂਟ ਫੋਕਸ ਤਰੀਕੇ ਨਾਲ ਸਮਝਾ ਕੇ ਮਹਾਰਾਜ ਨੇ ਇਸ ਗੱਲ ਨੂੰ ਕਲੈਰਿਟੀ ਦਿੱਤੀ ਹੈ ਉਸ ਥਾਟ ਪ੍ਰੋਸੈਸ ਦੇ ਕਿ ਜਿਹੜੀਆਂ ਪਹਿਲੀਆਂ 3 ਅਸ਼ਪਦੀਆਂ ਵਿੱਚ ਨਾਮ ਦਾ ਜ਼ਿਕਰ ਆਇਆ ਸੀ ਉਹ 3 ਅਸ਼ਪਦੀਆਂ ਨੂੰ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਉਹ ਤੁਸੀਂ ਉਹਨੂੰ ਅਰਨ ਕਰੋ ਤੁਸੀਂ ਉਹਦੇ ਉੱਤੇ ਵਰਕ ਕਰੋ ਖਾਲੀ ਪੜੋ ਹੀ ਨਾ ਫਿਰ 6ਵੀਂ ਅਸ਼ਪਦੀ ਵਿੱਚ ਇਹ ਦੱਸਿਆ ਸੀ ਨੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖੋ ਕਿਤਨਾ ਕੋਈ ਤੁਹਾਨੂੰ ਮਿਲਿਆ ਹੋਇਆ ਹੈ এনवायरमेंट ਤੋਂ ਨੇਚਰ ਤੋਂ ਅੱਖਾਂ ਦਿੱਤੀਆਂ ਹਨ ਹੱਥ ਦਿੱਤੇ ਹਨ ਕਿੰਨਾ ਕੁਝ ਹੋਰ ਤੁਹਾਨੂੰ ਮਿਲਿਆ ਹੈ ਉਹਨਾਂ ਚੀਜ਼ਾਂ ਨੂੰ ਭੁੱਲੋ ਨਾ ਜਿਹੜਾ ਦੇਣ ਵਾਲਾ ਹੈ ਦੇਣ ਵਾਲੇ ਨੂੰ ਹਮੇਸ਼ਾ ਯਾਦ ਰੱਖੋ ਆਪਣੇ ਮਨ ਵਿੱਚ ਤੇ ਇਮੋਸ਼ਨਲੀ ਸਮਝਾਉਂਦੇ ਹਨ ਛੋਟੀਆਂ ਚੀਜ਼ਾਂ ਤੋਂ ਖਾਣ ਦੇ ਟਾਈਮ ਯਾਦ ਰੱਖੋ ਪੀਣ ਦੇ ਟਾਈਮ ਯਾਦ ਰੱਖੋ ਪਹਿਨਣ ਦੇ ਟਾਈਮ ਯਾਦ ਰੱਖੋ ਘਰ ਦਿੱਤੇ ਹਨ ਉਹ ਘਰ ਦੇ ਸੌਣ ਦੇ ਟਾਈਮ ਯਾਦ ਰੱਖੋ ਗੁਰਦੁਆਰੇ ਜਾਣ ਦੀ ਹਿੰਮਤ ਦਿੱਤੀ ਹੈ ਨਾਮ ਜਪਣ ਦੀ ਹਿੰਮਤ ਦਿੱਤੀ ਉਹਨੂੰ ਯਾਦ ਰੱਖੋ ਕੀਰਤਨ ਕਰਨ ਦੀ ਦਿੱਤੀ ਹੈ ਨਾਦ ਵਰਡ ਵੀ ਆਇਆ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਵੀ ਆਇਆ ਜੇ ਪ੍ਰਸਾਦ ਕਰਨ ਸੁਨੇ ਨਾਦ ਆਇਆ ਹੈ ਵਰਡ ਜਿਸਦੀ ਕਿਰਪਾ ਨਾਲ ਕੰਨ ਵਿੱਚ ਤੂੰ ਕੀਰਤਨ ਦੀ ਧੁਨੀ ਜਾਂ ਸਿੱਖ ਸਕਦਾ ਹੈ ਉਸ ਦੇਣ ਵਾਲੇ ਨੂੰ ਕਦੀ ਭੁਲਾਓ ਨਾ ਤੇ ਇਹ 6 ਅਸ਼ਪਦੀਆਂ ਦਾ ਮੂਲ ਇਹ ਹੈ ਬੇਸਿਕਲੀ ਕਿ ਇੱਕ ਤੇ ਗੁਰੂ ਨਾਨਕ ਦਾ ਰਸਤਾ ਕਿਹੜਾ ਹੈ ਇਸ ਘਰ ਦਾ ਰਸਤਾ ਯੋਗ ਵਾਲਾ ਨਹੀਂ ਇਸ ਘਰ ਦਾ ਰਸਤਾ ਘਰ-ਬਾਰ ਛੋੜਨ ਵਾਲਾ ਨਹੀਂ ਇਸ ਘਰ ਦੇ ਰਸਤੇ ਵਿੱਚ ਕੋਈ ਤੀਰਥਾਂ ਤੇ ਇਸ਼ਨਾਨ ਕਰਕੇ 1000 ਜਗ੍ਹਾ ਜਾਣ ਦਾ ਨਹੀਂ ਇਸ ਘਰ ਦਾ ਰਿਸ਼ਤਾ ਹੈ ਕਿ ਤੁਸੀਂ ਉਸ ਦੀ ਕ੍ਰੀਏਸ਼ਨ ਨੂੰ ਆਪਣੇ ਜੀਵਨ 'ਚ ਥਾਂ ਦਿਓ ਉਸ ਨੂੰ ਸੱਚਾ ਸਮਝੋ ਆਸ-ਪਾਸ ਨੂੰ ਜਿੰਨੇ ਲੋਕ ਹਨ ਜਿੰਨੇ ਜੰਤੂ ਦੇ ਵਿੱਚ ਪ੍ਰਮਾਤਮਾ ਦਾ ਰੂਪ ਦੇਖੋ ਤੇ ਉਸ ਨਾਲ ਪਿਆਰ ਕਰੋ ਤੇ ਜੇ ਨਹੀਂ ਕਰ ਸਕਦੇ ਤੇ ਜਿੰਨੀਆਂ ਚੀਜ਼ਾਂ ਦਿੱਤੀਆਂ ਘੱਟੋ ਘੱਟ ਉਹਦਾ ਥੈਂਕ ਯੂ ਤੇ ਕਰਕੇ ਉਹਦੇ ਵਿੱਚੋਂ ਥੈਂਕਸ ਵਿੱਚ ਉਹਦਾ ਪਿਆਰ ਕਰਨ ਦੀ ਕੋਸ਼ਿਸ਼ ਕਰੋ ਅਗਲੀਆਂ 3 ਅਸ਼ਪਦੀਆਂ ਜਿਹੜਾ ਮਜ਼ਮੂਨ ਹੈ ਨੰਬਰ 7 8 9 ਦਾ ਇਹ ਪ੍ਰੋਬੇਬਲੀ ਸਾਰੀ ਸੁਖਮਨੀ ਬਾਣੀ ਵਿੱਚੋਂ ਇਹ 3 ਅਸ਼ਪਦੀਆਂ
मेरे ख्याल नाल सब तो ज्यादा इंपॉर्टेंट है, मैंने कहा ऑन द स्केल ऑफ 1 to 10 विच सारियां ही इंपॉर्टेंट हैं, पर इन्हां दा स्केल बहुत ज्यादा है। क्यों? क्योंकि इन्हां तिन्हां अष्टपदियां विच महाराज दा फोकस है कि एक एक परसूट है परफेक्शन दी, ਜਿਹੜੀਆਂ ਨੇ ਇਹਨਾਂ ਤਿੰਨ ਅਸ਼ਟਪਦੀਆਂ ਵਿੱਚ ਹੈ। ਜਿਹੜੀ ਸਾਧ ਦੀ ਅਸ਼ਟਪਦੀ ਤੋਂ ਸ਼ੁਰੂ ਹੁੰਦੀ ਹੈ ਤੇ ਉਹ ਅੱਗੇ ਜਾ ਕੇ ਜੀਵਨ ਮੁਕਤ ਵਾਲੀ ਜਗ੍ਹਾ ਤੇ ਖਤਮ ਹੁੰਦੀ ਹੈ ਨੰਬਰ 9 ਤੇ। 7 8 9 ਵਿੱਚ ਜਿਹੜਾ ਮਜ਼ਮੂਨ ਇਹ ਆਇਆ ਹੈ ਕਿ ਇਹ ਕੱਲਿਆਂ ਤੁਸੀਂ ਨਹੀਂ ਕਰ ਸਕਦੇ ਇਹ ਸਪਿਰਚੁਅਲ ਪਾਥ। ਗੁਰੂ ਨਾਨਕ ਦੇ ਘਰ ਵਿੱਚ ਪਹੁੰਚਣ ਵਾਸਤੇ ਹੈਂਡ ਹੋਲਡਿੰਗ ਚਾਹੀਦੀ ਹੈ। ਸਭ ਤੋਂ ਵੱਡੀ ਹੈਂਡ ਹੋਲਡਿੰਗ ਤੇ ਗੁਰੂ ਦੀ ਹੈ। ਗੁਰੂ ਸਭ ਤੋਂ ਵੱਡਾ ਹੈਂਡ ਹੋਲਡਿੰਗ ਵਾਲਾ ਹੈ, लेकिन गुरु शब्द रूप विच है हुण, ते शब्द रूप विच किस हैंड होल्डिंग होएगी तुहाडी? शब्द ने ते उठ के तुहानू समझाण नहीं देना, अपने आप कृपा होएगी तो वो भी हो जांदा कईयां ते। पर ये जेड़े दीखियत हैं, जेड़े बंदे दीखिया जेड़ी दित्ती जांदी है, दीखिया दा मतलब हुंदा है जेड़े जेड़े गुरु दे शब्द नू समझदे हैं अच्छी तरह, जेड़े उस तरफ लगदे हैं, जेड़ी जिन्हां दी लाइफ गुरु सेंट्रिक है, जिन्हां दी ਉਹਨਾਂ ਦੇ ਨਾਲ ਸੰਪਰਕ ਰੱਖਣਾ, ਉਹਨਾਂ ਦੇ ਨਾਲ ਕਨੈਕਸ਼ਨ ਰੱਖਣਾ, ਉਹਨਾਂ ਦੇ ਨਾਲ ਜੋਗ ਰੱਖਣ ਨਾਲ ਤੁਹਾਡੀ ਲਾਈਫ ਵਿੱਚ ਬਹੁਤ ਵੱਡੀਆਂ ਚੀਜ਼ਾਂ ਆਉਂਦੀਆਂ ਹਨ। ਤੁਸੀਂ ਹੈਰਾਨ ਰਹਿ ਜਾਓਗੇ, 7ਵੀਂ ਅਸ਼ਟਪਦੀ ਦੇ ਬਿਗਨਿੰਗ ਵਿੱਚ 7ਵੀਂ ਅਸ਼ਟਪਦੀ ਦੇ ਬਿਗਨਿੰਗ ਵਿੱਚ ਜਿਹੜਾ ਸ਼ਲੋਕ ਆਇਆ ਹੈ, ਲੈਟ ਮੀ ਰੀਡ ਦੈਟ ਸ਼ਲੋਕ ਬੈਕ ਟੂ ਯੂ ਕਿ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, सुन मीता नानक बिनवंता, सात जना की अचरज कथा। अचरज का मतलब होता है हैरान करने वाली है। अचरज का मतलब होता है अनबिलीवेबल। अचरज का मतलब होता है जिहड़ी चीज कदी पहले सोची ना होवे वो हो जाए किसी दी, वो अचरज है। ते कहंदे हन देखो उस परमात्मा दे अगम अगाध है, वो ते किसी को पहुंच नहीं सकती। अगम मने ना पहुंचा जाने वाली जगह, अगाध मने जिथे समझ आने तो तुहाडे कॉग्निटिव एबिलिटीज तो परे दी जगह, वो ते अगम अगाध है। ते अगम अगाध नू किसा पहुंचोगे? कौन लेके जाएगा अगम अगाध को? कौन 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 पहुंचाएगा उत्थे? तुहानू उत्थे पहुंचाणगे गुरु, उत्थे पहुंचाएगा शब्द, ते उत्थे पहुंचाणगे गुरु दे बख्शे होए वो जिहड़े गुरु सेंट्रिक हैं, जिन्हां जिन्हां जिहड़े प्यार करन, जिहड़ी जुड़े हुए संगत, जिहड़ी जुड़ियां दी संगत है, वो पहुंचाएगी अगे। ते वर्ड इत्थे आया है सात जना की अचरज कथा। अचरज मैंने हैरान करने वाली कथा सुनाणगे कि इहो जिहा मैजिक है सत्संगत, इहो जिहा मैजिक है उन्हां दी संगत, इहो जिहा मैजिक है प्यार गुरु दे प्यार करने वाले, ਜਿਹੜੇ परमात्मा दे प्यार करने वालियां दी संगत जे तुहानू किधरे मिल जाए ते तुहाडी लाइफ विच इहो जिहा चेंजेस आणगीਆਂ ਜਿਹੜੀ ਤੁਸੀਂ कदी सोचिया ही नहीं होएगा। तुहाडे घर विच कीर्तन दी ਧੁਨੀਆਂ ਵੱਜਣੀਆਂ शुरू हो जाणगीਆਂ, तुहाडे घर विच कीर्तन दी रोह शुरू हो जाएगी, तुहाडे घर विच बाणी दी रोह शुरू हो जाएगी, तुहाडे घर विच सेवा करन दे अंदरों चाह पैदा हो जाएगा, तुहाडे घर विच अंदरों परमात्मा मिलन दी एक अंदरों इच्छा पैदा हो जाएगी। ये ਜਿਹੜੀਆਂ पॉजिटिविटी दी ਜਿਹੜੀਆਂ फीलिंग है ने, ये सारियां उन्हां तों आंदियां हैं ਜਿਹੜੇ ऑलरेडी जुड़े हुए हैं, ਜਿਹੜੇ ते ਜਿਹੜੇ नहीं जुड़े हुए, ਜਿਹੜੇ टुटे हुए हैं, टुटियां विचों उस परमात्मा दी रोह मिलन दी आ नहीं सकदी। That is the same thing as when we go to school, right? A good teacher is the one who can really explain things away very well, who knows the subject matter extremely well. Not only knows the subject matter well, who is genuinely interested in that subject matter. है ना? कई टीचर बड़ी नॉलेज होंदी है लेकिन एकेडमिक होंदी है नॉलेज, और जो जाओ क्लास उन्होंने अपना इंटरेस्ट नहीं होंदा ਉਹਦੇ ਨਾਲ, ਉਹ ਆਪੇ ਇਨਵਿਗਰੇਟ ਨਹੀਂ ਹੁੰਦੇ ਉਹਦੇ ਨਾਲ, ਉਹ ਖਾਲੀ ਨॉलेज ਹੁੰਦੀ ਹੈ ਤੁਹਾਨੂੰ ਦੇ ਦਿੰਦੇ ਤੇ ਉਹਦੇ ਨਾਲ ਅੰਦਰੋਂ ਚਾਹ ਨਹੀਂ ਬਣ ਪਾਉਂਦਾ ਹੋਰ ਸਿੱਖਣ ਦਾ। पर कई टीचर ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਜੈਨੂਇਨਲੀ ਬਿਲੀਵ ਕਰਦੇ ਨੇ ਸਬਜੈਕਟ ਮੈਟਰ ਵਿੱਚ, ਕਈ ਜੈਨੂਇਨਲੀ ਜਿਓਗ੍ਰਾਫੀ ਨੂੰ ਜਾਂ ਹਿਸਟਰੀ ਨੂੰ ਜਾਂ ਕੈਮਿਸਟਰੀ ਨੂੰ ਜਿਹੜਾ ਵੀ ਸਬਜੈਕਟ ਮੈਟਰ ਹੈ ਉਹਨੂੰ ਬੜਾ ਪਸੰਦ ਕਰਦੇ ਨੇ, ਤੇ ਉਹਦੇ ਵਿੱਚ ਪੜ੍ਹਾਉਣ ਵਿੱਚ ਉਹਨਾਂ ਦੀ ਇੱਕ ਜਿਹੜੀ ਇੱਕ ਇੰਟਰਸਟ ਜਿਹੜਾ ਹੈ ਸਬਜੈਕਟ ਮੈਟਰ ਦਾ, ਉਹ ਇੰਟਰਸਟ ਜਿਹੜਾ ਤੁਹਾਡੇ ਵਿੱਚ I strongly recommend कि जेड़े जिन्ने भी तुसी कैमरा ऑन कर सकते हो प्लीज ऑन कर लो, बिकॉज मैनू भी ईजी होंदा है देखण नू, ते नाले जिन्हां दा कैमरा ऑफ होंदे ने म्यूटेड भी होंदे ने, पिछे जिस हुण आवाज आ रही सी किन्नी जोर दी, you don't know what's going on in the background. गुरबाणी दी डिस्कशन है, सो थोड़ी रिस्पेक्ट देनी चाहिदी है इस चीज नू। सो ए परमात्मा दे जेड़े लोग जेड़े हैं इस नू साध किया है इस अष्टपदी विच,
जिन्हां ने साधु कह लो या साध कह लो जुड़े हुए जिहड़े हैं ਤੇ ਇਹਨਾਂ ਦੀ ਕੋਈ ਰੂਪਰੇਖ ਨਹੀਂ ਹੈ, ਕੋਈ ਇਹਨਾਂ ਦੀ ਕੋਈ ਚਿੱਟਾ ਚੋਲਾ ਨਹੀਂ ਪਾਇਆ ਹੋਇਆ ਇਹਨਾਂ ਨੇ, ਇਹਨਾਂ ਦਾ ਕੋਈ ਜੈਂਡਰ ਨਹੀਂ ਹੈ, ਕੋਈ ਇਹ ਨਹੀਂ ਹਨ ਕਿ ਇਹ ਕੋਈ ਹੁਣ ਵਾਈਟ ਚੋਲਾ ਪਾ ਕੇ ਤੇ 10 ਮਾਲਾਂ ਪਾਈਆਂ ਹੋਈਆਂ ਗੁਰਦੁਆਰੇ ਅੰਦਰ ਆਉਂਦੇ ਨੇ ਤੇ 10 ਚੇਲੇ ਪਿੱਛੇ ਫਿਰਦੇ ਪਏ ਨੇ। ਉਸ ਸਾਧ ਦੀ ਗੱਲ ਨਹੀਂ ਹੁੰਦੀ ਵੀ ਇੱਥੇ ਸਾਧ ਦੇ ਮਤਲਬ ਆਏ ਹਨ ਜਿਹੜੇ ਪ੍ਰਮਾਤਮਾ ਨਾਲ ਜੁੜਿਆ ਹੋਵੇ ਬੰਦਾ। ਸ਼ਲੋਕ ਸਹਿਸਕ੍ਰਿਤੀ ਵਿੱਚ ਮੈਂ ਇੱਕ ਸ਼ਲੋਕ ਪਹਿਲੇ ਡਿਸਕਸ ਕਰ ਆਇਆ 6 ਮਹੀਨੇ ਪਹਿਲੇ, ਜਿਹਦੇ ਕਿ ਮਹਾਰਾਜ ਨੇ ਉਸ ਸਾਧ ਦੀ ਡੈਫੀਨੇਸ਼ਨ ਦਿੱਤੀ ਹੈ। ਉਹਦੇ ਵਿੱਚ ਖਟ ਲਕਸ਼ਣ ਪੂਰਨ ਪੁਰਖਾ ਨਾਨਕ ਨਾਮ ਸਾਧ ਸਵਜਨਾ ਆਏ ਹਨ ਸ਼ਲੋਕ ਸਹਿਸਕ੍ਰਿਤੀ ਵਿੱਚ, ਜਿਹੜਾ ਬੜੇ ਆਫਨ ਕੋਟਡ ਸ਼ਲੋਕ ਹੈ ਕਿ ਸਾਧ ਕੌਣ ਹੈ, ਸਾਧੂ ਕੌਣ ਹੈ, ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਤੇ ਇਹ ਜੈਂਡਰ ਫ੍ਰੀ ਹੈ ਬ੍ਰਹਮ ਗਿਆਨੀ। ਕੋਈ ਨਹੀਂ ਹੈ ਕਿ ਮੈਨ ਹੀ ਹੁੰਦੇ ਨੇ ਜਾਂ ਖਾਲੀ ਵਿਮਨ, ਇਹ ਜੈਂਡਰ ਫ੍ਰੀ ਹੈ। ਰਿਲੀਜਨ ਵੀ ਫ੍ਰੀ ਹੈ, ਇਹ ਨਹੀਂ ਹੈ ਕਿ ਸਿੱਖਾਂ 'ਚ ਹੀ ਹੋਏ ਖਾਲੀ ਜਾਂ ਕ੍ਰਿਸਚੈਨਿਟੀ 'ਚ ਨਹੀਂ ਹੋਏ, ਇਹ ਹਰ ਧਰਮ 'ਚ ਹੋ ਸਕਦੇ ਨੇ। ਇਹ ਮਨੁੱਖ ਹਨ, ਇਹ ਕਿਸੇ ਇੱਕ ਪ੍ਰਮਾਤਮਾ ਨੂੰ ਮਿਲਣ ਵਾਲੇ ਹਨ। ਇਹ ਨਹੀਂ ਹਨ ਕਿ ਹਿੰਦੂਆਂ 'ਚ ਨਹੀਂ ਹੋਏ ਤੇ ਮੁਸਲਮਾਨਾਂ 'ਚ ਹੋਏ ਹਨ ਤੇ ਸਿੱਖਾਂ 'ਚ ਨਹੀਂ ਹੋਏ ਤੇ ਉਧਰ 'ਚ ਨਹੀਂ ਹੋਏ। ਇਹਦੇ ਕੋਈ ਰਿਲੀਜਨ ਦੇ ਨਾਲ ਕੋਈ ਮਤਲਬ ਨਹੀਂ, ਇਹਦੇ ਨਾਲ ਇਹਨਾਂ ਦਾ ਕੋਈ, ਇਹ ਇੱਕ ਜੁੜੇ ਹੋਏ ਨੇ ਪ੍ਰਮਾਤਮਾ ਨਾਲ। ਇਹ ਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੀੜ ਵਿੱਚ ਇਸ ਗੱਲ ਨੂੰ ਇਹਦੇ ਉੱਤੇ ਤਵੱਕੋ ਨਹੀਂ ਦਿੱਤੀ ਗਈ ਬਹੁਤੀ। ਉਹ ਜਿੱਥੇ ਰਵਿਦਾਸ ਹਨ ਉੱਥੇ ਹੀ ਗੁਰੂ ਰਾਮਦਾਸ ਪਾਤਸ਼ਾਹ ਬੈਠੇ ਹੋਏ ਹਨ, ਜਿੱਥੇ ਗੁਰੂ ਨਾਨਕ ਹਨ ਉੱਥੇ ਕਬੀਰ ਨਾਲ ਬੈਠੇ ਹੋਏ ਹਨ, ਜਿੱਥੇ ਕਬੀਰ ਹਨ ਉੱਥੇ ਨਾਲ ਫਰੀਦ ਬੈਠੇ ਹੋਏ ਹਨ, ਜਿੱਥੇ ਫਰੀਦ ਹਨ ਉੱਥੇ ਭਗਤ ਨਾਮਦੇਵ ਨਾਲ ਬੈਠੇ ਹੋਏ ਹਨ, ਜਿੱਥੇ ਭਗਤ ਨਾਮਦੇਵ ਹਨ ਉੱਥੇ ਰਾਮਾਨੰਦ ਬੈਠੇ ਹੋਏ ਹਨ। ਤੇ ਰਾਮਾਨੰਦ ਬ੍ਰਾਹਮਣ ਹਨ, ਬੋਧੀ ਵਾਲੇ ਬ੍ਰਾਹਮਣ ਹਨ, ਕ੍ਰਿਸ਼ਨ ਨੂੰ ਪੂਜਦੇ ਹਨ ਤਾਂ ਵੀ ਬੈਠੇ ਹੋਏ ਹਨ ਨਾਲ। ਕਿਉਂ? ਕਿਉਂਕਿ ਸੱਚੇ ਪਿਆਰ ਕਰਨ ਵਾਲੇ ਹਨ ਪ੍ਰਮਾਤਮਾ ਦੇ। ਉਹਨਾਂ ਨੇ ਵਿਤਕਰਾ ਨਹੀਂ ਕੀਤਾ, ਉਹਨਾਂ ਨੇ ਲਾਈਨਸ ਨਹੀਂ ਡਰਾ ਕੀਤੀਆਂ ਵੀ ਇਹ ਕੋਈ ਹੋਰ ਹੈ ਤੇ ਸਾਡੇ ਤੋਂ ਅਲੱਗ ਹੋਇਆ ਹੋਇਆ ਹੈ। ਤੇ ਸਾਧ ਇੱਥੇ ਉਹ ਸਾਧ ਹੈ ਜਿਹੜਾ ਜਿਸ ਨੂੰ ਮਿਲਦਿਆਂ, ਜਿਹਦੇ ਨਾਲ 2 ਵਾਰੀ 3 ਵਾਰੀ ਮਿਲੋ ਤੇ ਮਿਲਣ ਤੋਂ ਬਾਅਦ ਪ੍ਰਮਾਤਮਾ ਮਿਲਣ ਦੀ ਚਾਹ ਅੰਦਰੋਂ ਪੈਦਾ ਹੋ ਜਾਵੇ, ਕੀਰਤਨ ਸਿੱਖਣ ਦੀ ਚਾਹ ਪੈਦਾ ਹੋ ਜਾਵੇ, ਗੁਰਬਾਣੀ ਪੜਨ ਦਾ ਰੋਹ ਪੈਦਾ ਹੋ ਜਾਵੇ, ਗੁਰਬਾਣੀ ਪੜਨ ਦਾ ਚਾਹ ਤੁਹਾਨੂੰ ਜ਼ਿਆਦਾ ਕਰੇ, ਪ੍ਰਮਾਤਮਾ ਮਿਲਣ ਦਾ ਸ਼ੌਕ ਪੈਦਾ ਹੋ ਜਾਵੇ ਤੁਹਾਨੂੰ। ਉਦੋਂ ਮਿਲਣ ਦੇ ਨਾਲ ਸੇਵਾ ਕਰਨ ਦਾ ਸ਼ੌਕ ਪੈਦਾ ਹੋ ਜਾਵੇ, ਉਹਨੂੰ ਮਿਲਣ ਦੇ ਨਾਲ ਬਾਣੀ ਦੇ ਅਰਥ ਸਮਝਣ ਦੀ ਅੰਦਰੋਂ ਸ਼ਕਤੀ ਪੈਦਾ ਹੋ ਜਾਵੇ, ਜਿਹਨੂੰ ਮਿਲਣ ਦੇ ਨਾਲ ਇਸ ਪਾਸੇ ਸਪਿਰਿਚੁਅਲ ਤਰਫ ਮਿਲਣ ਦੀ ਚਾਹ ਅੰਦਰੋਂ ਤੁਹਾਡੇ ਅੰਦਰ ਪ੍ਰਬਲ ਹੋ ਜਾਵੇ। ਉਹ ਸਾਧ ਹੈ, ਉਹ ਬ੍ਰਹਮ ਗਿਆਨੀ ਹੈ। ਇਸ ਪੂਰੀ ਅਸ਼ਟਪਦੀ ਵਿੱਚ ਮਹਾਰਾਜ ਇਨਕਰੇਜ ਕਰਦੇ ਹਨ ਇਸ ਬੰਦਿਆਂ ਨੂੰ ਮਿਲਣ ਦੀ। ਮਹਾਰਾਜ ਇਨਕਰੇਜ ਕਰਦੇ ਹਨ ਤੇ ਦੱਸਦੇ ਹਨ ਕਿ ਜੇ ਮਿਲੋਗੇ, ਇਹੋ ਜੀ ਸੰਗਤ ਦੀ ਪ੍ਰਾਪਤੀ ਜਦੋਂ ਹੋਵੇਗੀ, ਤੁਹਾਡੇ ਅੰਦਰ ਪੋਜ਼ਿਟਿਵਿਟੀ ਦੀਆਂ ਚੇਂਜਸ ਆਣਗੀਆਂ। ਰੋਕ ਨਹੀਂ ਸਕਦੇ ਤੁਸੀਂ ਉਸ ਚੀਜ਼ ਨੂੰ, ਉਹ ਆਣਗੀਆਂ ਹੀ ਆਣਗੀਆਂ ਤੁਹਾਡੇ ਅੰਦਰ ਚੇਂਜਸ। ਤੇ ਇਹ ਤਦ ਤੱਕ ਨਹੀਂ ਆਣਗੀਆਂ ਜਦ ਤੱਕ ਇਹਨਾਂ ਦਾ ਸੰਗ ਨਹੀਂ ਹੁੰਦਾ। ਫਿਰ ਇਸ ਸੰਗ ਦੇ ਬੜੇ ਕੰਡੀਸ਼ਨਸ ਹਨ। ਇਹ ਸੰਗ ਨਿਰੰਤਰ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਇੱਕ ਦਿਨ ਕਥਾ ਸੁਣੀ ਕਿਸੇ ਦੀ ਤੇ ਫਿਰ 10 ਸਾਲ ਸੁਣੀ ਨਹੀਂ ਜਾਂ ਸਾਲ ਸੁਣੀ ਨਹੀਂ, ਉਹ ਅਸਰ ਨਹੀਂ ਕਰ ਸਕਦੀ। ਤੇ ਉਹ ਜੀਵਨ 'ਚ ਵੀ ਕਿਤੇ ਅਸਰ ਨਹੀਂ ਕਰਦੀ ਹੈ ਜੀ। ਜੇ ਤੁਸੀਂ ਹੁਣ ਇੱਕ ਬੰਦਾ ਇੱਕ ਦਿਨ ਸਕੂਲ ਜਾਏ ਤੇ 6 ਮਹੀਨੇ ਨਾ ਜਾਏ, ਫਿਰ ਉਹ ਕਲਾਸ ਇੱਕ ਦਿਨ ਅਟੈਂਡ ਕਰੇ ਫਿਰ 3 ਮਹੀਨੇ ਜਾਏ ਹੀ ਨਾ, ਇੱਕ ਦਿਨ ਕੀਰਤਨ ਦੀ ਪ੍ਰੈਕਟਿਸ ਕਰੇ ਫਿਰ 4 ਦਿਨ ਕਰੇ ਹੀ ਨਾ, 5 ਦਿਨ ਕਰੇ ਹੀ ਨਾ, ਹਫਤਾ ਕਰੇ ਹੀ ਨਾ, 2 ਹਫਤੇ ਕਰੇ ਹੀ ਨਾ, ਉਹਦਾ ਫਿਰ ਬਹੁਤ ਜ਼ਿਆਦਾ ਉਹਨੂੰ ਫਾਇਦਾ ਨਹੀਂ ਹੋ ਸਕਦਾ ਉਸ ਚੀਜ਼ ਦਾ ਬੜਾ। ਸੋ ਉਸੇ ਤਰ੍ਹਾਂ ਇਹਨਾਂ ਦਾ ਸੰਗ ਬੜਾ, ਤੇ ਇਹਨਾਂ ਦਾ ਸੰਗ ਦੇ ਬੜੇ ਤਰੀਕੇ ਲਿਖੇ ਹਨ। ਸਾਧ ਕੇ ਸੰਗ ਤੁਸੀਂ ਦੇਖੋ, ਆਇਨ ਸਾਧ ਕੇ ਸੰਗ ਮੁਖ ਉਜਲ ਹੋ, ਸਾਧ ਕੇ ਸੰਗ, ਇਹ ਕਿਤਨੀਆਂ ਚੀਜ਼ਾਂ ਇਸ ਅਸ਼ਟਪਦੀ ਵਿੱਚ ਨਿਰੂਪਣ ਕੀਤੀਆਂ ਹਨ ਜਿਹਦੇ ਨਾਲ ਕਿ ਸਤਸੰਗਤ ਕਰਨ ਨਾਲ, ਇਹੋ ਜਿਹੇ ਬੰਦਿਆਂ ਦੇ ਦਰਸ਼ਨ ਕਰਨ ਨਾਲ, ਇਹੋ ਜਿਹੇ ਬੰਦਿਆਂ ਦਾ ਮਿਲਜੁਲ ਰੱਖਣ ਨਾਲ ਬੜੀ ਪੋਜ਼ਿਟਿਵਿਟੀ ਜੀਵਨ 'ਚ ਆਉਂਦੀ ਹੈ ਤੇ ਪ੍ਰਮਾਤਮਾ ਨੂੰ ਮਿਲਣ ਦੀ ਚਾਹ ਅੰਦਰੋਂ ਪੈਦਾ ਹੁੰਦੀ ਹੈ। ਤੇ ਇਸ ਪੂਰੀ ਅਸ਼ਟਪਦੀ ਵਿੱਚ ਇਸ ਗੱਲ ਦਾ ਨਿਰੂਪਣ ਕੀਤਾ ਉਹਨਾਂ ਨੇ। ਇੱਥੇ ਕਿਧਰੇ ਕੋਈ ਗੱਲ ਨਹੀਂ ਆਈ ਕਿ ਉਹ ਕਿਹੋ ਜਿਹਾ ਬੰਦਾ ਹੋਣਾ ਚਾਹੀਦਾ ਹੈ, ਕਿ ਮਤਲਬ ਕਿ ਉਹ ਸਿੱਖ ਹੀ ਹੋਵੇ ਜਾਂ ਮੁਸਲਮਾਨ ਹੀ ਹੋਵੇ ਜਾਂ ਹਿੰਦੂ ਹੀ ਹੋਵੇ, ਕੋਈ ਇਹਦੇ ਉੱਤੇ ਫੋਕਸ ਨਹੀਂ ਹੈ। ਫੋਕਸ ਇਹ ਹੈ ਕਿ ਇਹਨਾਂ ਬੰਦਿਆਂ ਦੀ ਚਾਹ ਜਿਹੜੀ ਇਹਨਾਂ ਬੰਦਿਆਂ ਨਾਲ ਮਿਲਣ ਨਾਲ, ਇਹਨਾਂ ਦੀ ਸੰਗਤ ਕਰਨ ਨਾਲ ਤੁਹਾਨੂੰ ਪ੍ਰਮਾਤਮਾ ਮਿਲਣ ਵਿੱਚ ਆਸਾਨੀ ਹੋ ਜਾਂਦੀ ਹੈ। ਔਰ ਇੱਕ ਗੱਲ ਮੇਰੀ ਯਾਦ ਰੱਖੇ, ਬੰਨਣ ਨਾਲ ਗੱਲ, ਬਗੈਰ ਸਤਸੰਗਤ ਤੋਂ, ਚਾਹੇ ਉਹ ਇਨ ਪਰਸਨ ਹੋਵੇ, ਚਾਹੇ ਉਹ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਹੋਵੇ, ਚਾਹੇ ਉਹਨਾਂ ਦੀਆਂ ਟੇਪ ਸੁਣ ਕੇ ਹੋਵੇ ਜਾਂ ਕੋਈ ਰਿਕਾਰਡਿੰਗ ਸੁਣ ਕੇ ਹੋਵੇ, ਚਾਹੇ ਗੁਰਦੁਆਰੇ ਜਾ ਕੇ ਕੀਰਤਨ ਸੁਣਨ ਨਾਲ ਹੋਵੇ ਕਿਸੇ ਕੋਲੋਂ, ਲੇਕਿਨ ਜਦ ਤੱਕ ਇਹ ਪ੍ਰੋਸੈਸ ਨਹੀਂ ਸ਼ੁਰੂ ਹੁੰਦਾ ਤੁਹਾਡੇ ਲਾਈਫ ਵਿੱਚ, ਪ੍ਰਮਾਤਮਾ ਮਿਲਣ ਦੀ ਅੰਦਰੋਂ ਚਾਹ ਪੈਣਾ ਹੋਣੀ ਬਹੁਤ ਮੁਸ਼ਕਿਲ ਹੈ।
ਬਹੁਤ ਮੁਸ਼ਕਿਲ ਹੈ। ਗੁਰੂਆਂ ਨੇ ਇਹਨਾਂ ਦੇ ਉੱਤੇ ਬਹੁਤ ਫੋਕਸ ਕੀਤਾ ਹੈ, ਸਾਰੀ ਲਾਈਫ ਉਹਨਾਂ ਨੇ ਲਗਾਈ ਹੈ ਇਸ ਚੀਜ਼ ਦੇ ਉੱਤੇ ਕਿ ਜੁੜਿਆ ਹੋਇਆਂ ਦੀ ਸੰਗਤ ਤੋਂ ਬਿਨਾਂ ਪ੍ਰਮਾਤਮਾ ਪ੍ਰਾਪਤੀ ਹੋਣੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਗੁਰੂ ਨਾਨਕ ਦੇ ਘਰ ਦੇ ਰਸਤੇ ਉਹ ਜੇ ਨਹੀਂ ਹਨ ਕਿ ਘਰ-ਬਾਰ ਛੋੜ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਕੇ ਤੇ ਆਪਣੇ ਆਪ ਨੂੰ ਸਿੱਧ ਕਰ ਲਵੇ। ਗੁਰੂ ਨਾਨਕ ਦਾ ਘਰ ਦਾ ਰਸਤਾ ਹੈ ਕਿ ਇਹਨਾਂ ਸੰਗਤਾਂ ਦੀ, ਉਸ ਸੰਗਤ ਦੀ ਭਾਲ ਕਰੇ ਔਰ ਭਾਲ ਕਰਕੇ ਉਹਨਾਂ ਨੂੰ ਢੂੰਡੇ ਤੇ ਉਹ ਆਪਣੇ ਫਰੈਂਡਸ ਬਣਾਏ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਨੇ ਲਾਵਾਂ ਜਦੋਂ ਲਿਖੀਆਂ, ਜਦੋਂ ਮੇਰਾ ਅਚਾਨਕ ਧਿਆਨ ਚਲਾ ਗਿਆ ਉੱਥੇ, ਤੇ ਦੂਜੀ ਲਾਮ ਤੇ ਜਦੋਂ ਫੋਕਸ ਕਰਦੇ ਹਨ ਮਹਾਰਾਜ, ਪਹਿਲੀ ਲਾਮ ਜਿਹੜੀ ਹੈ ਉਹ ਪ੍ਰਵਿਰਤੀ ਕਰਮ ਦੇ ਉੱਤੇ ਫੋਕਸ ਹੈ ਸਾਰੀ। ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਜਿਹੜਾ ਆ ਬਲਰਾਮ ਜੀ ਉਹ ਪ੍ਰਵਿਰਤੀ ਕਰਮ ਕੀ ਹੈ, ਉੱਥੇ ਫੋਕਸ ਹੈ ਸਾਰਾ ਕਿ ਪ੍ਰਵਿਰਤੀ ਕਰਮ ਕੀ ਹੈ। ਉਹਦੇ ਤੇ ਮੈਂ ਜਾਣਾ ਨਹੀਂ, ਉਹ ਅਲੱਗ ਡਿਸਕਸ਼ਨ ਹੈ। ਪਰ ਦੂਜੀ ਲਾਮ ਦੇ ਉੱਤੇ ਜਿਹੜਾ ਫੋਕਸ ਹੈ ਉਹ ਤੁਹਾਡੀ ਸੰਗਤ ਤੇ ਫੋਕਸ ਹੈ ਸਾਰਾ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਤੇ ਸਤਿਗੁਰ ਪੁਰਖ ਮਿਲਾਇਆ ਤੇ ਅੱਗੇ ਉਸ ਪੂਰੀ ਲਾਮ ਵਿੱਚ ਫੋਕਸ ਹੈ ਇੱਕ ਨਿਰਮਲ ਭਾਵ ਦਾ ਤੇ ਇੱਕ ਸਤਸੰਗਤ ਦਾ। ਵੀ ਜੇ ਨਵੇਂ ਵਿਆਹੇ ਹੋਏ ਜਾਂ ਪ੍ਰਮਾਤਮਾ ਦੇ ਭਗਤ ਜਿਹੜੇ ਚੱਲੇ ਹੋਏ ਇਸ ਰਸਤੇ ਤੇ, ਜੇ ਆਪਣੀ ਕੰਪਨੀ ਨੂੰ ਨਹੀਂ ਦੇਖਦੇ ਵੀ ਕਿਸ ਕੰਪਨੀ ਵਿੱਚ ਅਸੀਂ ਵਿਚਰਦੇ ਹਾਂ, ਤੇ ਜੇ ਪਿਛਲੇ 10 ਸਾਲਾਂ ਵਿੱਚ ਜਿਹੜੀ ਤੁਹਾਡੀ ਕੰਪਨੀ ਹੈ, ਜਦੋਂ ਤੁਸੀਂ ਉਹਨਾਂ ਨਾਲ ਬੈਠਦੇ ਹੋ, ਗੱਲ ਕਰਦੇ ਹੋ, ਗੱਲਬਾਤ ਕਰਨ ਤੋਂ ਬਾਅਦ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਕੇ ਦੂਰ ਚਲੇ ਜਾਂਦੇ ਹੋ ਪ੍ਰਮਾਤਮਾ ਤੋਂ, ਤੇ ਸਮਝ ਲਓ ਕੰਪਨੀ ਜਿਹੜੀ ਹੈ ਉਹ ਕੰਪਨੀ ਠੀਕ ਨਹੀਂ ਹੈ। ਉਹ ਕੰਪਨੀ ਰੱਖਣੀ ਹੈ ਤੇ ਰੱਖੋ, ਲੇਕਿਨ ਉਹ ਕੰਪਨੀ ਤੁਹਾਨੂੰ ਸਪਿਰਿਚੁਅਲ ਰਸਤੇ ਵਿੱਚ ਮਦਦ ਨਹੀਂ ਕਰੇਗੀ। ਉਹ ਕੰਪਨੀ ਭਾਈ ਕਾਹਨ ਸਿੰਘ ਨਾਭਾ ਗੁਰਮਤਿ ਮਾਰਤੰਡ ਵਿੱਚ ਬੜੇ ਵੱਡੇ ਲੇਖ ਹਨ ਇਸ ਬਾਰੇ ਕਿ ਪਹਿਚਾਣੋ ਕੌਣ ਹੈ ਤੁਹਾਡੇ ਫਰੈਂਡ। ਅਸਲੀ ਫਰੈਂਡ ਉਹ ਹੈ ਜਿਹੜਾ ਤੁਹਾਨੂੰ ਹਮੇਸ਼ਾ ਇਨਕਰੇਜ ਕਰੇਗਾ ਇਸ ਪਾਥ ਤੇ ਜਾਣ ਦੀ, ਇਸ ਪਾਥ ਤੇ ਵਿਚਰਨ ਦੀ। ਔਰ ਇਹ ਜਿਹੜੀ ਅੰਦਰੋਂ ਜਿਹੜੀ ਤੁਹਾਨੂੰ ਇਹ ਅਗਲੀਆਂ 3 ਅਸ਼ਪਦੀਆਂ ਵਿੱਚ ਸਾਰਾ ਫੋਕਸ ਇਸੀ ਗੱਲ ਤੇ ਹੈ। ਅੱਗੇ ਜਾ ਕੇ ਸਾਧ ਵਾਲੀ ਅਸ਼ਪਦੀ ਵਿੱਚ ਇੱਥੇ ਤੱਕ ਲਿਖ ਦਿੱਤਾ ਨੇ ਕਿ ਇਹੋ ਜਿਹੇ ਬੰਦੇ ਬੜੇ ਦੁਰਲਭ ਹਨ ਮਿਲਣੇ, ਇਹੋ ਜਿਹੇ ਬੰਦੇ ਈਜ਼ੀ ਨਹੀਂ ਹੈ, ਇਹੋ ਜਿਹੀ ਸਤਸੰਗਤ ਮਿਲਣੀ ਈਜ਼ੀ ਨਹੀਂ ਹੈ। ਇਹ ਬਹੁਤ ਔਖੀ ਹੈ ਸਤਸੰਗਤ ਮਿਲਣੀ, ਇਨ ਪਰਸਨ ਮਿਲਣੀ ਤੇ ਬਹੁਤ ਮੁਸ਼ਕਿਲ ਹੈ। ਅੱਜ ਕੱਲ ਦੇ ਜ਼ਮਾਨੇ 'ਚ ਮੁਸ਼ਕਿਲ ਹੈ ਜ਼ਿਆਦਾ, ਕਿਉਂਕਿ ਮੋਸਟਲੀ ਬੰਦੇ ਇਸ ਤਰਫ ਅਟਰੈਕਟ ਨਹੀਂ ਹੁੰਦੇ। ਸਰਫੇਸ ਲੈਵਲ ਵਾਲਿਆਂ ਦੀ ਗੱਲ ਨਹੀਂ ਕਰਦਾ ਪਿਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਸੱਚੀ ਅਟਰੈਕਟਡ ਹਨ ਇਸ ਤਰਫ, ਔਰ ਦੂਸਰਿਆਂ ਨੂੰ ਇਨਕਰੇਜ ਕਰਦੇ ਹਨ ਅਟਰੈਕਟ ਹੋਣ ਵਾਸਤੇ। ਉਹਨਾਂ ਦੀ ਸੰਗਤ ਮਿਲਣੀ ਬਹੁਤ ਔਖੀ ਹੈ, ਬਹੁਤ ਔਖੀ ਹੈ ਉਹਨਾਂ ਦੀ ਸੰਗਤ ਮਿਲਣੀ। ਜੇ ਉਹਨਾਂ ਦੀ ਸੰਗਤ ਮਿਲ ਜਾਏ ਤੁਹਾਨੂੰ ਤੇ ਬੜੇ ਵਡਭਾਗੀ ਹੈ। ਸਿੱਖ ਤੇ ਰੋਜ਼ ਅਰਦਾਸ ਕਰਦਾ ਹੈ ਉਸ ਸੰਗਤ ਦੀ। ਅਰਦਾਸ ਦੇ ਐਂਡ ਵਿੱਚ ਇਹ ਵਰਡ ਬਹੁਤ ਪਹਿਲੇ ਤੋਂ ਐਡ ਕੀਤੇ ਗਏ ਕਿ ਹੇ ਮੇਰੇ ਗੁਰੂ, ਮੇਰੇ ਤੇ ਕਿਰਪਾ ਕਰੋ, ਅੱਜ ਸਵੇਰੇ ਮੈਨੂੰ ਉਹ ਜਿਹੇ ਬੰਦੇ ਮਿਲਾਓ ਜਿਨ੍ਹਾਂ ਨੂੰ ਮਿਲਦਿਆਂ ਸਾਰ ਤੁਹਾਡਾ ਨਾਮ ਯਾਦ ਆ ਜਾਏ, ਤੁਹਾਨੂੰ ਮਿਲਦਿਆਂ ਸਾਰ ਸੁਖਮਨੀ ਯਾਦ ਆਏ, ਮਿਲਦਿਆਂ ਸਾਰ ਕੀਰਤਨ ਯਾਦ ਆਏ, ਮਿਲਦਿਆਂ ਸਾਰ ਬਾਣੀ ਯਾਦ ਆਏ, ਉਹਨਾਂ ਨੂੰ ਦੇਖਦਿਆਂ ਹੀ ਬਾਣੀ ਚੇਤੇ ਆ ਜਾਏ, ਉਹਨਾਂ ਨੂੰ ਦੇਖਦਿਆਂ ਹੀ ਕੀਰਤਨ ਯਾਦ ਆ ਜਾਏ, ਉਹਨਾਂ ਦੇ ਦਰਸ਼ਨ ਕੀਤਿਆਂ ਹੀ ਪ੍ਰਮਾਤਮਾ ਚੇਤੇ ਆਏ। ਲੇਕਿਨ ਇਹੋ ਜਿਹੇ ਬੰਦਿਆਂ ਦੇ ਦਰਸ਼ਨ ਕਿੰਨੇ ਦੁਰਲਭ ਹਨ, ਬਹੁਤ 8 ਹਨ ਬੰਦੇ ਬੜੇ ਦੁਨੀਆ 'ਚ ਇਹੋ ਜਿਹੇ, ਤੇ ਕਿੱਥੋਂ ਬੰਦਾ ਢੂੰਡੇ ਫਿਰ। ਵਰਡ ਗੁਰਬਾਣੀ ਅਰਦਾਸ ਵਿੱਚ ਵਰਡ ਇਹ ਐਡ ਕੀਤੇ ਗਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ। ਉੱਥੇ ਵਰਡ ਇਹ ਨਹੀਂ ਆਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਹੋਰ ਕੁਝ ਚਿਤਾਵੇ, ਘਰ ਚਿਤਾਵਣ ਜਾਂ ਬਿਜ਼ਨਸ ਚਿਤਾਵੇ ਜਾਂ ਕੋਈ ਡਰਟੀ ਜੋਕਸ ਚਿਤਾਵਣ ਜਾਂ ਕੋਈ ਟੀਵੀ ਚਿਤਾਵੇ ਜਾਂ ਕੋਈ ਹੋਰ ਕੁਝ ਚਿਤਾਵੇ, ਉਹ ਵਰਡ ਨਹੀਂ ਆਏ ਉੱਥੇ। ਵਰਡ ਹੀ ਆਏ ਹਨ ਤੇਰਾ ਨਾਮ ਚਿਤਾਵੇ, ਤੇਰਾ ਪਿਆਰ ਯਾਦ ਆ ਜਾਵੇ, ਤੇਰਾ ਕੀਰਤਨ ਯਾਦ ਆ ਜਾਵੇ, ਸੁਖਮਨੀ ਯਾਦ ਆ ਜਾਵੇ, ਉਹਨੂੰ ਦੇਖਦਿਆਂ ਹੀ ਜਪਜੀ ਦੇ ਪ੍ਰਿੰਸੀਪਲ ਯਾਦ ਆ ਜਾਵਣ। ਇਹੋ ਜਿਹੇ ਬੰਦੇ ਹਨ ਦੁਨੀਆ ਵਿੱਚ ਜਿਨ੍ਹਾਂ ਦੀ ਭਾਲ ਕਰਨ ਤੋਂ ਬੰਦੇ ਮਿਲ ਜਾਂਦੇ ਹਨ। ਮੇਲ ਫੀਮੇਲ ਨਹੀਂ ਹੈ, ਕਿਸੇ ਧਰਮ ਦੇ ਅਪਾਈ ਨਹੀਂ ਹੈ, ਲੇਕਿਨ ਉਹ ਬੰਦੇ ਮਿਲਣ ਕਿੱਥੋਂ, ਮੁਸ਼ਕਿਲ ਹਨ ਮਿਲਣੇ। ਤੇ ਜਿਨ੍ਹਾਂ ਨੂੰ ਨਹੀਂ ਹੈ ਸੁਭਾਗ ਮਿਲਣ ਦਾ, ਫਿਰ ਉਹ ਉਹਨਾਂ ਦੀਆਂ ਲਿਖਤਾਂ ਵਿੱਚੋਂ ਬੰਦੇ ਢੂੰਡਣ। ਫਿਰ ਭਾਈ ਗੁਰਦਾਸ ਵਿੱਚੋਂ ਢੂੰਡੋ ਉਹਨਾਂ ਨੂੰ, ਫਿਰ ਭਾਈ ਨੰਦ ਲਾਲ ਵਿੱਚੋਂ ਢੂੰਡੋ ਉਹਨਾਂ ਨੂੰ, ਭਾਈ ਨੰਦ ਲਾਲ ਦੀਆਂ ਨਹੀਂ ਫਿਰ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਗੁਰੂ ਨਾਨਕ ਚਮਤਕਾਰ ਚੋਂ ਢੂੰਡੋ ਉਸ ਗੁਰੂ ਨਾਨਕ ਦੀ ਆਤਮਾ ਨੂੰ, ਉਹਨਾਂ ਨੂੰ ਪੜ੍ਹ ਕੇ ਇਹ ਲਵੋ ਅੰਦਰੋਂ ਚੀਜ਼ਾਂ। ਲੇਕਿਨ I cannot underestimate and tell you, unless this happens in your life though, unless this is
going on in your life. Unless this happens though, इस तरफ चलना बहुत औखा है, बहुत मुश्किल है सत्संगत तो बिना। ਤੇ ਸਤਸੰਗਤ ਦੀ ਡੈਫੀਨੇਸ਼ਨ ਬੜੀ ਜਗ੍ਹਾ ਦਿੱਤੀ ਨੇ, ਤੇ ਇੱਥੇ ਆ ਕੇ ਇੱਥੇ ਤੱਕ ਲਿਖ ਦਿੱਤਾ ਨੇ ਕਿ ਉਸ ਸੰਤ ਦੀ ਜਿਹੜੀ ਉਚਾਈ ਹੈ, ਉਸ ਬੰਦੇ ਦੀ ਜਿਹੜਾ ਇਸ ਤਰਫ ਲਗਾਉਣ ਵਾਲਾ ਹੈ, ਉਹ ਬਹੁਤ ਉੱਚਾ ਹੈ। ਕਿ ਸਾਧ ਕੀ ਸ਼ੋਭਾ ਉੱਚ ਤੇ ਉੱਚੀ ਵਰਡ ਆਏ ਹਨ, ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਉਹ ਬਹੁਤ ਉੱਚਾ ਹੈ। ਉਹ ਵੇਦ ਨਹੀਂ ਜਾਣਦੇ ਉਸਨੂੰ, ਉਹਨੂੰ ਧਰਮ ਗ੍ਰੰਥ ਬਿਆਨ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਪ ਕਹਿੰਦੀ ਹੈ ਕਿ ਅਸੀਂ ਨਹੀਂ ਕਰ ਸਕਦੇ ਉਸਨੂੰ, ਅਸੀਂ ਉਹਦੀ ਤੁਲਨਾ ਨਹੀਂ ਦੇ ਸਕਦੇ। साध की महिमा वेद ना जाने, जेता सुने तेता बख्याने वर्ड आए। ते इस पहली इस अष्टपदी विच फोकस है साध दी मिलन दा, मिलन तो बाद तुहाडे च की चेंजेस आंदियां हैं। ते अगली अष्टपदी दी कंटिन्यूएशन है। कंटिन्यूएशन ये है कि ओ साध, ओ सिद्ध कीता होया बंदा जिसनों इस अष्टपदी विच ब्रह्म ज्ञानी किया है, उस ब्रह्म ज्ञानी दे गुण केड़े हैं? कौन है ब्रह्म ज्ञानी, की हैं ओदे गुण, क्यों है वो ब्रह्म ज्ञानी, कि किस कारण तो ब्रह्म ज्ञानी बनिया है, ते उस ब्रह्म ज्ञानी दे मिलन नाल तुहाडे जीवन च किहड़ियां चेंजेस आउणगीਆਂ, उस ब्रह्म ज्ञानी दे मिलन नाल तुहानू की होएगा। है जी, उस ब्रह्म ज्ञानी दे मिलन दे नाल, क्योंकि उन्हां दे अंदर एक वर्ड अगे अगे आणगे, ब्रह्म ज्ञानी परोपकारो महा आयन वर्ड, क्योंकि उन्हां दे अंदर एक इच्छा हुंदी है दूसरा नू हेल्प करन दी। जे बार बार इन्हां बंदियां नू मिलोगे ते तुहाडे अंदर भी ये रोह पैदा होएगी दूसरा नू हेल्प करन दी। जे दूसरिਆਂ ਨੂੰ ਹੈਲਪ ਬਹੁਤ ਜ਼ਿਆਦਾ ਕਰੋਗੇ, ਦੂਸਰਿਆਂ ਦੀ ਮਦਦ ਬਹੁਤ ਜ਼ਿਆਦਾ ਕਰੋਗੇ, ਤੇ ਸਰਗੁਣ ਰੂਪ ਪ੍ਰਮਾਤਮਾ ਵਿੱਚ ਤੁਹਾਨੂੰ ਉਹ ਜਿਹਦੀ ਹੈਲਪ ਕਰਦੇ ਪਏ ਹੋ, ਉਸ ਦੇ ਵਿੱਚ ਪ੍ਰਮਾਤਮਾ ਦਾ ਰੂਪ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਨੂੰ। ਗੁਰੂ ਨਾਨਕ ਦੇਵ ਜੀ ਨੂੰ ਤਾਂ ਨਜ਼ਰ ਆਇਆ ਹੈ ਨਾ, ਆਸਾ ਦੀ ਵਾਰ ਵਿੱਚ ਦੂਸਰੇ ਛੱਕੇ ਵਿੱਚ ਵਿਸਮਾਦ ਦੇ ਸੱਚੇ ਤੇ ਵਿਸਮਾਦ ਦੇ ਸ਼ਲੋਕ ਵਿੱਚ ਉਹਨਾਂ ਨੂੰ ਤਾਂ ਨਜ਼ਰ ਆਇਆ ਹੈ, ਉਹਨਾਂ ਨੇ ਦੇਖਿਆ ਹੈ। ਤੇ ਅੱਗੇ ਜਾ ਕੇ ਉਸ ਸ਼ਲੋਕ ਵਿੱਚ ਅੱਗੇ ਜਾ ਕੇ ਵਰਡ ਆਏ ਵੱਡੀ ਵਡਿਆਈ, ਵੱਡੀ ਵਡਿਆਈ ਚ ਵੱਡਾ ਨਾਉ, ਵੱਡੀ ਵਡਿਆਈ ਚ ਨੇਚਲ ਥਾਉ ਆਏ ਨਾ ਵਰਡ। ਕਿਉਂ? ਕਿਉਂਕਿ ਉਹਦੀ ਵਡਿਆਈ ਬਹੁਤ ਵੱਡੀ ਹੈ, ਜਿਹੜਾ ਦੇਖ ਸਕਦਾ ਹੈ। ਵੱਡੀ ਵਡਿਆਈ ਜਾਣੇ ਅੱਲਾਹੋ, ਵੱਡੀ ਵਡਿਆਈ ਬੁੱਝੇ ਸਭ ਭਾਗ। ਇਹ ਜਿਹੜੀ ਹੈ ਉਹਦੀ ਵਡਿਆਈ ਵੱਡੀ ਹੈ, ਕਿਉਂਕਿ ਜਿਹਨੇ ਦੇਖਿਆ ਹੈ। ਸੇਵਾ ਕਰਨ ਨਾਲ ਇਹ ਗੁਣ ਪੈਦਾ ਹੁੰਦੇ ਹਨ, ਤੇ ਇਹ ਪ੍ਰੋਤਸਾਹਨ ਮਿਲਦਾ ਇਹਨਾਂ ਬੰਦਿਆਂ ਨਾਲ, ਇਹ ਬੰਦਿਆਂ ਨਾਲ ਜੁੜ ਕੇ। ਤੇ ਜੇ ਕਿਸੇ ਬ੍ਰਹਮ ਗਿਆਨੀ ਦਾ ਤੁਹਾਡੇ ਲਾਈਫ ਦੇ ਅੰਦਰ असर नहीं है तो बहुत मुश्किल है स्पिरिचुअल प्रोग्रेस करनी, बहुत औखी है स्पिरिचुअल प्रोग्रेस बहुत। ये ते उस तरह की गल होई, सोच के देखो जिसने कोई डॉक्टर बनना होवे, लॉयर बनना होवे, ते कहे जी मैं खाली यूसीएलए चला जावां ते लाइब्रेरी जाके यूसीएलए ते सारियां लॉ दी किताबां खरीद के घर पढ़ के लॉयर बन जावां, वो नहीं हो सकता, औखा है बड़ा काम हो। ठीक है, उत्थे किताबां यूज होंदियां हैं, ਉਹੀ ਕਿਤਾਬਾਂ ਜਿਹੜੀਆਂ ਤੁਸੀਂ ਘਰ ਪੜ੍ਹ ਸਕਦੇ ਹੋ, ਲੇਕਿਨ ਬਗੈਰ ਕਿਸੇ ਐਕਸਪੀਰੀਅੰਸ ਬੰਦੇ ਤੋਂ, ਬਗੈਰ ਕਿਸੇ ਲੀਗਲ ਲਾਇਰ ਦੇ ਪ੍ਰੋਫੈਸਰ ਤੋਂ, ਜਾਂ ਮੈਡੀਕਲ ਸਕੂਲ ਜਾਣ ਵਾਸਤੇ ਕਿਸੇ ਡਾਕਟਰ ਤੋਂ ਬਹੁਤ ਔਖਾ ਹੈ ਇਹ ਕੰਮ ਸਿੱਖਣਾ ਬਗੈਰ ਉਹਦੇ ਤੋਂ। ਠੀਕ ਸਪਿਰਿਚੁਅਲ ਪ੍ਰੋਗਰੈਸ ਵੀ ਉਸੇ ਤਰ੍ਹਾਂ ਦੀ ਰੂਪ ਹੈ। ਇੱਥੇ ਵੀ ਹੈਂਡ ਹੋਲਡਿੰਗ ਚਾਹੀਦੀ ਹੈ, ਇੱਥੇ ਵੀ ਉਹਦਾ ਅਸਰ ਚਾਹੀਦਾ ਹੈ ਤੁਹਾਡਾ। ਤੇ ਬ੍ਰਹਮ ਗਿਆਨੀ ਦੀ ਪੂਰੀ ਅਸ਼ਟਪਦੀ ਵਿੱਚ ਮਹਾਰਾਜ ਇਸ ਗੱਲ ਦਾ ਨਿਰੂਪਣ ਕਰਾਉਂਦੇ ਹਨ कि देख भलिया, जे तू इन्हां बंदियां नूं अपने जीवन च थां नहीं देगा, जे इहो जे बंदे तेरे जीवन च नहीं आणगे, इन पर्सन आ जावन ते नथिंग लाइक इट, पर जे इन पर्सन नहीं आए ते किताब दे थ्रू ही आ जाए, किसी होर दे थ्रू भी आ जावे, तां भी तेरे जीवन विच एक सच्ची रोह चलेगी अंदर। ते पूरी ब्रह्म ज्ञानी दी अष्टपदी विच ब्रह्म ज्ञानी दा रूप दसदे हन, कौन है ब्रह्म ज्ञानी, क्यों है ब्रह्म ज्ञानी, ਤੇ ਉਹਨਾਂ ਦਾ ਸੰਗ ਕੀਤਿਆਂ ਦੇਖੋ ਜਿਹੜੇ ਉਹਨਾਂ ਦੇ ਗੁਣ ਹਨ ਉਹ ਸਾਰੇ ਤੁਹਾਡੇ ਵਿੱਚ ਆ ਜਾਣਗੇ। ਉਹਨਾਂ ਵਿੱਚ ਸਹਿਨਸ਼ੀਲਤਾ ਬੜੀ ਹੈ। ਦੇਖੋ ਪਹਿਲੇ ਵਿੱਚ ਹੀ ਲਾਈਨ ਕਿ ਬ੍ਰਹਮ ਗਿਆਨੀ ਇੱਕ ਤੇ ਨਿਰਲੇਪ ਹਨ, ਹਾਂਜੀ, ਜੈ ਫਿਰ ਗਿਆਨੀ ਨਿਰਦੋਖ ਹਨ, ਫਿਰ ਜਾ ਕੇ ਜੈਸੇ ਰਾਜਾ ਰੰਗ ਫਿਰ ਇੱਕ ਦ੍ਰਿਸ਼ ਸਮਾਨ ਹਨ। ਇਹ ਸਾਰੀਆਂ ਕੁਆਲਿਟੀਜ਼ ਡਿਸਕ੍ਰਾਈਬ ਕੀਤੀ ਹੈ ਨਾ ਸੰਤਾਂ ਦੀਆਂ, ਬ੍ਰਹਮ ਗਿਆਨੀਆਂ ਦੀਆਂ, ਜਿਹੜੀਆਂ ਤੁਹਾਡੀ ਲਾਈਫ ਵਿੱਚ, ਕਿਉਂਕਿ ਇਹ ਕੁਆਲਿਟੀਜ਼ ਚਾਹੀਦੀਆਂ ਹਨ ਪਰਮਾਤਮਾ ਤੱਕ ਪਹੁੰਚਣ ਦੀਆਂ। याद रहे सुखमनी दा गोल कोई एकेडमिक गोल नहीं है। सुखमनी दा गोल कोई ये नहीं है कि पढ़ के जी उस सुखमनी रट्टी जाए उसनों, या सुखमनी दा गोल है कि गुरु का सिख सुखमनी नूं पढ़ के परमात्मा तक किंज पहुंचे। हां जी, पूरा गुरु आराध्या पूरा जांका नाव दी किस अवस्था प्राप्त होई, उसनूं वो किंज मिले होते परमात्मा, रब दी प्राप्ति किवें होवे, ये सुखमनी दा गोल है।
ਤੇ ਇਹ ਜਿਹੜੀ ਜਰਨੀ ਹੈ ਪ੍ਰਮਾਤਮਾ ਤੱਕ ਪਹੁੰਚਣ ਦੀ, ਇਹਦੇ ਵਿੱਚ ਬ੍ਰਹਮ ਗਿਆਨੀ ਦਾ, ਸੰਤ ਦਾ, ਸਾਧੂ ਦਾ ਰੋਲ ਬਹੁਤ ਵੱਡਾ ਰੋਲ ਹੈ। ਤੇ ਜਿਹੜਾ ਪਹੁੰਚ ਗਿਆ ਹੈ ਉੱਥੇ, ਉਹ ਸਾਧੂ ਤੇ ਬ੍ਰਹਮ ਗਿਆਨੀ, ਤੇ ਜਿਹੜਾ ਨਹੀਂ ਪਹੁੰਚਿਆ, ਜਿਹੜਾ ਹਾਲੇ ਪਹੁੰਚਣ ਦੀ ਕੋਸ਼ਿਸ਼ ਕਰਦਾ ਪਿਆ ਉੱਥੇ, ਉਹਦੇ ਵਾਸਤੇ ਸੁਖਮਨੀ ਚ ਇੱਕ ਬੜਾ ਸਪੈਸ਼ਲ ਵਰਡ ਆਇਆ ਹੈ, ਉਹ ਹੈ ਜਨ। ਜਨ ਕੇ ਸੰਗ ਚਿਤ ਆਵੇ ਨਾਉ। ਕਈ ਜਗ੍ਹਾ ਵਰਡ ਗੁਰਬਾਣੀ ਜਿਗਿਆਸੂ ਵੀ ਆਇਆ ਹੈ, ਆਮ ਅਸੀਂ ਜਿਗਿਆਸੂ ਵਰਡ ਯੂਜ਼ ਕਰਦੇ ਹਾਂ। ਤੇ ਜਿਗਿਆਸੂ ਉਹ ਹੈ ਜਿਹਦੇ ਅੰਦਰ ਪ੍ਰਮਾਤਮਾ ਪਹੁੰਚਣ ਦੀ ਇੱਛਾ ਹੈ, ਜਿਹਦੇ ਅੰਦਰ ਪਹੁੰਚਿਆ ਨਹੀਂ ਹਾਲੇ, ਉਹ ਗਿਆ ਨਹੀਂ ਹਾਲੇ, ਉਹ ਪਹੁੰਚਿਆ ਨਹੀਂ, ਪਰ ਪਹੁੰਚਣ ਦੀ ਉਹਨੂੰ ਅੰਦਰ ਬੜੀ ਤੀਬਰ ਇੱਛਾ ਹੈ ਜਿਹਨੂੰ ਪਹੁੰਚਣ ਦੀ, ਉਹ ਜਿਗਿਆਸੂ ਹੈ। ਹਾਲੇ he is on his journey to go there, he hasn't reached there. Brahm Gyani has already reached. Brahm Gyani ਪੂਰਨ ਹੈ, ਪੂਰਨ ਪੁਰਖ ਹੈ ਬ੍ਰਹਮ ਗਿਆਨੀ। ਜਨ ਪਹੁੰਚਿਆ ਨਹੀਂ ਹਾਲੇ, ਪਰ ਜਨ ਦੀ ਵੀ ਬੜੀ ਇੰਪੋਰਟੈਂਟ ਆਈ ਹੈ, ਬੜੀ ਜਨ ਦੀ ਵੀ ਅੱਗੇ ਜਾ ਕੇ ਅਗਲੀਆਂ ਅਸ਼ਪਦੀਆਂ ਵਿੱਚ ਜਨ ਦੀ ਬੜੀ ਇੰਪੋਰਟੈਂਸ ਦਿੱਤੀ ਹੈ। ਉਹ ਤਲਵੰਤ ਕੁਲਵੰਤ ਪਤਵੰਤ ਆਏ ਹਨ ਵਰਡ ਇੱਥੇ, ਜੀਵਨ ਮੁਕਤ ਜਿਸਰੇ ਦੇ ਭਗਵੰਤ, ਉੱਥੇ ਬ੍ਰਹਮ ਗਿਆਨੀ ਦੀ ਆਈ ਹੈ, ਪਰ ਜਨ ਦੀ ਵੀ ਬੜੀ ਇੰਪੋਰਟੈਂਸ ਦਿੱਤੀ ਹੈ। ਤੇ ਇੱਥੇ ਪੂਰੀ ਅਸ਼ਪਦੀ ਵਿੱਚ ਇਸ ਗੱਲ ਦਾ ਨਿਰੂਪਣ ਹੈ। ਤੇ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ 2-3 ਵਾਰੀ ਉਹਨਾਂ ਨੇ ਉਸਨੂੰ ਪ੍ਰਮਾਤਮਾ ਵੀ ਕਹਿ ਦਿੱਤਾ ਹੈ, ਬ੍ਰਹਮ ਗਿਆਨੀ ਨੂੰ ਪੂਰਨ ਪੁਰਖ ਵੀ ਕਿਹਾ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਆਪ ਪਰਮੇਸ਼ਰ ਹੈ ਬ੍ਰਹਮ ਗਿਆਨੀ, ਕਿਉਂਕਿ ਜਿਹੜੇ ਪਹੁੰਚੇ ਹੋਏ ਹਨ ਉੱਥੇ, ਉਹਨਾਂ ਵਿੱਚ ਤੇ ਉਸ ਪੂਰਨ ਪੁਰਖ ਚ ਕੋਈ ਫਰਕ ਨਹੀਂ, ਉਹ ਆਪ ਪਹੁੰਚੇ ਹੋਏ ਹਨ ਉੱਥੇ। ਉਹਨਾਂ ਨੂੰ ਜੀਦਾਨ ਮਿਲ ਗਿਆ ਹੈ, ਜਿਨ੍ਹਾਂ ਨੂੰ ਜੀਦਾਨ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਨੂੰ। ਇਹ ਭਾਈ ਨੰਦ ਲਾਲ ਵਰਗੀ ਅਵਸਥਾ ਵਿੱਚ ਹੈ, ਇਹ ਸੰਤ ਬਾਬਾ ਅਤਰ ਸਿੰਘ ਔਰ ਸੰਤ ਬਾਬਾ ਭਾਈ ਨੰਦ ਜੀ ਉਸ ਅਵਸਥਾ ਵਿੱਚ ਹਨ। ਹਾਂਜੀ, ਇਹ ਜਿਹੜੇ ਉੱਥੇ ਪਹੁੰਚੇ ਹਨ ਉਸ ਅਵਸਥਾ ਵਿੱਚ। ਤੇ ਬਹੁਤੇ ਇਹੋ ਜਿਹੇ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹਾਂ, ਜਿਹੜੇ ਸਾਡੇ ਜੀਵਨ ਵਿੱਚ ਵਿਚਰਦੇ ਹਨ ਪਰ ਜਾਣਦੇ ਨਹੀਂ। ਮੇਰੇ ਜੀਵਨ ਵਿੱਚ ਜਿਹੜੇ ਆਏ ਹਨ ਸਾਰੇ, ਉਹਨਾਂ ਵਿੱਚ ਜ਼ਿਆਦਾ ਫੀਮੇਲਸ ਆਈਆਂ ਹਨ ਇਸ ਅਵਸਥਾ ਚ ਪਹੁੰਚਣ ਵਾਲੀ। ਹੁਣ ਇਹ ਨਾ ਕੋਈ ਭਰਮ ਨਾ ਕੋਈ ਕੱਢ ਲੈ ਕੋਈ ਅੰਦਰੋਂ, ਕੋਈ ਜੀ ਮੇਲ ਹੀ ਹੁੰਦੇ ਹਨ ਸਾਰੇ। ਇਹ ਬਿਲਕੁਲ ਨਾ ਰੱਖਿਓ ਭਰਮ ਆਪਣੇ ਅੰਦਰ, ਬਿਲਕੁਲ ਨਾ ਰੱਖਿਓ ਆਪਣਾ ਭਰਮ। ਮੇਰੇ ਜੀਵਨ ਚ ਜਿਤਨੇ ਆਏ ਹਨ ਜ਼ਿਆਦਾ ਫੀਮੇਲਸ ਆਏ ਹਨ, ਮੇਲ ਨਹੀਂ ਆਏ ਜ਼ਿਆਦਾ। ਜਿਹੜੀ ਇਸ ਅਵਸਥਾ ਤੇ ਜਿਨ੍ਹਾਂ ਨੇ, ਜਿਹੜੇ ਜਨ ਦੀ ਅਵਸਥਾ ਦੇ ਉੱਪਰ ਜਿਨ੍ਹਾਂ ਨੇ ਸਪਿਰਿਚੁਅਲ ਅਵਸਥਾ ਪ੍ਰਾਪਤ ਕੀਤੀਆਂ, ਜਿਨ੍ਹਾਂ ਨੇ ਜ਼ਿਆਦਾ ਫੀਮੇਲਸ ਮੈਂ ਦੇਖੀਆਂ, ਮੇਲਸ ਘੱਟ ਦੇਖੇ। ਫਿਰ ਮੈਂ ਹਰ ਧਰਮ ਦੇ ਦੇਖੇ, ਮੈਂ ਹਿੰਦੂ ਧਰਮ ਵਾਲੇ ਵੀ ਦੇਖੇ ਹੋਏ। ਧਰਮ ਦੇ ਨਾਲ ਕੋਈ ਮਤਲਬ ਨਹੀਂ ਇਹਦਾ। ਜਨ ਵੀ ਹੋਣਾ, ਬ੍ਰਹਮ ਗਿਆਨੀ ਵੀ ਹੋਣਾ, ਧਰਮ ਦੇ ਨਾਲ ਕੋਈ ਔਖਾ ਨਹੀਂ ਇਹਦੇ ਨਾਲ। ਇਹ ਉਹ ਉਸ ਅਵਸਥਾ ਤੋਂ ਉੱਚੇ ਨਿਕਲ ਜਾਂਦੇ ਹਨ। ਇਹ ਉਹਨਾਂ ਦੀ ਅਵਸਥਾ ਜਿਹੜੀ ਹੈ, ਉਹ ਇੱਕ ਦਾਇਰੇ ਦੇ ਵਿੱਚ ਨਹੀਂ ਰਹਿੰਦੇ, ਉਹ ਉਸ ਦਾਇਰੇ ਤੋਂ ਬਾਹਰ ਹੈ। ਸੋ ਇਹ ਬ੍ਰਹਮ ਗਿਆਨੀ ਦੀ ਅਵਸਥਾ। I'm going to stop for a second here। ਤੇ ਬ੍ਰਹਮ ਗਿਆਨੀ ਦੀ ਅਵਸਥਾ ਬਿਆਨ ਕਰਕੇ ਤੇ ਅਗਲੀ ਅਸ਼ਪਦੀ ਵਿੱਚ ਮਹਾਰਾਜ ਜਿਹੜੇ ਕਾਮਨਲੀ ਨੋਨ ਜਿਹੜੇ ਨੇਮ ਜਿਹੜੇ ਹਨ, ਜਿਹੜੇ ਹਿੰਦੂ ਧਰਮ ਵਿੱਚ ਜਿਹੜੇ ਆਏ ਹਨ ਵਰਡ, ਅਪਰਸ ਹੈ, ਜਿਸ ਤਰ੍ਹਾਂ ਭਗਉਤੀ ਹੈ, ਰਾਮਦਾਸ ਹੈ, ਜਿਨ੍ਹਾਂ ਦੇ ਅੰਦਰ ਜਿਹੜੀ ਹਿੰਦੂ ਧਰਮ ਦੀ ਜਿਹੜੀ ਟ੍ਰੈਡੀਸ਼ਨਲ ਡੈਫੀਨੇਸ਼ਨ ਜਿਹੜੀ ਹੈ, ਸਨਾਤਨੀ ਧਰਮ ਦੀ ਜਿਹੜੀ ਟ੍ਰੈਡੀਸ਼ਨਲ ਜਿਹੜੀ ਡੈਫੀਨੇਸ਼ਨ ਹੈ, ਉਹ ਨਾ ਡੈਫੀਨੇਸ਼ਨ ਦੇ ਕੇ ਤੇ ਇੱਕ ਗੁਰਮਤਿ ਡੈਫੀਨੇਸ਼ਨ ਉਹਨਾਂ ਨਾਲ ਲਗਾਈ ਹੈ ਕਿ ਅਸਲੀ ਧਰਮੀ ਕੌਣ ਹੈ, ਅਸਲੀ ਅਪਰਸ ਕੌਣ ਹੈ, ਅਸਲੀ ਰਾਮਦਾਸ ਕੌਣ ਹੈ, ਅਸਲੀ ਭਗਉਤੀ ਕੌਣ ਹੈ, ਅਸਲੀ ਪੰਡਿਤ ਕੌਣ ਹੈ ਨਾ, ਕੌਣ ਹੈ ਪੰਡਿਤ ਉਹ। ਇਹ ਅਗਲੀ ਅਸ਼ਪਦੀ ਵਿੱਚ ਨਿਰੂਪਣ ਕਰਾਇਆ ਨੇ ਤੇ ਗਿਆਨ, ਇਸ ਗੱਲ ਦਾ ਗਿਆਨ ਦਿੱਤਾ ਨੇ। I'll stop for a second and see if anybody has any question on the number 7 or 8 ਦੀ, before we move on to the last ਜਿਹੜੀ ਅਸ਼ਪਦੀ ਹੈ ਡਿਸਕਸ ਕਰਨੀ ਹੈ ਮੈਂ, number 9, and then I'm going to discuss some grammar rules today and get that sort of done today। ਹਾਂਜੀ, I'll just wait for 10 seconds or so if somebody has any questions। If nobody has any questions, that's good. That means everything is crystal clear. Vijay, one question I have, but this goes back to a previous Aspadi that you had already discussed actually, but this has been in my mind and I wanted you to actually sort of, give us a little bit more light on that. Jis Thakur syo nahi chara, taakon kije sad namaskara. Is that like a defeatist attitude? Is that like saying, look, I mean, you do what you want to do, everything is in your hukum. So
I mean, you know. Yeah, ਉੱਥੇ ਜਿਹੜੇ ਵਰਡ ਆਏ ਹਨ ਦੇਖੋ ਡਿਫੀਟਿਸਟ ਐਟੀਟਿਊਡ ਨਹੀਂ ਹੈ ਵੀਰ ਜੀ, ਪਰ ਇਹ ਐਟੀਟਿਊਡ ਜ਼ਰੂਰ ਹੈ ਕਿ ਤੁਸੀਂ ਨਹੀਂ ਕਰਨ ਕਰਾਉਣ ਵਾਲੇ, ਕਰਨ ਕਰਾਉਣ ਵਾਲਾ ਹੋਰ ਹੈ, ਤੇ ਉਹ ਜੋ ਕਰਦਾ ਹੈ ਤੁਹਾਡੇ ਭਲੇ ਵਾਸਤੇ ਕਰਦਾ ਹੈ ਜੀ। ਇਹ ਹੁਣ ਆਪਣੇ ਆਪ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੈ ਵੀਰ ਜੀ। Ask a 20-year-old if somebody has one at home, 19-year-old, ਤੇ ਮਾਪਿਓ ਚਾਹੁੰਦੇ ਹਨ ਕਿ ਇੰਜ ਨਾ ਕਰੇ, ਇੰਜ ਕਰੇ, ਕੰਮ। ਹਾਂਜੀ, ਮਾਪਿਓ ਦੀ ਇੰਟੈਂਸ਼ਨ ਅੰਦਰੋਂ ਅੱਛੀ ਹੈ ਬੜੀ, ਮਾਪਿਓ ਦੀ ਇੰਟੈਂਸ਼ਨ ਬਹੁਤ ਅੱਛੀ ਹੈ, ਲੇਕਿਨ ਅਗਲਾ ਬੰਦਾ ਸਮਝ ਨਹੀਂ ਪਾਉਂਦਾ। ਅਗਲਾ ਬੰਦਾ ਕਹਿੰਦਾ ਨਹੀਂ ਮੇਰੇ ਤੇ ਫੋਰਸ ਕੀਤਾ ਜਾ ਰਿਹਾ ਯਾਰ, ਬੜਾ ਕੰਮ ਹੈ, ਕੰਮ ਸਾਰਾ। ਤੇ ਜੇ ਉਹ ਕਵੇ ਕਿ ਜੇ ਉਹ ਮਾਪਿਓ ਕਹਿਣ ਜੀ ਇਹੀ ਰਸਤਾ ਹੈ ਜੀ, ਮੈਂ ਕੋਈ ਚੋਇਸ ਨਹੀਂ ਦੇਣੀ ਤੈਨੂੰ, ਤਾਂ ਅਗਲਾ ਸਮਝੇ ਕਿ ਬੜਾ ਡਿਫੀਟਿਸਟ ਜਿਹਾ ਐਟੀਟਿਊਡ ਹੈ, ਮੈਨੂੰ ਕੋਈ ਚਾਰਾ ਹੀ ਨਹੀਂ ਦਿੱਤਾ ਗਿਆ ਇੱਥੇ ਕੋਈ, ਮੈਨੂੰ ਤੇ ਉਹੀ ਐਕਸੈਪਟ ਕਰਨਾ ਪੈ ਰਿਹਾ ਮਾਪਿਓ ਦੀ ਗੱਲ ਜੋ ਕਹਿੰਦੇ ਪਏ ਨੇ ਮਾਪਿਓ। ਤੇ ਡਿਫੀਟਿਸਟ ਐਟੀਟਿਊਡ ਨਹੀਂ ਹੈ ਉਹ ਵਾਲਾ ਐਟੀਟਿਊਡ। ਸਾਡੇ ਚ ਪ੍ਰੋਬਲਮ ਇਹ ਹੈ ਕਿ ਅਸੀਂ ਨਹੀਂ ਐਕਸੈਪਟ ਕਰ ਪਾਉਂਦੇ ਕਿ ਜੋ ਸਾਡੇ ਨਾਲ ਹੋਏਗਾ ਜਾਂ ਹੋਣਾ ਹੈ ਜਾਂ ਹੋ ਸਕਦਾ ਹੈ, ਜੋ ਸਾਡੇ ਨਾਲ ਬੈਸਟ ਹੋਣਾ ਹੈ ਉਹੀ ਹੋ ਰਿਹਾ ਹੈ ਸਾਡੇ ਨਾਲ। ਹੁਣ ਇਹ ਬਹੁਤ ਮੁਸ਼ਕਿਲ ਹੈ ਐਕਸੈਪਟ ਕਰਨਾ ਐਟ ਐਨ ਅਰਲੀਅਰ ਸਟੇਜਸ ਆਫ ਸਪਿਰਿਚੁਅਲ ਡਿਵੈਲਪਮੈਂਟ ਵਿੱਚ। ਜਿਸ ਤਰ੍ਹਾਂ ਸਪਿਰਿਚੁਅਲਿਟੀ ਦਾ ਰੋ ਵਧੇਗਾ, ਜਿਸ ਤਰ੍ਹਾਂ ਬਾਣੀ ਨੇੜੇ ਆਏਗੀ, ਜਿਸ ਤਰ੍ਹਾਂ ਬਾਣੀ ਦੇ ਨੇੜੇ ਲੱਗੋਗੇ, ਜਿਸ ਤਰ੍ਹਾਂ ਸਤਸੰਗਤ ਦਾ ਅਸਰ ਤੁਹਾਡੇ ਚਿਹਰੇ ਤੇ ਪਏਗਾ, ਉਤਨਾ ਤੁਹਾਡੇ ਤੇ ਅਸਰ ਹੋਣਾ ਸ਼ੁਰੂ ਹੋਏਗਾ। ਔਰ ਸਲੋਲੀ ਤੁਹਾਨੂੰ ਇੱਕ ਗੱਲ ਦੀ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਜੋ ਮੇਰੇ ਨਾਲ ਹੋ ਰਿਹਾ ਹੈ ਜਾਂ ਜੋ ਹੋਏਗਾ, ਇਹ ਮਹਾਰਾਜ ਤੁਸੀਂ ਠੀਕ ਕਰੋਗੇ, ਲੇਕਿਨ ਮੈਂ ਇਹ ਚਾਹੁੰਦਾ ਮੇਰੇ ਨਾਲ ਹੋਵੇ। ਅਰਦਾਸ ਬੰਦਾ ਕਰੇ ਔਰ ਅਰਦਾਸ ਕਰਕੇ ਇਹ ਚੀਜ਼ ਮੰਗੇ, ਮੰਗਣ ਚ ਖਰਾਬੀ ਨਹੀਂ ਹੈ ਕੋਈ, ਪਰ ਮੰਗੇ ਉਸੀ ਨੂੰ ਖਾਲੀ ਕਿ ਮੇਰੇ ਨਾਲ ਜੋ ਵੀ ਤੁਸੀਂ ਕਰੋ, ਲੇਕਿਨ ਇਹ ਜ਼ਰੂਰ ਕਰੋ ਕਿ ਮੈਨੂੰ ਤੁਸੀਂ ਮਿਲ ਜਾਓ ਕਿਸੇ ਵੀ ਤਰੀਕੇ ਤੇ। ਹੁਣ ਜੇ ਤੁਹਾਡੇ ਨਾਲ ਜੋ ਹੋ ਰਿਹਾ ਹੈ ਜਾਂ ਜਿਸ ਠਾਕੁਰ ਸੇ ਉਹ ਨਹੀਂ ਚਾਹ ਰਿਹਾ, ਮਤਲਬ ਜਿਹਦੇ ਨਾਲ ਜਿਸ ਨਾਲ ਜੋ ਤੁਹਾਡੇ ਨਾਲ ਉਹਨੇ ਕਰਨਾ ਹੈ ਉਹ ਤੁਹਾਡੇ ਨਾਲ ਕਰਨਾ ਹੀ ਹੈ ਉਸਨੇ। ਹਾਂ, ਤੁਸੀਂ ਅਗਰ ਕੀਰਤਨ ਵਾਲੇ ਪਾਸੇ ਜੁੜ ਕੇ ਆਪਣੇ ਜੀਵਨ ਨੂੰ ਰੋਹ ਦੀ ਬਦਲ ਸਕਦੇ ਹੋ, ਆਪਣੇ ਜੀਵਨ ਨੂੰ ਉਹ ਬਦਲ ਦਿੰਦਾ ਹੈ ਤੁਹਾਡੇ ਜੀਵਨ ਨੂੰ। ਜਿੱਥੇ ਇਹ ਵਰਡ ਆਏ ਹਨ ਅੱਗੇ ਜਾ ਕੇ ਵੀਰ ਜੀ, ਇਸੀ ਸੁਖਮਨੀ ਬਾਣੀ ਵਿੱਚ ਇਹ ਵੀ ਵਰਡ ਆਏ ਹਨ ਅੱਗੇ ਜਾ ਕੇ ਕਿ ਜਾਂ ਕੋ ਆਪਣੀ ਕਰੇ ਬਖਸ਼ੀਸ, ਤਾਂ ਲੇਖਾ ਨਾ ਗਣੇ ਜਗਦੀਸ਼। ਇਹ ਵੀ ਵਰਡ ਆਏ ਹਨ ਜੀ। ਤੁਸੀਂ ਕਹੋ ਯਾਰ ਇਹ ਆਪੋਜ਼ਿਟ ਕਿੰਜ ਹੋ ਗਏ ਵਰਡ। ਇੱਕ ਜਗ੍ਹਾ ਕਹਿੰਦੇ ਹਨ ਨਾ ਹੀ ਚਾਰਾ, ਇੱਕ ਜਗ੍ਹਾ ਕਹਿੰਦੇ ਹਨ ਕਿ ਇਹ ਤੇ ਬੜੀ ਬਖਸ਼ਿਸ਼ ਤੇ ਤਾਂ ਉਦੋਂ ਤੇ ਲੇਖਾ ਜੋਖਾ ਹੀ ਨਹੀਂ ਹੁੰਦਾ ਉਸ ਬੰਦੇ ਦਾ। ਇਟ ਡਿਪੈਂਡਸ ਔਨ ਯੋਰ ਫਰੈਂਡਸ਼ਿਪ ਲੈਵਲ, ਇਟ ਡਿਪੈਂਡਸ ਔਨ ਯੋਰ ਲਵ। ਹਾਂਜੀ, ਬਾਬਰ ਬਾਣੀ ਵਿੱਚ ਕਈ ਵਾਰੀ ਕੁਐਸਚਨ, ਕੱਲ ਇੱਕ ਵੈਬਿਨਾਰ ਹੋਇਆ ਉੱਥੇ ਵੀ ਕੁਐਸਚਨ ਆਇਆ ਵਾਲਾ, ਆਈ ਵਿਸ਼ ਆਈ ਹੈਡ ਸਪੋਕਨ ਅਪ देयर, ਆਈ ਡਿਡ ਨਾਟ ਸਪੀਕ ਅਪ ਬਿਕਾਜ਼ ਆਈ ਥੌਟ ਕਿ ਐਪਰੋਪ੍ਰੀਏਟ ਨਹੀਂ ਸੀ, ਜਿਨ੍ਹਾਂ ਦਾ ਹੈ ਉਹਨਾਂ ਨੂੰ ਆਨਸਰ ਕਰਨੇ ਚਾਹੀਦੇ ਨੇ ਕੁਐਸਚਨ। ਬਟ ਲੈਟ ਮੀ, ਕਿਸੇ ਨੇ ਕੱਲ ਕੁਐਸਚਨ ਪੁੱਛਿਆ ਕਿ ਉੱਥੇ ਵੀ ਇੱਕ ਕਿਸਮ ਦੀ ਕੰਪਲੇਨ ਕੀਤੀ ਗੁਰੂ ਨਾਨਕ ਦੇਵ ਜੀ ਨੇ, ਕਿ ਉਹ ਜੀ ਤੈਂਕੀ ਦਰਦ ਨਾ ਆਇਆ, ਸਮਥਿੰਗ ਲਾਈਕ ਦੈਟ, ਕਿ ਬਾਬਰ ਬਾਣੀ ਵਿੱਚ ਵੀ ਵਰਡ ਆਏ ਹਨ। ਉੱਥੇ ਪਿਆਰ ਵਿੱਚ ਕੋਈ ਕੰਪਲੇਨ ਨਹੀਂ ਹੁੰਦੀ। ਇਹ ਦੈਟਸ ਵਾਟ ਪੀਪਲ ਡੋਂਟ ਅੰਡਰਸਟੈਂਡ। ਗੁਰੂ ਨਾਨਕ ਦਾ ਰਿਸ਼ਤਾ ਜਿਹੜਾ ਰੱਬ ਨਾਲ ਸੀ ਨਾ, ਜਿਹੜਾ ਉਹ ਰਿਸ਼ਤਾ ਮੇਰਾ ਤੁਹਾਡਾ ਨਹੀਂ ਹੈ। ਹੁਣ ਸੋਚ ਕੇ ਦੇਖੋ, ਪ੍ਰੈਜ਼ੀਡੈਂਟ ਬਾਈਡਨ ਤੁਹਾਡਾ ਅਗਰ ਜਿਗਰੀ ਯਾਰ ਹੋਵੇ ਤੁਹਾਡਾ, ਹਾਂਜੀ, ਬੈਠਾ ਹੋਏ ਤੁਹਾਡੇ ਨਾਲ ਤੇ ਤੁਹਾਨੂੰ ਉਹਨੂੰ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਕਿਸੇ ਨਾਲ, ਹਾਂਜੀ, ਉਹ ਨਹੀਂ, ਉਹਨੂੰ ਨਹੀਂ ਜਾਣਾ, ਉਹਨੂੰ ਦਰਵਾਜ਼ੇ ਨਹੀਂ ਖਟਕਾਣੇ ਪੈਂਦੇ, 50 ਦਰਵਾਜ਼ੇ ਵਾਈਟ ਹਾਊਸ ਦੇ ਮਿਲਣ ਵਾਸਤੇ, ਤੁਹਾਨੂੰ ਖਟਕਾਣੇ ਪੈਣਗੇ, ਹਾਂਜੀ। ਤੇ ਆਰਤੀ ਦੀ ਚੌਂਕੀ ਰੋਜ਼ ਲੱਗਦੀ ਹੈ ਨਾ ਗੁਰਦੁਆਰਿਆਂ 'ਚ, ਤੇ ਆਰਤੀ ਦੀ ਚੌਂਕੀ ਕਬੀਰ ਸਾਹਿਬ ਦੀ ਜਦੋਂ ਆਰਤੀ ਆਉਂਦੀ ਹੈ ਤੇ ਕੀ ਹੈ, ਦੋਇਸਰ ਮੰਗੋ ਚੂਨਾ ਦਾਲ ਘਿਓ ਸੰਗ ਲੂਣਾ, ਹਾਂਜੀ, ਚੀਜ਼ਾਂ ਮੰਗੀਆਂ ਨਾ ਸਾਰੀਆਂ ਉੱਥੇ। ਤੇ ਧੰਨਾ ਜੀ ਦੀ ਆਰਤੀ ਦੀ ਲਾ ਲਓ, ਉੱਥੇ ਵੀ ਚੀਜ਼ਾਂ ਮੰਗੀਆਂ ਉਹਨਾਂ ਨੇ, ਦਿਓ ਜੀ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਚੀਜ਼ਾਂ, ਹਾਂਜੀ। ਪਿਆਰ 'ਚ ਲੈਣ ਦੇਣ ਨਹੀਂ ਹੈ ਕੋਈ, ਪਿਆਰ 'ਚ ਕੋਈ ਕੰਪਲੇਨ ਨਹੀਂ ਹੈ ਕੋਈ। ਪਿਆਰ ਵਾਲਾ ਜਿਹੜੇ ਹਨ, ਜਿਨ੍ਹਾਂ ਨਾਲ ਬਹੁਤਾ ਸਨੇਹ ਹੋਵੇ, ਜਿਹਦਾ ਤੁਹਾਡਾ ਕੋਈ ਜਿਗਰੀ ਯਾਰ ਦੋਸਤ ਹੋਵੇ ਕੋਈ ਬਹੁਤ ਜ਼ਿਆਦਾ, ਉੱਥੇ ਜਿਹੜੀਆਂ ਚੀਜ਼ਾਂ ਹਨ ਨਾ, ਜਿਹੜੀਆਂ ਉਸ ਲੈਵਲ ਦੀਆਂ, ਉੱਥੇ ਜੋ ਕੁਝ ਬੰਦਾ ਮੰਗ ਸਕਦਾ ਹੈ, ਉੱਥੇ ਕੋਈ ਮੰਗਣ ਸ਼ਰਮ ਨਹੀਂ ਹੈ ਕੋਈ। ਤੁਸੀਂ ਸੋਚ ਕੇ ਦੇਖੋ, ਤੁਸੀਂ ਇੱਕ ਗੱਲ, ਜਸਟ ਸਟੇ ਬੈਕ ਫॉर 1 ਸੈਕਿੰਡ ਦੋ। 12 ਸਾਲ ਦਾ ਬੱਚਾ ਹੋਵੇ, ਚਾਹੇ 18 ਸਾਲ ਦਾ ਬੱਚਾ ਹੋਵੇ, ਚਾਹੇ 25 ਸਾਲ ਦਾ, ਉਹਨੂੰ ਕਦੀ ਮਾਪਿਓ ਕੋਲੋਂ ਮੰਗਣ 'ਚ ਕਦੀ ਸੰਗ ਆਇਆ? ਕਦੀ ਸੋਚਿਆ ਕਿਸੇ ਬੱਚੇ ਨੇ
ਹੈ ਸਾਡੇ ਤੇ ਬੱਚੇ ਹੈ ਨਾ ਆਪਣੇ, I have a son and a daughter। ਉਹ ਕਦੀ ਮਾਪਿਓ ਕੋਲ ਕੋਈ ਚੀਜ਼ ਮੰਗਣ ਕਿਸੇ ਨੂੰ ਸੰਗ ਆਇਆ ਕਦੀ ਅੱਜ ਤੱਕ? ਕਦੀ ਕੋਈ? ਹਾਂ ਵੱਡੇ ਹੋ ਜਾਣ, ਪੈਸੇ ਕਮਾਣੇ ਸ਼ੁਰੂ ਕਰ ਦੇਣ, ਹਾਂਜੀ, ਫਿਰ ਸ਼ਾਇਦ ਮੰਗਣ ਸੰਗ ਆ ਜਾਏ, ਯਾਰ ਆਪੇ ਕਮਾਉਂਦੇ ਆ ਆਪੇ ਕਰ ਲੋ, ਫਿਰ ਵੀ ਕੋਈ ਚੀਜ਼ ਵੱਡੀ ਖਰੀਦਣੀ ਪੈ ਜਾਏ ਘਰ, ਹੈ। I had my father help me in all my important financial, buying a house, for example। ਕਈਆਂ ਦਾ ਨਹੀਂ, ਪਰ I'll accept that in front of everybody here। ਉੱਥੇ ਕੋਈ ਸੰਗ ਨਹੀਂ ਹੈ, ਉੱਥੇ ਕੋਈ ਸੱਚ, ਉੱਥੇ ਕੋਈ ਸੋਚ ਨਹੀਂ ਹੈ ਕੋਈ, ਹਾਂਜੀ। ਜਿਹਦੇ ਨਾਲ ਪਿਆਰ ਹੋਵੇ ਉੱਥੇ ਸੰਗ ਨਹੀਂ ਹੁੰਦਾ ਕੋਈ। ਉੱਥੇ ਮੰਗਣਾ ਚਾਹੇ ਜੋ ਮਰਜ਼ੀ ਮੰਗ ਸਕਦਾ ਹੈ, ਤੇ ਉੱਥੇ ਫਿਰ ਕੰਪਲੇਨ ਨਹੀਂ ਹੈ। ਉੱਥੇ ਯਾਰ ਨਾਲ ਆਪਣੇ ਗੱਲ ਕਰਦੇ ਪਏ, ਯਾਰ ਤੈਨੂੰ ਯਾਰ ਇਹ ਸਮਝ ਨਹੀਂ ਆਈ ਗੱਲ ਹੈ, ਕੀ ਹੋ ਰਿਹਾ ਯਾਰ ਇੱਥੇ, ਦੇਖੋ ਕਿਤਨੇ ਦੁਨੀਆ ਚ, ਤੁਸੀਂ ਨਹੀਂ ਕਹਿ ਸਕਦੇ ਲੇਕਿਨ ਉਹ ਕਹਿ ਸਕਦੇ। ਕਿਉਂ? ਉਹਨਾਂ ਦੇ ਤੁਸੀਂ ਵੀ ਕਹਿ ਸਕਦੇ ਹੋ, ਜੇ ਤੁਹਾਡੀ ਹੋਵੇ ਰਿਲੇਸ਼ਨਸ਼ਿਪ ਹੋਵੇ, ਫਿਰ ਬਣਾਓ ਉਹ ਜੀ ਰਿਲੇਸ਼ਨਸ਼ਿਪ। ਫਿਰ ਦੇ ਧੰਨੇ ਵਰਗੀ ਰਿਲੇਸ਼ਨਸ਼ਿਪ ਹੈ, ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਦਿਓ ਅਨਾਜ, 87 ਵਾਲਾ ਅਨਾਜ ਚਾਹੀਦਾ, ਮੈਨੂੰ ਘਰ ਕੀ ਗਹਿਨ ਅੱਛੀ ਚਾਹੀਦੀ ਹੈ, ਮੈਨੂੰ ਮੰਗ ਸਕਦੇ ਹੋ ਤੁਸੀਂ। ਹਿੰਮਤ ਹੈ ਨਾ ਮੰਗਣ ਦੀ। ਤੁਸੀਂ ਅਰਦਾਸ ਕਰ ਸਕਦੇ ਹੋ, ਮੰਗ ਨਹੀਂ ਸਕਦੇ, ਤੂੰ ਡਿਮਾਂਡ ਨਹੀਂ ਕਰ ਸਕਦੇ ਤੁਸੀਂ। ਉਹ ਅਵਸਥਾ ਨਹੀਂ ਆਈ ਹਾਲੇ, ਭਗਤਾਂ ਚ ਆਈ ਹੈ ਲੇਕਿਨ ਅਵਸਥਾ। ਪਿਆਰ ਹੈ ਨਾ ਬੜਾ। ਤੇ ਜਿਹਦੀ 14 ਸਾਲ ਦੀ ਡਾਟਰ ਹੋਵੇ, 12 ਸਾਲ ਦੀ, ਉਹਨੇ ਕਦੇ ਸ਼ਰਮ ਕੀਤੀ ਆਪਣੇ ਫਾਦਰ ਕੋਲ ਕੋਈ ਚੀਜ਼ ਮੰਗਦਿਆਂ? ਉਹਦੇ ਕੋਈ ਹਿਚਕਚਾਹਟ ਹੈ ਅੰਦਰ ਕੋਈ? ਉਹਨੇ ਕਦੀ ਸੋਚਿਆ ਕੀ ਕਹਿਣਗੇ ਜੀ ਉਹ ਜੇ ਮੈਂ ਮੰਗ ਲਿੱਤਾ, ਮਾਈ ਮਮ, ਵਾਟ ਵਿਲ ਮਾਈ ਮਮ ਥਿੰਕ ਆਈ ਆਸਕ ਫॉर ਦਿਸ? ਉਹਨੇ ਕਦੀ ਇੱਕ ਸੈਕਿੰਡ ਵਾਸਤੇ ਬੱਚਾ ਨਹੀਂ ਸੋਚਦਾ। ਕਿਉਂ? ਉਹ ਰਿਲੇਸ਼ਨਸ਼ਿਪ ਹੋ ਜੀ ਉਹਦੀ। ਲੇਕਿਨ ਹੋਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਕਹੇਗਾ, ਆਪਣੇ ਮਾਮੇ ਨੂੰ ਸ਼ਾਇਦ ਨਾ ਕਵੇ, ਅਨਲੈਸ ਮਾਮੇ ਨਾਲ ਬਹੁਤ ਜ਼ਬਰਦਸਤ ਰਿਲੇਸ਼ਨਸ਼ਿਪ ਹੋਵੇ। ਆਪਣੇ ਚਾਚੇ ਜਾਂ ਤਾਏ ਨੂੰ ਨਾ ਕਹਿ ਸਕੇ ਉਹ ਗੱਲ, ਜਦ ਤੱਕ ਉਹ ਰਿਲੇਸ਼ਨਸ਼ਿਪ ਨਾ ਹੋਵੇ। ਪਰ ਜਿੱਥੇ ਰਿਲੇਸ਼ਨਸ਼ਿਪ ਹੋਵੇ ਉੱਥੇ ਕੋਈ ਸੰਗ ਨਹੀਂ ਹੈ ਕੋਈ। ਇਸੇ ਤਰ੍ਹਾਂ ਪਰਮਾਤਮਾ ਦੇ ਭਗਤਾਂ ਦੀ ਇਹ ਗੱਲ ਜਿੱਥੇ ਸ਼ੁਰੂ ਕਰਦੇ ਹਨ, ਜਿੱਥੇ ਇਸ ਅੰਤਹਾ ਪਿਆਰ ਜਿੱਥੇ ਹੋਵੇ, ਉੱਥੇ ਸੰਗ ਨਹੀਂ ਹੁੰਦਾ ਕੋਈ। ਨਾ ਸੰਗ ਹੁੰਦਾ ਤੇ ਨਾ ਡਿਫੀਟਿਸਟ ਐਟੀਟਿਊਡ ਹੁੰਦਾ। ਬੱਚੇ ਨੂੰ ਕਦੀ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਮੈਂ ਯਾਰ ਕੀ ਕਹਿ ਰਹੇ, ਮੈਨੂੰ ਇਹ ਕਰ ਲੋ, ਉਹ ਕਰ ਲੋ, ਫਲਾਣ ਕਰ ਲੋ, ਢਿੰਗਾਣ ਕਰ ਲੋ। ਤੇ ਜਿਹੜੇ ਮਾਪਿਓ ਕਹਿੰਦੇ ਨਹੀਂ ਤੁਹਾਡੇ ਭਲੇ ਵਾਸਤੇ ਕਰਦੇ ਪਏ ਨੇ, ਲੇਕਿਨ ਡਿਫੀਟਿਸਟ ਨਹੀਂ ਹੈ ਉੱਥੇ ਐਟੀਟਿਊਡ। ਬੱਚੇ ਨੂੰ ਮਹਿਸੂਸ ਹੁੰਦਾ ਡਿਫੀਟਿਸਟ ਐਟੀਟਿਊਡ ਕਿ ਯਾਰ ਮੈਨੂੰ ਕੋਈ ਚਾਰਾ ਹੀ ਨਹੀਂ ਹੈ, ਮੇਰੇ 12 ਸਾਲ ਦੀ ਉਮਰ ਹੈ, ਮੇਰੀ ਮਾਂ ਕਹਿ ਰਹੀ ਹੈ ਕਿ 10 ਵਜੇ ਸੋ ਜਾ ਤੂੰ, ਮੈਨੂੰ ਨਹੀਂ ਹੈ ਸੌਣ ਦਾ ਮਨ। ਤੇ ਜੇ ਜਿਸ ਦਿਨ ਉਸ ਬੱਚੇ ਨੂੰ ਸੋਝੀ ਆ ਜਾਵੇ ਕਿ ਨਹੀਂ 10 ਵਜੇ ਸੋਣਾ ਮੇਰੇ ਵਾਸਤੇ ਅੱਛਾ ਹੈ, ਉਸ ਗੱਲ ਦੀ ਸਮਝ ਜਦੋਂ ਆ ਜਾਵੇ ਤੇ ਫਿਰ ਉਹ ਲਾਈਨ ਫਿਰ ਉੱਥੇ ਲਾਗੂ ਨਹੀਂ ਹੁੰਦੀ। ਆਈ ਹੋਪ ਜੀ that this point was clarity ਹੋ ਗਈ ਹੋਵੇ ਇਸ ਇਸ਼ੂ ਦੀ, ਸੋ ਮੈਂ ਤਾਂ ਕਈ ਵਾਰੀ ਗੁਰੂ ਨਾਨਕ ਦੇਵ ਜੀ ਦੀ ਪਿਆਰ ਦੀ ਗੱਲ ਆਈ ਹੈ। ਦੇਖੋ ਉਹਨਾਂ ਦਾ ਪਿਆਰ ਆਪਣੀ ਸਿਸਟਰ ਨਾਲ ਹੈ ਸੀ ਨਾ, ਹਰ ਜਗ੍ਹਾ ਰਹੀ ਨਾ ਕਿ ਉਹ ਜਦੋਂ ਵਿਆਹ ਕੇ ਚਲੇ ਗਏ ਵਾਪਸ ਸੁਲਤਾਨਪੁਰ ਲੋਧੀ, ਤੇ ਇਤਨੇ ਤੜਪੇ ਉਹ, ਮਹਾਰਾਜ ਦੀ ਬਿਰਤੀ ਅੰਦਰੋਂ ਇਤਨੀ ਬਦਲ ਗਈ ਅੰਦਰੋਂ। ਵੈਸੇ ਵੀ ਪ੍ਰਮਾਤਮਾ ਨਾਲ ਜੁੜੇ, ਉਹਨਾਂ ਨੇ ਭੇਜ ਦਿੱਤਾ ਕਿ ਤੂੰ, ਉਹਨਾਂ ਨੇ ਭੈਣ ਨੇ ਚਿੱਠੀ ਲਿਖੀ ਮੈਨੂੰ ਭੇਜ ਦਿਓ। ਤੇ ਜਦੋਂ ਪਹਿਲੀ ਵਾਰੀ ਉਦਾਸੀਆਂ ਤੇ ਗਏ ਤੇ ਪੈਸੇ ਨਹੀਂ ਸਨ ਕੋਲ ਇੰਨੇ ਰਬਾਬ ਖਰੀਦਣ ਦੇ, ਰਬਾਬ ਵੀ ਉਹੀ ਚਾਹਦੀ ਸੀ ਫਰਿੰਦੇ ਵਾਲੀ। ਤੇ ਕੀ ਕੀਤਾ ਉਹਨਾਂ ਨੇ? ਕਿਤੇ ਕੋਲ ਗਏ ਪੁੱਛਣ ਵਾਸਤੇ, ਆਪਣੇ ਮਾਪੇ ਕੋਲ ਗਏ ਪੈਸੇ ਲੈਣ? ਨਹੀਂ, ਭੈਣ ਨੂੰ ਕਿਹਾ। ਭੈਣ ਵਿਆਹੀ ਹੋਈ ਹੈ ਹਾਲੇ। ਨਾਰਮਲੀ ਜਦੋਂ ਸਿਸਟਰ ਦਾ ਵਿਆਹ ਹੋ ਜਾਵੇ, ਛੋਟੀ ਹੋਵੇ ਵੱਡੀ ਹੋਵੇ, ਸਾਡੇ ਇੰਡੀਅਨ ਕਸਟਮ ਦੇ ਹਿਸਾਬ ਦੇ ਨਾਲ ਭੈਣਾਂ ਕੋਲ ਲੈਂਦੇ ਨਹੀਂ ਕੁਝ ਵੀ। ਭੈਣ ਦੇ ਘਰ ਦਾ ਨਹੀਂ ਇਹ ਨਹੀਂ ਕਰਨਾ, ਭੈਣਾਂ ਕੋਲ ਕੁਝ ਲੈਣਾ ਨਹੀਂ, ਇਹ ਇੱਕ ਟ੍ਰੈਡੀਸ਼ਨਲ ਹੈ। ਮੈਨੂੰ ਯਾਦ ਹੈ ਮੇਰੇ ਆਪਣੇ ਗ੍ਰੈਂਡ ਪੇਰੈਂਟ ਜਾ ਕੇ ਕਈ ਵਾਰੀ ਪਾਣੀ ਨਹੀਂ ਪੀਂਦੇ, ਸਾਡੇ ਪੇਦੇ ਧੀਆਂ ਦੇ ਘਰ ਦਾ ਨਹੀਂ ਕੁਝ ਖਾਣਾ, ਤੇ ਉਹਨਾਂ ਨੂੰ ਦੇਖੋ ਆਪਣੇ ਸਿਸਟਮ ਜਾ ਕੇ ਕਹਿੰਦੇ ਨੇ ਕਿ ਮੈਨੂੰ ਲੈ ਦੇ ਇਹ ਰਬਾਬ, ਮੈਨੂੰ ਲੈ ਕੇ ਦੇ, ਮੈਂ ਲੈਣੀ ਹੈ। ਕਿਉਂ? ਹਿਚਕਿਚਾਹਟ ਨਹੀਂ ਹੈ ਕੋਈ। ਉਸੇ ਤਰ੍ਹਾਂ ਪ੍ਰਮਾਤਮਾ ਦੇ ਪਿਆਰ ਕਰਨ ਵਾਲਿਆਂ ਦੇ ਅੰਦਰ ਹਿਚਕਿਚਾਹਟ ਲੈਵਲ ਹੈ ਤੁਹਾਡੇ ਲਵ ਦਾ, ਕਿਸ ਤਰ੍ਹਾਂ ਦਾ ਲਵ ਹੈ ਤੁਹਾਡੇ ਅੰਦਰ, ਉਹ ਲੈਵਲ ਡਿਕਟੇਟ ਕਰਦਾ ਹੈ ਤੁਹਾਡੀ ਰਿਲੇਸ਼ਨਸ਼ਿਪ ਕਿਹੋ ਜਿਹੀ ਹੈ ਕਿਸੇ ਨਾਲ। ਦੋ ਚਾਚੇ ਕਿਸੇ ਦੇ ਹੁੰਦੇ ਨੇ ਤੇ ਇੱਕ ਚਾਚੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਉਹਦੇ ਹਿਚਕਿਚਾਹਟ ਨਹੀਂ ਹੁੰਦੀ, ਪਰ ਕਿਸੇ ਨਾਲ ਹੋ ਜਾਂਦੀ ਹੈ, ਉਹਦੇ ਨਾਲ ਨਹੀਂ ਹੁੰਦਾ ਉਹ ਵਾਲੀ ਗੱਲ। ਬੱਚੇ ਨਾਲ ਹੁੰਦਾ ਆਪਣਾ ਪਿਆਰ, ਮਾਂ ਪਿਓ ਨਾਲ ਤੇ ਬਿਲਕੁਲ ਨਹੀਂ ਹੁੰਦਾ, ਉਹ ਰਿਸ਼ਤਾ ਅਲੱਗ ਹੈ। ਇੱਥੇ ਵੀ ਬ੍ਰਹਮ ਗਿਆਨੀ ਨਾਲ ਜਿਹੜਾ, ਆਈ ਹੋਪ ਵੀਰ ਜੀ that was clarity ਹੋ ਗਈ ਉਸ ਇਸ਼ੂ ਦੀ, ਲੈਵਲ ਦੀ ਗੱਲ ਹੈ, ਆਪਣੇ ਆਪਣੇ ਪਿਆਰ ਦੀ ਗੱਲ ਹੈ। ਤੇ ਬ੍ਰਹਮ ਗਿਆਨੀ ਵਾਲੀ ਜਿਹੜੀ ਅਸ਼ਪਦੀ ਵਿੱਚ ਇਸ ਗੱਲ ਦਾ ਨਿਰੂਪਣ ਕਰਾਉਂਦੇ ਹਨ ਗੁਰੂ, ਇਸ ਗੱਲ ਦਾ ਦਿਲਾਸਾ ਦਿਲਾਉਂਦੇ ਹਨ ਗੁਰੂ ਕਿ ਤੂੰ ਜੇ ਇਹਨਾਂ ਦੀ ਸੰਗਤ ਕਰੇਗਾ ਨਾ, ਤੂੰ ਅਗਰ
ਤੇ ਇਹਨਾਂ ਵਰਗਾ ਬਣ ਜਾਏਗਾ ਤੂੰ। ਇਸ ਗੱਲ ਦੀ ਗਾਰੰਟੀ ਦਿੰਦੇ ਹਨ ਗੁਰੂ ਕਿ ਤੂੰ ਇਹਨਾਂ ਦੀ ਸੰਗਤ ਕਰ, ਇਹਨਾਂ ਨਾਲ ਉੱਠਣਾ ਬੈਠਣਾ ਰੱਖ ਲੈ ਆਪਣਾ, ਦੇਖ ਤੈਨੂੰ ਕੀਰਤਨ ਸਿੱਖਣ ਦਾ ਸ਼ੌਕ ਪੈਦਾ ਹੋ ਜਾਏਗਾ, ਦੇਖ ਤੇਰੇ ਅੰਦਰ ਬਾਣੀ ਸਮਝਣ ਦਾ ਸ਼ੌਕ ਪੈਦਾ ਹੋ ਜਾਏਗਾ, ਦੇਖ ਤੇਰੇ ਅੰਦਰ ਗੁਰੂ ਦਾ ਮਿਲਣ ਦਾ ਸ਼ੌਕ ਪੈਦਾ ਹੋ ਜਾਏਗਾ, ਦੇਖ ਤੇਰੇ ਅੰਦਰ ਪ੍ਰਮਾਤਮਾ ਰੋਜ਼ ਚੱਲੇਗੀ। ਤੇ ਮੈਂ ਗੱਲ ਯਾਦ ਰੱਖਣਾ, ਜਿਤਨੀਆਂ ਕਿਤਾਬਾਂ ਪੜ੍ਹ ਲਓ, ਜਿਤਨੇ ਸੈਮੀਨਾਰ ਅਟੈਂਡ ਕਰ ਲਓ, ਹਜ਼ਾਰਾਂ ਸੰਗੀਤ ਦੀਆਂ ਕਿਤਾਬਾਂ ਪੜ੍ਹ ਲਓ, ਹਜ਼ਾਰਾਂ ਟੀਕੇ ਜਪਜੀ ਸਾਹਿਬ ਦੇ ਪੜ੍ਹ ਲਓ, ਹਜ਼ਾਰਾਂ ਸੰਗੀਤ ਦੀਆਂ ਕਿਤਾਬਾਂ ਪੜ੍ਹ ਲਓ, ਕਰੋੜਾਂ ਪ੍ਰੋਫੈਸਰਾਂ ਨੂੰ ਬੁਲਾ ਕੇ ਉਹਨਾਂ ਕੋਲ ਸਮਝਾ ਲਵੋ, ਜੇ ਤੁਹਾਡੇ ਅੰਦਰ ਪ੍ਰਮਾਤਮਾ ਮਿਲਣ ਦੀ ਰੋਹ ਨਹੀਂ ਪੈਦਾ ਹੋਈ ਨਾ ਅੰਦਰ, ਜੇ ਤੁਹਾਡੇ ਅੰਦਰ ਉਸ ਮਾਲਕ ਨੂੰ ਮਿਲਣ ਦੀ ਅੰਦਰੋਂ ਇੱਛਾ ਨਹੀਂ ਪੈਦਾ ਹੋਈ ਅੰਦਰ, ਔਰ ਇੱਛਾ ਪੈਦਾ ਹੋ ਕੇ ਉਸ ਤਰਫ ਕਦਮ ਨਹੀਂ ਪੁੱਟੇ ਨਾ, ਇਹ ਸਭ ਬੇਕਾਰ ਹੈ, ਇਹ ਸਭ ਦਿਖਾਵਾ ਹੈ, ਕਿਸੇ ਗੱਲ ਦੀ ਨਹੀਂ, ਕਿਸੇ ਚੀਜ਼ ਦੀ ਇੰਪੋਰਟੈਂਸ ਨਹੀਂ ਹੈ। ਐਕੈਡੈਮਿਕ ਪਰਸੂਟ ਜਿਹੜੀ ਹੈ ਉਹ ਜੀਵਨ ਵਿੱਚ ਇੰਪੋਰਟੈਂਟ ਹੈ, ਪੈਸੇ ਕਮਾਉਣ ਵਿੱਚ। ਸਪਿਰਿਚੁਅਲ ਜਿਹੜੀ ਪ੍ਰੋਗਰੈਸ ਜਿਹੜੀ ਹੈ ਉਹਦੇ ਵਿੱਚ ਐਕੈਡੈਮਿਕ ਪਰਸੂਟ ਦਾ ਕੋਈ ਮਤਲਬ ਨਹੀਂ ਹੈ, ਇੱਥੇ ਪਿਆਰ ਦਾ ਮਤਲਬ ਹੈ ਸਾਰਾ। ਤੇ ਇਸ ਅਸ਼ਪਦੀ ਤੋਂ ਬਾਅਦ ਅਗਲੀ ਅਸ਼ਪਦੀ ਵਿੱਚ ਮਹਾਰਾਜ ਇਸ ਗੱਲ ਦਾ ਨਿਰੂਪਣ ਕਰਾਉਂਦੇ ਹਨ, ਦੇਖ ਹਿੰਦੂ ਹੈ ਨਾ ਸਾਰੇ ਸੁਣਨ ਵਾਲੇ ਮੋਸਟਲੀ, ਕਿ ਨਿਰੂਪਣ ਇਸ ਗੱਲ ਦਾ ਕਰਾਉਂਦੇ ਹਨ ਕਿ ਦੇਖ ਅਪਰਸ ਜਿਹੜੇ ਹਨ ਜਿਨ੍ਹਾਂ ਨੂੰ ਤੂੰ ਅਪਰਸ ਸਮਝਿਆ ਉਹ ਅਸਲੀ ਅਪਰਸ ਨਹੀਂ ਹਨ। ਅਪਰਸ ਕੌਣ ਹਨ? ਅਪਰਸ ਉਹ ਹਨ ਜਿਨ੍ਹਾਂ ਦੀਆਂ ਅੱਖਾਂ ਬੁਰਾ ਨਹੀਂ ਦੇਖਦੀਆਂ, ਅਪਰਸ ਉਹ ਹਨ ਜਿਨ੍ਹਾਂ ਦੀ ਜ਼ਬਾਨ ਨਿੰਦਿਆ ਨਹੀਂ ਸੁਣਦੀ, ਅਪਰਸ ਉਹ ਹਨ ਜਿਨ੍ਹਾਂ ਦੇ ਕੰਨ ਨਿੰਦਾ ਨਹੀਂ ਸੁਣਦੇ, ਅਪਰਸ ਉਹ ਹਨ, ਮੈਂ ਪੜ੍ਹ ਦੇਣਾ ਲਾਈਨ, ਜਿਨ੍ਹਾਂ ਦੇ ਮਿੱਥਿਆ ਨਾ ਹੀ ਰਸਨਾ ਪਰਸ, ਜਿਨ੍ਹਾਂ ਦੇ ਨੀ ਮੂੰਹ ਤੇ ਝੂਠ ਆਂਦਾ ਹੀ ਨਹੀਂ, ਜਿਨ੍ਹਾਂ ਉਹ ਅਪਰਸ ਹਨ। ਹੁਣ ਕਿਸਾ ਨਾ ਆਏ ਝੂਠ, ਉਹ ਮਿੱਥਿਆ ਨਾ ਹੀ ਰਸਨਾ ਪਰਸ ਹੈ ਵਰਡ ਆਏ ਹਨ ਇੱਥੇ, ਮਤਲਬ ਉਹ ਆਂਦੀ ਨਹੀਂ, ਝੂਠ ਆਂਦਾ ਹੀ ਨਹੀਂ ਹੁੰਦਾ। ਇੱਕ ਤੇ ਆਂਦਾ ਕਿ ਕੋਸ਼ਿਸ਼ ਕਰਨੀ ਪੈਂਦੀ ਸੀ ਪਹਿਲਾਂ, ਕੋਸ਼ਿਸ਼ ਨਹੀਂ ਕਰ ਰਿਹਾ, ਉਹ ਆਂਦਾ ਹੀ ਨਹੀਂ ਝੂਠ। ਤੇ ਮਿੱਥਿਆ ਮਨ ਮੈਂ ਪ੍ਰੀਤ ਨਿਰੰਜਨ ਦਰਸ, ਹੁਣ ਅੰਦਰ ਲੋ ਲੱਗੀ ਹੈ ਪ੍ਰਮਾਤਮਾ ਮਿਲਣ ਦੀ, ਅੰਦਰ ਉਸ ਨਿਰੰਜਨ ਨੂੰ ਦੇਖਣ ਦੀ ਲੋ ਲੱਗੀ ਹੋਈ ਹੈ ਨਾ। ਕਈਆਂ ਦੇ ਸ਼ੌਕ, ਆਈ ਐਮ ਇਨ ਅ ਪ੍ਰੋਫੈਸ਼ਨ, ਕਈਆਂ ਦਾ ਗੋਲ ਹੁੰਦਾ ਲਾਈਫ ਵਿੱਚ ਇਹ ਕਰਨਾ ਮੈਂ ਜ਼ਰੂਰ ਕੰਮ, ਹੈ ਨਾ, ਇਹ ਫਲਾਣੀ ਗੱਲ ਕਰਨੀ ਹੈ, PhD ਲੈਣੀ ਹੈ, ਮੈਂ ਵੱਡੇ ਘਰ ਲੈਣਾ ਹੈ, ਮੈਂ ਫਲਾਣੀ ਗੱਲ ਕਰਨੀ ਹੈ, ਮੈਂ ਢਿੰਗਾਣੀ ਗੱਲ ਕਰਨੀ ਹੈ, ਮੈਂ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਬਣਨਾ ਹੈ। ਤੇ ਪ੍ਰਮਾਤਮਾ ਦੇ ਭਗਤਾਂ ਦੇ ਵਿੱਚ ਇੱਕ ਸ਼ੌਕ ਹੁੰਦਾ ਹੈ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ, ਖਾਲੀ ਬਸ ਮੈਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ ਜੀਵਨ ਮਰਨ ਤੋਂ ਪਹਿਲੇ, ਬਾਕੀ ਕਿਸੇ ਚੀਜ਼ ਦੀ ਇੰਪੋਰਟੈਂਸ ਨਹੀਂ। ਜੇ ਮੇਰੇ ਮੰਨੋ ਮੇਰੀ ਗੱਲ, ਤੁਸੀਂ ਹਜ਼ਾਰਾਂ ਕੁਛ ਵੀ ਕਰ ਲਓ ਤੁਸੀਂ, it doesn't matter what you do to me, ਜੇ ਇਹ ਨਹੀਂ ਹੋਈ ਨਾ ਅੰਦਰ ਤੇ ਕੁਛ ਵੀ ਨਹੀਂ ਹੈ। ਮੇਘ ਬਿਨਾ ਜੋ ਖੇਤੀ ਜਾਏ ਦੀ ਅਵਸਥਾ ਹੈ ਉਹ ਵਾਲੀ। ਤੇ ਸਾਧ ਕੀ ਟਹਿਲ ਕਰੇ ਸੰਤ, ਹੁਣ ਸੇਵਾ ਦਾ ਰੋਹ ਅੰਦਰ ਜਾਗਿਆ ਹੋਇਆ ਹੈ, ਜ਼ਬਾਨ ਨਿੰਦਿਆ ਨਹੀਂ ਬੋਲਦੀ ਪਈ, ਇਹ ਅਪਰਸ ਹੈ। ਤੇ ਅਗਲੇ ਜਾ ਕੇ ਫਿਰ ਅਪਰਸ ਤੋਂ ਬਾਅਦ ਫਿਰ ਜਾ ਕੇ ਵੈਸ਼ਨੋ ਦੀ ਦਿੰਦੇ ਹਨ ਕਿ ਵੈਸ਼ਨੋ ਕੌਣ ਹੈ? ਖਾਲੀ ਵਿਸ਼ਨੂੰ ਦਾ ਭਗਤ ਵੈਸ਼ਨੋ ਨਹੀਂ ਹੈ, ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਜਿਹਦੇ ਉੱਤੇ ਉਹ ਖੁਸ਼ ਹੋ ਗਿਆ ਉਹ ਵੈਸ਼ਨੋ ਹੈ। ਅੱਗੇ ਜਾ ਕੇ ਵੈਸ਼ਨੋ ਦੀ ਡੈਫੀਨੇਸ਼ਨ ਦਿੰਦੇ ਆ, ਹਾਂਜੀ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਬਿਸਨ ਇੱਥੇ ਵਰਡ ਵਿਸ਼ਨੂੰ ਵਾਸਤੇ ਆਇਆ ਹੈ, ਵਿਸਨ ਦੀ ਮਾਇਆ ਤੇ ਹੋਏ ਭਿੰਨ, ਮਤਲਬ ਉਹਦੀ ਮਾਇਆ ਤੋਂ ਜਿਹੜਾ ਅਲੱਗ ਹੋ ਜਾਵੇ, ਭਾਵ ਉਹਦੀ ਕ੍ਰੀਏਸ਼ਨ ਨੂੰ, ਕ੍ਰੀਏਸ਼ਨ ਵਿੱਚੋਂ ਕ੍ਰੀਏਟਰ ਨੂੰ ਦੇਖ ਲਵੇ। ਜਿਹੜਾ ਅਸੀਂ ਹਿੰਦੀ ਦੇਖ, ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਪਈਆਂ ਹਨ, ਜਿਹੜੀਆਂ ਜਿਸ ਚੀਜ਼ਾਂ ਨਾਲ ਸਾਡਾ ਬਹੁਤਾ ਪਿਆਰ ਹੈ, ਉਹ ਤੁਹਾਡੀ ਵਾਈਫ ਹੈ, ਸਪਾਊਸ ਹੈ, ਬੱਚੇ ਹਨ, ਜੌਬ ਹੈ, ਪੈਸਾ ਹੈ, ਐਜੂਕੇਸ਼ਨ ਹੈ, ਜਿਸ ਚੀਜ਼ ਤੋਂ ਤੁਹਾਡੀ ਨਜ਼ਰ, ਜਿਹੜੀਆਂ ਚੀਜ਼ਾਂ ਆਉਂਦੀਆਂ ਉਹਦੇ ਪਿੱਛੇ ਜਿਹੜਾ ਬੈਠਿਆ ਹੋਇਆ ਉਹ ਨਜ਼ਰ ਆ ਜਾਵੇ। ਬਿਸਨ ਕੀ ਮਾਇਆ ਤੇ ਹੋਏ ਭਿੰਨ, ਜਿਹੜਾ ਦੇਖ ਲਵੇ ਦੋਨੋਂ ਚੀਜ਼ਾਂ ਨੂੰ, ਕ੍ਰੀਏਟਰ ਕੌਣ ਹੈ ਤੇ ਕ੍ਰੀਏਸ਼ਨ ਕੀ ਹੈ, ਜਿਹੜੀ ਉਹ ਵੈਸ਼ਨੋ ਹੈ। ਅੱਗੇ ਜਾ ਕੇ ਫਿਰ ਭਗਵਤੀ ਦੀ ਡਿਸਕਸ਼ਨ ਦਿੰਦੇ ਹਨ। ਭਗਵਤੀ ਕੌਣ ਹੈ? ਕੌਣ ਹੈ ਭਗਵਤੀ? ਭਗਵਤੀ ਭਗਵੰਤ ਭਗਤ ਦਾ ਰੰਗ ਹੈ, ਜਿਹੜਾ ਜਿਹਦੇ ਅੰਦਰ ਭਗਤੀ ਦਾ ਰੰਗ ਚੜਿਆ ਹੋਵੇ ਉਹ ਭਗਵਤੀ ਹੈ। ਇਹ ਟ੍ਰੈਡੀਸ਼ਨਲ ਹਿੰਦੂਇਜ਼ਮ ਦੇ ਜਿਹੜੇ ਵਰਡ ਆਏ ਹਨ ਗੁਰਬਾਣੀ ਵਿੱਚ, ਉਹਨਾਂ ਦਾ ਨਿਰੂਪਣ ਕਰਾਉਂਦੇ ਹਨ ਗੁਰੂ ਮਹਾਰਾਜ, ਉਹਨਾਂ ਦੀ ਡੈਫੀਨੇਸ਼ਨ ਦਿੰਦੇ ਹਨ ਮਹਾਰਾਜ, ਸਮਝਾਉਂਦੇ ਹਨ ਉਸ ਚੀਜ਼ ਨੂੰ ਪਿਆਰ ਨਾਲ। ਹਿੰਦੂ ਜਿਹੜੀ ਆਡੀਅנס ਜਿਹੜੀ ਮੋਸਟਲੀ ਹਿੰਦੂ ਹੈ ਉਸ ਵੇਲੇ, somebody said, which is somebody have their hand raised from a long time. I think they have a question. Just let me finish Evali cheese at a logical end. मैं ना बहुत ਕੀ ਕਹਿੰਦੇ ਨੇ, I'm not a technically savvy person though, so ਮੈਨੂੰ ਪਤਾ ਵੀ ਨਹੀਂ ਲੱਗਦਾ ਕਿਨੇ hand ਖੜਾ ਕੀਤਾ ਹੈ. It's better that you unmute yourself and ask the question. It's much better for me. But let me just finish this thing here. Virji, we had stopped at the end of Ashtapadi number 8.
So we had not done 9. Are we going to go through the whole thing, or are you? Let me. I didn't realize I've started on this journey. Let me No, finish. that's fine. That's perfect. Yeah. So ਹੁਣ ਪੰਡਿਤ ਦੀ ਡੈਫੀਨੇਸ਼ਨ ਦਿੰਦੇ ਹਨ ਕਿ ਪੰਡਿਤ ਕੌਣ ਹੈ ਹੁਣ ਪੰਡਿਤ ਦੀ ਡੈਫੀਨੇਸ਼ਨ ਅਗਰ ਤੁਸੀਂ ਸਟੈਂਡਰਡ ਡੈਫੀਨੇਸ਼ਨ ਪੰਡਿਤ ਦੀ ਦਿਓਗੇ ਤੇ ਪੰਡਿਤ ਦੀ ਡੈਫੀਨੇਸ਼ਨ ਹੁੰਦੀ ਹੈ ਜਿਹੜਾ ਬਹੁਤ ਪੜ੍ਹਿਆ ਲਿਖਿਆ ਹੋਵੇ, ਆਲਮ ਹੋਵੇ, ਜਿਹੜਾ ਫਾਜ਼ਲ ਹੋਵੇ, ਉਹਨੂੰ ਪੰਡਿਤ ਕਿਹਾ ਜਾਂਦਾ ਹੈ। ਹਾਂਜੀ, ਤੇ ਜਿਹੜੇ ਸਾਡੇ ਗ੍ਰੰਥਾਂ ਵਿੱਚ ਜਿਹੜੇ ਵੱਡੇ ਹੋਏ ਹਨ, ਸਪੈਸ਼ਲੀ ਜਿਹੜੇ ਕਈ ਸਿੱਖ ਸਮੁਦਾਵਾਂ ਦੇ ਵਿੱਚ ਉਦਾਸੀ ਹਨ, ਜਿਹੜੇ ਫॉर ਐਗਜ਼ਾਮਪਲ ਉਹਨਾਂ ਵਿੱਚ ਪੰਡਿਤ ਤਾਰਾ ਸਿੰਘ ਨਰੋਤਮ, ਉਹਨਾਂ ਵਿੱਚ ਜਿਹੜੀਆਂ ਕਈਆਂ ਦੇ ਵਰਡ ਪੰਡਿਤ ਅੱਗੇ ਐਡ ਕੀਤਾ ਜਾਂਦਾ ਸੀ। ਪੰਡਿਤ ਜਿਹੜਾ ਬਹੁਤ ਆਲਮ ਫਾਜ਼ਲ ਹੋਵੇ ਉਸਨੂੰ ਪੰਡਿਤ ਕਹਿੰਦੇ ਹਨ। ਮਹਾਰਾਜ ਇੱਥੇ ਪੰਡਿਤ ਦੀ ਡੈਫੀਨੇਸ਼ਨ ਬਦਲ ਦਿੰਦੇ ਹਨ ਇਸ ਅਸ਼ਟਪਦੀ ਵਿੱਚ। ਕਿਉਂ? ਉਹ ਕਹਿੰਦੇ ਹਨ ਜੇ ਆਲਮ ਫਾਜ਼ਲ ਵੀ ਹੋ ਗਿਆ, ਕਰੋੜਾਂ ਕਿਤਾਬਾਂ ਧਰਮ ਦੀਆਂ ਪੜ੍ਹ ਲਿੱਤੀਆਂ ਉਸਨੇ, ਸਭ ਕੁਝ ਪੜ੍ਹ ਲਿੱਤਾ ਉਸਨੇ, ਸਭ ਕੁਝ ਜਾਣ ਲਿੱਤਾ, ਵੱਡੇ ਤੋਂ ਵੱਡੇ ਪ੍ਰੋਫੈਸਰ ਬਣ ਗਿਆ, ਤੇ ਜੇ ਅਸਲੀ ਰੋਹ ਨਾ ਚੱਲੀ ਉਹਦੇ ਅੰਦਰ ਤਾਂ ਕਿਸ ਗੱਲ ਦਾ ਪੰਡਿਤ ਹੋਇਆ? ਉਹ ਪੰਡਿਤ ਕਿਸੇ ਕੰਮ ਦਾ ਨਹੀਂ। ਉਹ ਪੰਡਿਤ ਸਿਰਫ ਨਾ, ਉਹਨੇ ਮਰਨ ਤੋਂ ਬਾਅਦ ਕੁਝ, ਉਹ ਫਿਰ ਜੀਵਨ ਮਰਨ ਚ ਆਏਗਾ ਉਹ ਪੰਡਿਤ। ਸੋ ਦੇਖੋ ਕੀ ਵਰਡ ਯੂਜ਼ ਕਰਦੇ ਹਨ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ में सोध है। ਇਹ ਪੰਡਿਤ ਦੀ ਡੈਫੀਨੇਸ਼ਨ ਹੈ। ਪੰਡਿਤ ਅਸਲੀ ਉਹ ਹੈ ਜਿਹੜਾ ਸਿਰਫ ਪੜ੍ਹਿਆ ਲਿਖਿਆ ਨਾ ਹੋਵੇ, ਪ੍ਰਮਾਤਮਾ ਦਾ ਨਾਮ ਅੰਦਰ ਸੋਧਿਆ ਹੋਵੇ ਜਿਸਨੇ, ਉਹ ਪੰਡਿਤ ਹੈ। ਤੇ ਕਰੋੜਾਂ ਡਿਗਰੀਆਂ ਹੈਂਡਲ ਕਰ ਲਵੇ, ਇੱਕ ਡਿਗਰੀ ਛੋੜੋ, ਮੈਂ ਕਹਿੰਦਾ ਉਹਦੀ ਬਾਇਓ ਡੇਟਾ ਹੋਵੇ ਜਿਹੜੀ 50 ਪੇਜ ਦੀ ਹੋਵੇ, ਇਤਨੀਆਂ ਡਿਗਰੀਆਂ ਹੋਣ, ਤੇ ਲੈ ਲਵੇ ਡਿਗਰੀਆਂ ਇੰਨੀਆਂ ਜਾ ਕੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਪੁੱਛੇ, ਮਹਾਰਾਜ ਮੈਂ ਇੰਨੀਆਂ ਡਿਗਰੀਆਂ ਲੈ ਆਇਆ, ਨਾਮ ਦੀ ਪ੍ਰਾਪਤੀ ਹੋ ਜਾਏਗੀ, ਤੇ ਅਗਲੇ ਦੇਖੋ ਕੀ ਜਵਾਬ ਦੇਣਗੇ ਅੱਗੇ ਤੁਹਾਨੂੰ। ਇੱਥੇ ਕਬੀਰ ਪਹੁੰਚੇ ਹਨ, ਖਾਲੀ ਇੱਥੇ ਨਾਮਦੇਵ ਪਹੁੰਚੇ ਹਨ, ਹੈ ਨਾ। ਇੱਥੇ ਉਹ ਤੇ ਪਹੁੰਚ ਗਏ, ਉਹਨਾਂ ਕੋਲ ਤੇ ਨਹੀਂ ਸਨ ਡਿਗਰੀਆਂ, ਉਹ ਤੇ ਪਹੁੰਚ ਗਏ ਉੱਥੇ। ਪਰ ਇੱਥੇ ਸ਼ੁਕਰ ਕਰੋ, ਮੈਂ ਕਹਿੰਦਾ ਕਈ ਵਾਰੀ ਬੰਦੇ ਨੂੰ ਹੋ ਜਾਂਦਾ, ਇੱਥੇ ਪੜ੍ਹੇ ਲਿਖੇ ਵੀ ਪਹੁੰਚੇ ਹਨ, ਇੱਥੇ ਰਾਮਾਨੰਦ ਵੀ ਪਹੁੰਚੇ ਹਨ, ਇੱਥੇ ਫਾਜ਼ਲ ਸਨ। ਇੱਥੇ ਭਾਈ ਨੰਦ ਲਾਲ ਵੀ ਪਹੁੰਚੇ ਹਨ, ਉਹ ਵੀ ਫਾਜ਼ਲ ਸਨ। ਲੇਕਿਨ ਭਾਈ ਨੰਦ ਲਾਲ ਦੇ ਵਿੱਚੋਂ ਜੀਵਨ ਦੀਆਂ ਬਦਲਾਵ ਤਾਂ ਆਇਆ ਜਦੋਂ ਪਹਿਲੀ ਵਾਰੀ ਮਹਾਰਾਜ ਦੇ ਦਰਸ਼ਨ ਜੋ ਅਨੰਦਪੁਰ ਸਾਹਿਬ ਕੀਤੇ ਉਹਨਾਂ ਦੇ। ਆਲਮ ਫਾਜ਼ਲ ਤੇ ਪਹਿਲੇ ਹੀ ਵੀ ਸਨ, ਮੀਰ ਮੁਨਸ਼ੀ ਸਨ ਸ਼ਾਹਜਹਾਨ ਦੀ ਗਵਰਨਮੈਂਟ ਵਿੱਚ, ਹਾਈਐਸਟ ਪੋਜੀਸ਼ਨ ਸੀ ਉਹਨਾਂ ਦੀ ਇੱਕ ਸਿਵਲ ਸਰਵਿਸਿਜ਼ ਵਿੱਚੋਂ, ਜਿਹੜੀ ਹੁਣ ਚੀਫ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਦੀ ਹੁੰਦੀ ਹੈ, ਉਸ ਪੋਜੀਸ਼ਨ ਤੱਕ ਪਹੁੰਚੇ ਸਨ ਆਪ ਉਸ ਮੁਗਲ ਗਵਰਨਮੈਂਟ ਵਿੱਚ। ਕੋਈ ਮਾਮੂਲੀ ਗੱਲ ਨਹੀਂ ਹੈ ਪਹੁੰਚਣਾ ਉੱਥੇ। ਲੇਕਿਨ ਜਦੋਂ ਜੀਵਨ 'ਚ ਬਦਲਾਵ ਕਦਨ ਆਇਆ, ਜੀਵਨ 'ਚ ਬਦਲਾਵ ਕਦਨ ਆਇਆ, ਜੀਵਨ 'ਚ ਬਦਲਾਵ ਆਇਆ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਅਨੰਦਪੁਰ ਸਾਹਿਬ। ਉਸ ਤੋਂ ਬਾਅਦ ਜੀਵਨ ਬਦਲ ਗਿਆ ਉਹਨਾਂ ਦਾ। ਜ਼ਿੰਦਗੀਨਾਮਾ ਪੜ੍ਹ ਕੇ ਦੇਖੋ ਉਹਨਾਂ ਦਾ ਜ਼ਿੰਦਗੀਨਾਮਾ ਪੜ੍ਹ ਕੇ ਦੇਖੋ, ਬੰਦਗੀ ਨਾਮਾ ਤੋਂ ਜ਼ਿੰਦਗੀਨਾਮਾ, ਉਹ ਪੜ੍ਹ ਕੇ ਦੇਖੋ ਉਹਨਾਂ ਦੀਆਂ ਗਜ਼ਲਾਂ ਪੜ੍ਹ ਕੇ ਦੇਖੋ, ਉਹਨਾਂ ਚੋਂ ਨਜ਼ਰ ਆਣਗੇ ਉਹਨਾਂ ਦੀ ਕਿ ਮਹਾਰਾਜ ਤੁਹਾਨੂੰ ਮਿਲਣ ਤੋਂ ਬਾਅਦ ਉਹਨਾਂ 'ਚ ਕੀ ਫਰਕ ਪਿਆ ਉਹਨਾਂ ਦਾ। ਉਹ ਪੰਡਿਤ ਹੈ। ਤੇ ਅੱਗੇ ਜਾ ਕੇ ਪੰਡਿਤ ਫਿਰ ਅੱਗੇ ਹੋਰ ਅੱਗੇ ਜਾ ਕੇ ਦੇਖੋ, ਕਹਿੰਦੇ ਕਿ ਵੇਦ ਪੁਰਾਣ ਸਿਮਰਤ ਬੂਝੇ ਮੂਲ ਵਰਡ ਆਏ ਹਨ ਇੱਥੇ। ਵੇਦ ਪੁਰਾਣ ਤੇ ਸਮਝਦਾ ਹੀ ਹੈ ਪੰਡਿਤ, ਕਿਉਂਕਿ ਪੰਡਿਤ ਜੀ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਸਮਝ ਆਈ ਹੈ ਉਸਨੂੰ, ਲੇਕਿਨ ਕੀ ਮੂਲ ਸਮਝ ਆਇਆ ਉਸਨੂੰ? ਜਪਜੀ ਬਾਰੇ ਸਮਝ ਲੈਣਾ, ਜਪਜੀ ਦੇ 50 ਟੀਕੇ ਸਮਝ ਲੈਣਾ, ਇੱਕ ਇੱਕ ਗੱਲ ਜਪਜੀ ਦੀ ਤੁਹਾਨੂੰ ਸਮਝਾ ਲੈਣਾ ਹੋਰ ਗੱਲ ਹੈ, ਪਰ ਜਪਜੀ ਦਾ ਮੂਲ ਕੀ ਹੈ? ਜਪਜੀ ਦਾ ਮੂਲ ਹੈ ਹੁਕਮ ਰਜਾਈ ਚੱਲਣਾ। ਇਹ ਜਪਜੀ ਦਾ ਮੂਲ ਹੈ। ਕਿ ਉਹ ਚੱਲਿਆ ਹੈ ਹੁਕਮ ਰਜਾਈ? ਕੀ ਆਪਣੇ ਜੀਵਨ ਪਾਥ ਨੂੰ ਛੋੜਿਆ ਉਸਨੇ? ਅਗਰ ਇਹ ਇੱਕ ਰਸਤਾ, ਇੱਕ ਲੇਨ ਫ੍ਰੀਵੇ ਦੀ ਗੁਰੂ ਵਾਲੀ ਲੇਨ ਹੈ, ਔਰ ਇੱਕ ਲੇਨ ਨਾਲ ਵਾਲੀ ਉਹਦੀ ਆਪਣੀ ਲੇਨ ਹੈ, ਕਿ ਉਹ ਉਸ ਲੇਨ ਨੂੰ ਛੋੜ ਕੇ ਗੁਰੂ ਵਾਲੀ ਲੇਨ ਵਿੱਚ ਮਰਜ ਹੋਇਆ ਕਿ ਨਹੀਂ ਹੋਇਆ? ਕਿ ਆਪਣੀ ਮਰਜ਼ੀ ਕਰਦਾ ਪਿਆ, ਕਿ ਆਪਣੀ ਲੇਨ 'ਚ ਹੀ ਚੱਲਦਾ ਪਿਆ, ਕਿ ਮੈਂ ਆਪਣੀ ਲੇਨ 'ਚ ਚੱਲਣਾ ਜੀ। ਮੈਂ ਕਦੀ ਕਦੀ ਆ ਜਾਵਾਂਗਾ, ਹਰ ਸੰਡੇ ਆਵਾਂਗਾ ਗੁਰੂ ਦੀ ਲੇਨ ਵਿੱਚ, 5 ਮਿੰਟ ਵਾਸਤੇ ਆਵਾਂਗਾ, ਫਿਰ ਮੈਨੂੰ ਚੰਗਾ ਲੱਗਦਾ ਜੇ ਕਲਾਸ ਤੇ ਜਾਂ ਗੁਰਦੁਆਰੇ ਮੈਂ 2-3 ਮਿੰਟ ਰਵਾਂਗਾ ਉਸ ਲੇਨ ਤੇ, ਜਾਂ ਇੱਕ ਅੱਧ ਦਿਨ ਰਵਾਂਗਾ, 6 ਘੰਟੇ ਰਹਿ ਜਾਵਾਂਗਾ ਉੱਥੇ, ਫਿਰ ਵਾਪਸ ਅਗਲੇ ਮੰਡੇ ਮਾਰਨਿੰਗ ਹੁੰਦੇ ਹੀ ਆਪਣੀ ਲੇਨ ਤੇ ਆ ਜਾਵਾਂਗਾ। ਹਾਂਜੀ, ਫਿਰ ਮੈਂ 2-3 ਦਿਨ ਆਪਣੀ ਲੇਨ ਤੇ ਰਵਾਂਗਾ, ਫਿਰ ਕਦੀ ਕਦਾਈ ਰਹਿਰਾਸ ਪੜੀ ਜਾਂ ਕੀਰਤਨ ਕੀਤਾ ਜਾਂ ਕਦੀ ਕੋਈ ਮਨ ਕੀਤਾ ਤੇ ਗੁਰੂ ਦੀ ਲੇਨ 'ਚ ਆ ਜਾਵਾਂਗਾ 2-4-5 ਮਿੰਟਾਂ ਵਾਸਤੇ। ਫਿਰ ਮੇਰੀ ਲੇਨ ਤੇ ਨਾਲ ਤਿਆਰੀ ਹੈ, ਪੈਰਲਲ ਚਲਦੀ ਪਈ ਮੇਰੀ ਲੇਨ, ਮੈਂ ਉਸ ਲੇਨ ਤੇ ਆ ਜਾਵਾਂਗਾ ਦੁਬਾਰਾ ਵਾਪਸ। ਉਹ ਬੜੀ ਕੰਫਰਟੇਬਲ ਲੇਨ ਹੈ ਮੇਰੇ ਵਾਸਤੇ। ਤੇ ਉਸਨੇ ਕੋਈ ਜਪਜੀ ਦਾ ਮੂਲ ਤੇ ਫਿਰ ਸਮਝਿਆ ਹੀ ਨਹੀਂ। ਉਸਨੇ ਕੀ ਸਮਝਿਆ ਉਸ ਬੇਵਕੂਫ ਨੇ ਜਪਜੀ ਦਾ ਮੂਲ? ਜਪਜੀ ਦਾ ਮੂਲ ਸ਼ੁਰੂ ਹੀ ਹੁੰਦਾ ਹੁਕਮ ਰਜਾਈ ਚੱਲਣ ਤੋਂ, ਕਿ ਆਪਣੀ ਲੇਨ ਛੋੜਨ ਨੂੰ ਤਿਆਰ ਹੋ ਜਾ ਤੂੰ, ਬਸ ਹੁਣ ਤੂੰ ਆ ਜਾ ਇਸ ਲੇਨ ਵਿੱਚ, ਛੋੜ ਦੇ ਆਪਣੇ ਖਿਆਲ, ਛੋੜ ਦੇ ਆਪਣਾ ਸੋਚਣ ਦਾ ਤਰੀਕਾ।
छोड़ दे अपने तरीके ਜਿਹੜੇ ਹਨ तो तेरे तरीके ਕਿਸੇ ਕੰਮ ਨਹੀਂ ਆਣੇ ਗੁਰੂ ਦੇ ਤਰੀਕੇ ਕੰਮ ਆਣੇ ਹੈ ਪਰ ਇਹ ਐਕਸੈਪਟ ਕਰੇ ਤਾਂ ਨਾ ਤੇ ਇਸ ਪੰਡਿਤ ਦੇ ਉੱਤੇ ਵੀ वेद पुराण सिमरत बूझे मूल क्यों केड़ा पंडित सूक्ष्म में जाने स्थूल सूक्ष्म विच स्थूल नु जान लवे जेड़ा ते स्थूल विच सूक्ष्म नु जान लवे जेड़ा वो पंडित है ते पंडित जी दो आए हैं ते बीज मंत्र सर्प को ज्ञान उस जो वर्णा में जपे जो नाम जो जो जपे तिसकी गत होए भाव ये है जेड़े परमात्मा नाल प्यार करन वाले जेड़े हैं जेड़े उन्हां दे मुताबिक ये गिनिया गईयां ते पंडित तो बाद अगली अष्टपदी लवो जिसके मन प्राप पार ब्रह्म का निवास जिसका नाम सत रामदास रामदास दी एक होंदी सी विलेजेस रहंदे सन टेंपल्स विच रहंदे सन जो रामदास दी पदवी दित्ती जांदी असली रामदास कौन है उदी दित्ती है ते 7वीं अष्टपदी विच जाके 7वें स्टैंजा विच जाके सिख धर्म दी गुरु नानक दे घर दी सब तो उच्ची पदवी दी डेफिनेशन देंदे हैं जिथे पहुंचना मेरे हिसाब दे नाल इत्थे जेड़ा पहुंचिया है वो सचखंड निवासी है नंबर 7 बड़ियां साखियां जुड़ियां हैं इस नाल इस 7वीं स्टैंजा दे नाल माता गुजरी दी दी साखी जुड़ी हुई है नाल 7वें स्टैंजा दे नाल जदों कहंदे हैं पंडित कह रहा संत मियां मीर होरी जेड़े बड़े वड्डे संत होए हैं ਉਹ ਵੀ ਇਸ ਬਾਣੀ ਦਾ ਜਾਪ ਕਰਿਆ ਸੁਖਮਨੀ ਰੈਗੂਲਰਲੀ ਪੜ੍ਹਦੇ ਹੁੰਦੇ ਸਨ ਆਪ ਇਸ ਇੱਥੇ ਆ ਕੇ ਜਦੋਂ ਉਹਨਾਂ ਨੂੰ ਤਤੀ ਲੋਹ ਤੇ ਬੈਠਦਿਆਂ ਦੇਖਿਆ ਤੇ ਬੜੀ ਵਾਰੀ ਪੁੱਛਦੇ ਹੁੰਦੇ ਸਨ ਵੀ ਇਹੋ ਜਿਹਾ ਬੰਦਾ ਕੌਣ ਹੈ ਜਿਹੜਾ ਜੀਵਨ ਮੁਕਤ ਵਾਲਾ ਇਹ ਬਹੁਤ ਇਹ ਡੈਫੀਨੇਸ਼ਨ ਸਭ ਤੋਂ ਔਖੀ ਹੈ ਬਾਕੀ ਡੈਫੀਨੇਸ਼ਨ ਤੇ ਠੀਕ ਹੈ ਸਾਰੀਆਂ ਠੀਕ ਹੈ ਨਹੀਂ ਰਸਨਾ ਪਹੁੰਚੀ ਤੁਹਾਡੇ ਜ਼ਬਾਨ ਦੇ ਉੱਤੇ ਨਹੀਂ ਕੰਨ ਸੁਣਦੇ ਤੁਹਾਡੇ ਪਰ ਇਹ ਜਿਹੜੀ 7ਵੀਂ ਵਾਲੀ ਜਿਹੜੀ ਹੈ ਨਾ ਜਿਹੜੀ महाराज किस ते कृपा करन ते इस अवस्था ते बंदा पहुंच सकता है बहुत औखा है ते पहुंचना ये हाईएस्ट लेवल है ये जीवन मुक्त है ये जिंदियां ही मुक्त हो गया जड़ा बंदा वो ये है कि प्रभ की आज्ञा आत्म हितावे हुण आत्म हितावे किंज बंदा करे आत्म हितावे मने अगली कमांड लैण वास्ते खड़ा होवे जड़ा बंदा खुशी नाल भी तुसी दसो की करना मैनूं बस अगली तुम दसो तो सही गल मैनूं है मेरे गुरु मैं करन नूं तैयार हाँ कि प्रभ की आज्ञा आत्म हतावे फिर जीवन मुक्त सो कहावे ए जीवन में फिर इहो जिहा जीवन मुक्त कौन है जीवन मुक्त सोना ते मिट्टी एक जिहा किस तरह समझ ले बंदा तैसा स्वर्ण तैसी उस माटी बहुत औखा है काम करना ये अगली स्पिरिचुअल डेवलपमेंट है जड़ियां पहलियां जड़ियां लेवल 1 तो लैके जिहड़ी शुरू कीती सी ने जिहड़ी जर्नी ये उहदी शिखरता ते पहुंचे हैं नंबर 7 दसते हैं शिखरता की है दस देंगे झलका मार देंगे देख लै इहो जे बंदे होंदे हैं जिहड़े सब तो उत्ते पहुंचते हैं जिहड़े इत्थे फिर राम कुएर सिंह होरी पहुंचे ना इत्थे माता गुजरी दर्शन कीते ना माता गुजरी दे क्वेश्चन आया ना मन च हे मेरे गुरु इहो जे कोई बंदा है ते दर्शन कराओ मैनूं इहो जे बंदे दे दर्शन जेड़ा जीवन मुक्त दी अवस्था ते पहुंचिया होवे हे मेरे दाता हे मेरे गुरु इस इहो जे बंदे दे दर्शन कराओ इहो जे सिख दे दर्शन कराओ मैनूं जेड़े सिख विच सदा आनंद ते ना ही वियोग वाला होवे जेड़ा तैसा सुरन तैसी उस माटी वाला होवे तैसा अमृत तैसी बिखाटी वाला होवे तैसा मान तैसा अभिमान वाला होवे हे मेरे गुरु इस बंदे दे दर्शन कराओ सूर्य प्रकाश साखी आई है महाराज ने दर्शन करवाए राम कुएर सिंह दे बुलावा बुलाया जी माता याद कर देन तुहानू जाओ माता ही तुहाडे विच लंगर बनाया है लंगर अपनी हथी बनाओ तुसी लंगर अपनी हथी बनाते हैं उन्हां वास्ते ते ये झलकारा सुखमनी दा तां दे रहा तुहानू मैं तुहाडे अंदर रोज जाके सुखमनी पढ़न दी तुहाडे अंदर रोज जाके सुखमनी वर्गे बनन दी तुहाडे अंदर रोज जाके कि इन्हां नू देख के मेरे अंदर भी रीस पवे है ना सुन गल्लां आकाश की कीटा आई रीस वर्ड आए हैं सब्जी विच ये इंपॉर्टेंट है बड़ा ना किसी नू रोल मॉडल दिखाना बड़ा इंपॉर्टेंट होता है किसी नू पे देख लै ये सिखी दा रोल मॉडल है देख लै इस अवस्था ते तू पहुंच सकदा तुझे पहुंचना चाहे महाराज उस गल दा निरूपण करदे हैं इस अष्टपदी विच कई बारी कराना पैंदा है कई बारी कहंदे हैं ना देखो जी उस कई बार अपने बच्चे नूं किसी होर नाल कंपेयर भी कर दिंदे नहीं कंपेयर करना चाहिए कहंदे देखो जी ओदे ए आंदे देखो ओ की करदा ओदे वर्गा यार देखो ओने कर लिता काम ओदे वर्गा बनन दी कोशिश करो देखो उन्हें ओ साथ दित्ती
ਹੁੰਦਾ ਹੈ ਨਾ, ਕਈ ਹੁਣ ਸਪੋਰਟਸ ਪਰਸਨ ਹੁੰਦੇ ਨੇ, ਕਈ ਬਾਸਕਟਬਾਲ ਦੇ ਹੁੰਦੇ ਨੇ, ਸਵਿਮਿੰਗ ਦੇ ਹੁੰਦੇ ਨੇ, ਹੈ ਨਾ, ਕਈ ਜਿੱਤ ਜਾਂਦੇ ਨੇ ਮੈਡਲਸ, ਫਿਰ ਬੰਦਾ ਉਹਨਾਂ ਨੂੰ ਦੇਖ ਕੇ ਕਹਿੰਦਾ ਯਾਰ ਮੈਂ ਇਹਨਾਂ ਵਰਗਾ ਬਣ ਜਾਵਾਂ, ਇਹਨਾਂ ਵਰਗਾ ਬਣ ਜਾਵਾਂ, ਫਿਰ ਅੰਦਰੋਂ ਮਿਹਨਤ ਕਰਦਾ ਉਹਨਾਂ ਵਰਗਾ ਬਣਨ ਦੀ, ਉਹ ਰੋਲ ਮਾਡਲ ਬਣ ਜਾਂਦੇ ਨੇ। ਇਹ ਰੋਲ ਮਾਡਲ ਦਿਖਾਇਆ ਉਹਨਾਂ ਨੇ, ਇੱਕ ਤੁਹਾਨੂੰ ਇੱਕ ਕਿਸਮ ਦਾ ਝਲਕਾਰਾ ਦਿੱਤਾ, ਦੇਖ ਲੈ ਜੇ ਕਰੇਗਾ ਕੰਮ ਹੈ ਤੇ ਸਤਸੰਗਤ ਵਿੱਚ ਆਏਗਾ, ਦੇਖ ਤੂੰ ਵੀ ਜੀਵਨ ਮੁਕਤ ਬਣ ਸਕਦਾ ਹੈ। ਤੈਸਾ ਰੰਗ ਤੈਸਾ ਰਾਜਾਨ, ਤੇ ਲਾਸਟ ਲਾਈਨ ਦੇ ਕਮਾਲ ਇਹ ਹੈ ਕਿ ਸੋ ਵਰਤਾਏ ਸਾਈ ਜੁਗਤ। ਹੁਣ ਇਹ ਕਿੰਝ ਕਰੇ ਬੰਦਾ। ਵੀਰ ਜੀ ਤੁਹਾਡੇ ਕੁਐਸਚਨ ਇੱਥੇ ਆ ਗਿਆ ਜੋ ਤੁਸੀਂ ਪੁੱਛਿਆ ਸੀ ਕਿ ਉੱਥੇ ਵਰਡ ਆਏ ਸਨ ਜਿਸ ਠਾਕੁਰ ਸਿਓ ਨਹੀਂ ਚਾਰਾ। ਇੱਥੇ ਹੁਣ ਲਾਚਾਰੀ ਨਹੀਂ ਹੈ, ਇੱਥੇ ਹੁਣ ਅੰਦਰੋਂ ਇਤਨੀ ਉਤਸੁਕਤਾ ਹੈ ਪ੍ਰਮਾਤਮਾ ਤੱਕ ਪਹੁੰਚਣ ਦੀ ਕਿ ਅਗਲਾ ਕਹਿੰਦਾ ਮੈਂ ਕਰਾਂ ਕੀ, ਦੱਸੋ ਮੈਨੂੰ, ਜੋ ਤੁਸੀਂ ਵਰਤਾ ਰਹੇ ਹੋ ਉਹ ਮੇਰੀ ਜੁਗਤੀ ਹੈ ਮੇਰੀ ਪਹੁੰਚਣ ਦੀ ਉੱਥੇ। ਨਾਨਕ ਸੋ ਪੁਰਖ ਕਹੀਏ ਜੀਵਨ ਮੁਕਤ। ਤੇ ਅੱਗੇ ਜਾ ਕੇ 8ਵੀਂ ਅਸ਼ਟਪਦੀ 8ਵੇਂ ਸਟੈਂਜ਼ਾ ਵਿੱਚ ਜਾ ਕੇ ਉਸ ਪ੍ਰਮਾਤਮਾ ਦੇ ਅੱਗੇ ਟੋਟਲ ਸਰੈਂਡਰ ਕਰ ਦਿੰਦੇ ਕਿ हे ਮੇਰੇ ਦਾਤਾ, ਕਰਨ ਕਰਾਉਣ ਵਾਲੇ ਤੁਸੀਂ ਹੋ, ਹੋਰ ਕੋਈ ਨਹੀਂ ਹੈ ਕਰਨ ਕਰਾਉਣ ਵਾਲਾ, ਸਾਰੇ ਤੇਰੇ ਨਾਂ ਹੈ, ਸਾਰੇ ਜੋੜਨ ਵਾਲਾ ਤੂੰ ਆਪ ਹੈ, ਤੂੰ ਇਹਨਾਂ ਨੂੰ ਇਹਨਾਂ ਦੀ ਸੰਗਤ ਦੇਣ ਵਾਲਾ ਵੀ ਤੂੰ ਆਪ ਹੈ ਦਾਤਾ, ਇਹਨਾਂ ਤੇ ਕਿਰਪਾ ਕਰੋ ਤੁਸੀਂ। ਪਾਰ ਬ੍ਰਹਮ ਕੀ ਸਗਲੇ ਠਾਉ, ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ। ਤਬ ਕਰਨ ਕਰਾਉਣ ਵਾਲਾ ਤੂੰ ਹੈ। ਇਸ ਮਹਾਨ ਬਾਣੀ ਦੇ ਅਰਥ, ਇਸ ਮਹਾਨ ਬਾਣੀ ਦੀ ਜਿਹੜੀ ਅੰਦਰੋਂ ਜਿਹੜੀ ਰੋਹ ਜਿਹੜੀ ਹੈ, ਜੇ ਕਿਸੇ ਸਿੱਖ ਦੇ ਅੰਦਰ ਲੱਗ ਜਾਵੇ ਤਾਂ ਕਿੱਥੇ ਤੇ ਕਿੱਥੇ ਪਹੁੰਚ ਜਾਵੇ ਉਹ। ਤੇ 8 ਅਸ਼ਪਦੀਆਂ ਦਾ ਭਾਵ ਇੱਥੇ ਖਤਮ ਹੁੰਦਾ ਹੈ ਇੱਥੇ। ਤੇ 9ਵੀਂ ਹਲੇ ਸ਼ੁਰੂ, ਇਹਦੇ ਮੈਂ ਆਈ ਵਾਸ ਰੋਂਗ ਇਨ ਨੰਬਰ 9, ਮੈਂ ਸ਼ੁਰੂ ਹੀ ਨਹੀਂ ਕੀਤੀ ਸੀ ਹਾਲੇ। ਤੇ 10 ਵਿੱਚ ਮੈਂ ਦੱਸਣੀ ਨਹੀਂ, ਮੈਂ ਤੁਹਾਨੂੰ ਖਾਲੀ ਟੀਜ਼ਰ ਦੇ ਦੇਣਾ 10 ਦਾ। ਕੋਈ ਜੋੜ ਸਕਦਾ 10ਵੀਂ ਅਸ਼ਪਦੀ ਨੂੰ 9ਵੀਂ ਨਾਲ? ਥਾਟ ਪ੍ਰੋਸੈਸ ਜੋੜ ਸਕਦੇ ਹੋ 9ਵੀਂ ਤੇ 10ਵੀਂ ਦਾ? ਕੀ ਹੈ 10ਵੀਂ ਦੀ ਰੋਹ ਜਿਹੜੀ ਹੈ ਲੌਜੀਕਲ ਬਾਣੀ ਹੈ ਬੜੀ, ਜਿਸ ਤਰ੍ਹਾਂ ਜਪਜੀ ਤੇ ਬਹੁਤ ਲੌਜੀਕਲ ਹੈ, ਮਤਲਬ ਕਿ ਇਨ ਦਾ ਸੈਂਸ ਕਿ ਜਪਜੀ ਦੀਆਂ ਹਰ ਪੌੜੀਆਂ ਜਿਸ ਤਰ੍ਹਾਂ ਉਹ ਕ੍ਰਾਸਵਰਡ ਪਜ਼ਲ ਹੁੰਦੀ ਹੈ ਨਾ, ਜਿਸ ਤਰ੍ਹਾਂ ਇੱਕ, ਤੇ ਉਹ ਫਿੱਟ ਜਿਸ ਤਰ੍ਹਾਂ ਪੀਸਸ ਬਿਲਕੁਲ, ਉਹ ਜੇ ਗਲਤ ਪੀਸ ਫਿੱਟ ਹੋ ਹੀ ਨਹੀਂ ਸਕਦਾ ਨਾ। ਸੁਖਮਨੀ ਦੀ ਬਾਣੀ ਵੀ ਸਿਮਿਲਰ ਹੈ। not let me make it one more thing very clear to you, ਜਿਨ੍ਹਾਂ ਨੇ ਸੁਖਮਨੀ ਬਾਣੀ ਨੂੰ ਅੱਛੀ ਤਰ੍ਹਾਂ ਅਧਿਐਨ ਕੀਤਾ, ਜਿਨ੍ਹਾਂ ਨੇ ਸੁਖਮਨੀ ਦੀ ਹਰ ਅਸ਼ਪਦੀ ਦੂਸਰੀ ਅਸ਼ਪਦੀ ਨਾਲ ਕ੍ਰਾਸਵਰਡ ਪਜ਼ਲ ਜਿਸ ਤਰ੍ਹਾਂ ਹੀ ਨਹੀਂ ਹੈ। ਸੁਖਮਨੀ ਦੀ ਹਰ ਅਸ਼ਪਦੀ ਦੇ ਵਿੱਚ ਜਿਤਨੇ ਸਟੈਂਜ਼ਾਸ ਆਏ ਨਾ, ਜਿੰਨੇ, ਉਹ ਹਰ ਸਟੈਂਜ਼ਾਸ ਕ੍ਰਾਸਵਰਡ ਪਜ਼ਲ ਜਿਸ ਤਰ੍ਹਾਂ ਹੈ, ਬਿਲਕੁਲ ਇਸ ਤਰ੍ਹਾਂ ਜੁੜੇ ਹੋਏ ਹਨ ਸਾਰੇ। ਸਾਡੀ ਨਾ ਸਮਝੀ ਨਾ ਸਮਝਣਾ, that is different, ਉਹ that is your issue। ਤੁਸੀਂ ਨਹੀਂ ਸਮਝਿਆ ਜਾਂ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, that is your problem, ਗੁਰੂ ਦੀ ਪ੍ਰੋਬਲਮ ਨਹੀਂ ਹੈ ਉਹ ਵਾਲੀ। ਤੁਸੀਂ ਉਹ ਫਿਰ ਅਰਦਾਸ ਨਹੀਂ ਕੀਤੀ, ਨੱਕ ਨਾ ਫਰਗੜੇ ਨਹੀਂ ਤੁਸੀਂ ਇਨਫ, ਖਾਲੀ ਆਪਣੀ ਮਿਹਨਤ ਤੇ ਤੁਸੀਂ ਖਾਲੀ ਕੀਤਾ, ਆਪਣੀ ਮਿਹਨਤ ਨਾਲ ਹੋਣਾ ਨਹੀਂ ਕੰਮ ਜਦ ਤੱਕ ਉਹਦੀ ਕਿਰਪਾ ਸ਼ਾਮਿਲ ਨਾ ਹੋਵੇ। ਸੋ ਕੋਈ ਗੁਰੂ ਕਾ ਪਿਆਰਾ ਦੱਸ ਸਕਦਾ ਹੈ ਜੀ 10ਵੀਂ ਅਸ਼ਪਦੀ ਦਾ ਰੋਹ ਕਿਸ ਤਰ੍ਹਾਂ 9ਵੀਂ ਅਸ਼ਪਦੀ ਨਾਲ ਜੁੜਿਆ ਹੋਇਆ ਹੈ? 10 ਵਿੱਚ ਉਹ ਹੁਣ ਜਨ ਨੂੰ ਕੋਰਿਲੇਟ ਕਰ ਰਹੇ ਨੇ ਕਿ ਜਨ ਵਿੱਚ ਕਿਹੋ ਜਿਹੇ ਜਨ ਹੋਏ ਨੇ, ਕਈ ਕੋਟ ਹੋਏ ਪੁਜਾਰੀ। ਸੋ ਹੀ ਨਾਓ ਇਟ ਇਜ਼ ਲਿੰਕਿੰਗ, ਬ੍ਰਿੰਗਿੰਗ ਇਟ ਡਾਊਨ ਟੂ ਦ ਪੀਪਲ, ਜਿਸ ਤਰ੍ਹਾਂ ਜਨ ਦੀ ਤੁਸੀਂ ਪਿੱਛੇ ਦਿੱਤੀ ਸੀ ਡੈਫੀਨੇਸ਼ਨ ਹੁਣੇ, ਤੇ ਉਹਨਾਂ ਜਨਾਂ ਨੂੰ ਇਸ ਤੋਂ ਵੀ ਗਹਿਰੀ ਗੱਲ ਹੈ, ਇਸ ਤੋਂ ਵੀ ਜ਼ਿਆਦਾ ਗਹਿਰੀ ਗੱਲ ਹੈ। ਆਪਣੀ ਸੁਰਤ ਨੂੰ ਹੋਰ ਉੱਚਾ ਕਰੋ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਹੈ ਨਾ, ਅਸੰਖ ਦੀਆਂ ਪੌੜੀਆਂ ਨੇ ਕਿ ਵੀ ਦੋਨੋਂ ਤਰ੍ਹਾਂ ਦੇ, ਸਭ ਤਰ੍ਹਾਂ ਦੇ ਜੀਵਾਂ ਦੀ ਵਿਆਖਿਆ ਕੀਤੀ ਹੈ, ਉਸੇ ਤਰ੍ਹਾਂ ਇਹਦੇ ਵਿੱਚ ਵੀ ਹੈ ਵੀ ਕਈ ਕਰੋੜਾਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦੇ ਜਿਹੜੇ। ਐਂਡ ਮੋਰ ਇੰਪੋਰਟੈਂਟਲੀ ਅਗਰ ਮੈਂ ਹੋਰ ਐਡ ਗੱਲ ਕਰਾਂ, ਜੋ ਸਿਮਰਤ ਦੀਦੀ ਨੇ ਗੱਲ ਦੱਸੀ ਹੈ ਬਿਲਕੁਲ ਠੀਕ ਕਹੀ ਹੈ ਉਹਨਾਂ ਨੇ, ਇੱਕ ਹੋਰ ਗੱਲ ਕਰਾਂ। ਹੁਣ ਉਸ ਪ੍ਰਮਾਤਮਾ ਦੀ, ਕਾਇਨਾਤ ਦੀ, ਪ੍ਰਮਾਤਮਾ ਦੀ ਜਿਹੜੀ ਕ੍ਰੀਏਸ਼ਨ ਹੈ, ਉਸ ਕ੍ਰੀਏਸ਼ਨ ਬਾਰੇ ਡਿਸਕਸ਼ਨ ਸ਼ੁਰੂ ਕੀਤੀ। ਦੇਖ ਤੂੰ ਉਸ ਤੱਕ ਪਹੁੰਚਿਆ ਨਾ, ਕਿਉਂਕਿ ਉਹ ਕਰਨ ਕਰਾਉਣ ਵਾਲਾ ਹੈ ਸਾਰਾ ਕੁਝ, ਸਭ ਕੁਝ ਉਹਦੇ ਅੰਦਰ ਹੈ। ਔਰ ਦੇਖੋ ਕਿਸ ਤਰ੍ਹਾਂ ਖੂਬਸੂਰਤੀ ਨਾਲ ਕ੍ਰਾਸਵਰਡ ਪਜ਼ਲ ਨੂੰ ਜੋੜਿਆ ਨੇ ਨੰਬਰ 10 ਔਰ 11 ਵਿੱਚ। 10 ਵਿੱਚ ਨਿਰੂਪਣ ਸਾਰਾ ਉਸ ਫਿਜ਼ੀਕਲ ਫਾਰਮ ਦਾ ਹੈ ਸਾਰਾ। ਕੌਣ ਹੈ ਉਹ ਕਈ ਕੋਟ, ਕੌਣ ਕਈ ਕਰੋੜਾਂ ਹਨ ਜਿਹੜੇ ਨਾਮ ਜਪਤੇ ਹਨ ਉਹਨੇ। ਕਈ ਕੋਟ ਬਹਿ ਬਹਿ ਰਾਗੀ ਰਾਮ ਨਾਮ ਸੁਨਤੇ ਲਾਗੀ, ਕਈ ਕੋਟ ਪ੍ਰਭ ਕੋ ਖੋਜਨ, ਤੇ ਇਹ ਵੀ ਵਰਡ ਆਏ ਹਨ ਨਾਲ।
ਰਾਮ ਨਾਮ। ਕਈ ਇਹੋ ਜਿਹੇ ਹਨ ਜਿਹੜੇ ਹਮੇਸ਼ਾ ਸਤਸੰਗਤ ਦੀ ਭਾਲ ਕਰਦੇ ਹਨ। ਹੇ ਮਹਾਰਾਜ, ਕਈ ਉਹ ਵੀ ਹਨ ਜਿਹੜੇ ਨਹੀਂ ਕਰਦੇ। ਸਾਰੀ ਤੇਰੀ ਕ੍ਰੀਏਸ਼ਨ ਹੈ, ਸਾਰੀ ਤੇਰੇ ਵਿੱਚ ਸਾਰੇ। ਇਹ ਬਾਹਰਲਾ ਰੂਪ ਹੈ। ਤੇ ਅਗਲੇ ਵਿੱਚ ਜਾਣਗੇ ਨਾ ਜਦੋਂ 11 ਵਿੱਚ, ਤੇ ਉਹ ਨਾ ਭੁਲੇਖਾ ਰਹਿ ਜਾਏ ਕਿਧਰੇ ਕਿਸੇ ਗੁਰਸਿੱਖ ਵਿੱਚ ਕਿ ਸ਼ਾਇਦ ਬਾਹਰਲੀ ਕ੍ਰੀਏਸ਼ਨ ਉਹਦੀ ਹੈ ਤੇ ਅੰਦਰਲੇ ਭਾਵ ਸ਼ਾਇਦ ਉਹਦੇ ਨਹੀਂ ਹੈ। ਸ਼ਾਇਦ ਖੁਸ਼ੀ ਤੇ ਗਮੀ ਦੇਣ ਵਾਲਾ ਉਹ ਨਹੀਂ ਹੈ। ਸ਼ਾਇਦ ਕੋਈ ਅੰਦਰੋਂ ਜਿਹੜੀਆਂ ਰੋਹ ਪੈਦਾ ਹੁੰਦੀਆਂ ਹਨ ਉਹ ਦੇਣ ਵਾਲਾ ਨਹੀਂ ਹੈ। ਉਹਨੂੰ ਉਹ ਵੀ ਸੰਸੇ ਨਾ ਰਹਿ ਜਾਣ ਕਿਧਰੇ ਅੰਦਰ ਕਿ ਮੇਰੀ ਅਚੀਵਮੈਂਟ ਹੋ ਗਈ ਹੈ ਜੀ, ਮੈਂ ਸੈਡ ਹਾਂ ਤੇ ਮੈਂ ਹੈਪੀ ਹਾਂ। ਕਹਿੰਦੇ ਹਨ ਜੀਵਨ ਦੇ ਅੰਦਰਲੇ ਰੋਹ ਵੀ ਪੈਦਾ ਕਰਨ ਵਾਲਾ ਉਹੀ ਹੈ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਕ ਸੰਗ ਪੈ, ਕਬੂ ਨਿੰਦ ਚਿੰਦ ਵਿਵਹਾਰ। ਇਹ ਨੰਬਰ 11 ਦੀ ਗੱਲ ਹੈ। ਇਹ ਉਸ ਤੋਂ ਅਗਲੀ ਦੀ ਅਸ਼ਪਦੀ ਹੈ। ਮੈਂ ਸਾਰੀ ਡਿਸਕਸ ਨਹੀਂ ਕਰਨੀ, ਮੈਂ ਤੁਹਾਨੂੰ ਖਾਲੀ ਇੱਕ ਟੀਜ਼ਰ ਦੇਣੇ ਹਨ ਕਿ ਸ਼ਾਇਦ ਤੁਹਾਡੇ ਅੰਦਰ ਉਸ ਨੂੰ ਜਾਣਨ ਦੀ ਅੰਦਰੋਂ ਤੀਵਰ ਇੱਛਾ ਪੈਦਾ ਹੋ ਜਾਏ ਤੁਹਾਡੇ ਅੰਦਰ। ਉਸ ਨੂੰ ਪਹੁੰਚਣ ਦੀ ਤੁਹਾਡੇ ਅੰਦਰ ਇਹ ਰੋਹ ਪੈਦਾ ਹੋ ਜਾਵੇ ਅੰਦਰ ਇੱਕ ਅੰਦਰ। ਪਰ ਰੋਹ ਪੈਦਾ ਤਾਂ ਹੀ ਹੋਏਗੀ ਜਦੋਂ ਅੰਦਰੋਂ ਪਿਆਸ ਲੱਗੇਗੀ। ਪਿਆਸ ਅੰਦਰੋਂ ਤਾਂ ਹੀ ਲੱਗੇਗੀ ਜੋ ਤੁਹਾਨੂੰ ਅੰਦਰੋਂ ਕੋਈ ਮਿਸਿੰਗ ਹੋਏਗੀ ਚੀਜ਼ ਤੁਹਾਡੇ ਅੰਦਰੋਂ। ਮਿਸਿੰਗ ਤਾਂ ਹੀ ਹੋਏਗੀ ਜਦੋਂ ਬਾਹਰਲੇ ਅਸਰਾਂ ਦਾ ਤੁਹਾਡੇ ਅੰਦਰੋਂ ਘੱਟ ਅਸਰ ਪਏਗਾ। ਜੇ ਬਾਹਰਲੀਆਂ ਚੀਜ਼ਾਂ ਦਾ ਬਹੁਤਾ ਅਸਰ ਹੈ ਇਸ ਵੇਲੇ, ਨਾਨ ਸਪਿਰਿਚੁਅਲ ਚੀਜ਼ਾਂ ਦਾ, ਉਹ ਅਗਰ ਲੈਵਲ 10 ਤੇ ਹੈ ਤੇ ਉਹ ਅਗਰ ਲੈਵਲ 7 ਤੇ ਆ ਜਾਣ ਅਗਰ, ਤੇ ਉਹ ਫਿਰ 7 ਤੇ ਆਉਣ ਦੇ ਨਾਲ ਦੂਸਰੀਆਂ ਚੀਜ਼ਾਂ ਦਾ ਅਸਰ ਤੁਹਾਡੇ ਜੀਵਨ 'ਚ ਜ਼ਿਆਦਾ ਪੈਂਦਾ ਹੈ। ਸੋ ਐਨੀਵੇ, ਮੈਂ ਸੌਰੀ ਮੈਂ ਇੱਕ ਅਸ਼ਪਦੀ ਅੱਗੇ ਚਲਾ ਗਿਆ, ਬਟ ਹਾਂਜੀ ਵੀਰ ਜੀ। What I like about the 10th Ashpadi is, the way it connects is कि 7, 8, 9 ਤੇ उन्होंने any difficult ਦੱਸਿਆ कि this is seems like such an unusual and impossible thing, but in 10th it says कि कई कोर्ट है ਜਿਹੜੇ ਕਰਦੇ ਵੀ ਹੈ ऐसा नहीं, don't lose hope. It's a choice between finding the wrong path. But I just want to make sure 7, 8, 9 वाली impossible नहीं है वीर जी। हाँ, but it sounds impossible, right? It sounds very hard. It sounds very hard. ਅੱਛਾ ਇੱਕ ਗੱਲ ਦੱਸੋ ਵੀਰ ਜੀ ਮੈਨੂੰ ਕਿ IT ਵਿੱਚ ਮਾਸਟਰਸ ਡਿਗਰੀ ਲੈਣੀ ਹਾਰਡ ਹੈ ਕਿ ਈਜ਼ੀ ਹੈ? ਇੰਪੋਸੀਬਲ ਹੈ ਕਈਆਂ ਵਾਸਤੇ, ਇੰਪੋਸੀਬਲ ਹੈ ਨਾ। ਕਈਆਂ ਵਾਸਤੇ ਮੈਡੀਕਲ ਸਕੂਲ ਜਾਣਾ ਇੰਪੋਸੀਬਲ ਹੈ। ਸਾਰੇ ਡਾਕਟਰ ਤੇ ਨਹੀਂ ਬਣ ਸਕਦੇ ਨਾ, ਸਾਰਿਆਂ ਦੇ ਨੰਬਰ ਤੇ ਨਹੀਂ ਆਉਂਦੇ ਹੋ ਜੇ। ਫਿਰ ਬੰਦਾ ਕੀ ਕਰਦਾ ਜਿਨੀ ਜੇ ਬਣਨਾ ਚਾਹੇ ਬਹੁਤ, ਤੇ ਕੀ ਕਰੇਗਾ ਫਿਰ? ਕੀ ਕਰਦਾ ਉਹ ਬੰਦਾ, ਦੱਸੋ ਮੈਨੂੰ ਕੀ ਕਰਦਾ? ਉਹ ਮਿਹਨਤ ਕਰਦਾ ਨਾ ਫਿਰ ਵੀਰ ਜੀ। ਸਾਰੇ ਡਾਕਟਰ ਤੇ ਨਹੀਂ ਬਣ ਸਕਦੇ ਨਾ, ਮੈਂ ਤੇ ਨਹੀਂ ਹਾਂ ਡਾਕਟਰ, ਇਹਨੇ ਸਾਰੇ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਲਾਇਰ ਨਹੀਂ। ਉਹ ਫਿਰ ਕੀ ਕਰਦਾ ਬੰਦਾ ਉਹ ਜਿਹਨੇ ਲਾਇਰ ਬਣਨਾ ਹੋਵੇ? ਉਹ ਕੀ ਕਰੇਗਾ ਦੱਸੋ, ਮੈਂ ਕੀ ਕਰਦਾ ਦੱਸੋ? I want to correct here myself. ਤੁਸੀਂ ਇਹ ਨਾ ਵਰਡ ਕਦੀ ਦੁਬਾਰਾ ਕਹਿਣਾ ਕਿ ਉਹ ਬਹੁਤ ਇੰਪੋਸੀਬਲ ਹੈ। ਇੰਪੋਸੀਬਲ ਨਹੀਂ ਹੈ। ਤੁਸੀਂ ਬਣਨਾ ਨਹੀਂ ਚਾਹੁੰਦੇ, ਮੈਂ ਬਣਨਾ ਨਹੀਂ ਚਾਹੁੰਦਾ, ਮੈਂ ਇਸ ਪਾਸੇ ਲੱਗਣਾ ਨਹੀਂ ਚਾਹੁੰਦਾ, ਇਸ ਵਾਸਤੇ ਇੰਪੋਸੀਬਲ ਹੈ। ਡਾਕਟਰ ਬਣਨ ਵਾਸਤੇ ਤੇ ਬੜੀ ਮਿਹਨਤ ਕੀਤੀ ਸੀ, ਉਹਦੇ ਦਿਨ ਰਾਤ ਇੱਕ ਕਰਤਾ, ਕਿਉਂਕਿ ਮਾਪਿਓ ਨੇ ਵੀ ਕੀਤਾ ਯਾਰ ਡਾਕਟਰ ਬਣ ਜਾਓ, ਬੜੇ ਜੀਵਨ ਬੜਾ ਅੱਛਾ ਜਾਏਗਾ ਜੀ, ਡਾਕਟਰ ਬਣਨ ਨਾਲ ਬੜੀ ਇੱਜ਼ਤ ਮਾਨ ਮਿਲਦਾ ਹੈ, ਬੜੀ ਪੜ੍ਹਾਈ ਲਿਖਾਈ, ਜਾਂ ਲਾਇਰ ਬਣ ਜਾਓ, ਲਾਇਰ ਬਣਨ ਨਾਲ ਬੜਾ ਪੈਸੇ ਵੀ ਕਮਾਉਣ ਦੀ ਇੱਛਾ ਰਹਿੰਦੀ। ਤੇ ਲਾਸਟ ਵਿੱਚ ਕੀ ਹੁੰਦਾ ਉਸ ਡਾਕਟਰ ਦਾ? ਨਾਮ ਦੀ ਪ੍ਰਾਪਤੀ ਹੋ ਜਾਂਦੀ ਉਸ ਡਾਕਟਰ ਨੂੰ, ਨਹੀਂ ਹੁੰਦੀ ਨਾ ਉਹਦੇ ਨਾਲ। ਜੀਵਨ ਸਫਲ ਹੋ ਜਾਂਦਾ, ਜੀਵਨ ਆਸਾਨ ਹੋ ਜਾਂਦਾ ਪੜ੍ਹਨ ਨਾਲ। ਸੋ ਇੰਪੋਸੀਬਿਲਿਟੀ ਨਹੀਂ ਹੈ ਵੀਰ ਜੀ, ਕਦੀ ਨਾ ਵਰਡ ਯੂਜ਼ ਕਰਨਾ ਗੁਰਬਾਣੀ ਬਾਰੇ ਇੰਪੋਸੀਬਲ ਵਰਡ। ਜੇ ਇੰਪੋਸੀਬਲ ਹੁੰਦਾ ਤੇ ਗੁਰੂ ਲਿਖਦੇ ਹੀ ਨਾ, ਉਹ ਲਿਖਣਗੇ ਕਿਉਂ ਜੇ ਇੰਪੋਸੀਬਲ ਹੈ? ਇੰਪੋਸੀਬਲ ਨਹੀਂ ਹੈ, ਤੁਹਾਡੀ ਇੱਛਾ ਨਹੀਂ ਹੈ ਉੱਥੇ ਪਹੁੰਚਣ ਦੀ। ਸਾਨੂੰ ਇੱਛਾ ਨਹੀਂ ਹੈ ਬ੍ਰਹਮ ਗਿਆਨੀ ਬਣਨ ਦੀ, ਸਾਨੂੰ rather do something else with our lives. We would rather do something else. That's all there is to it. There's nothing more to it. ਡਾਕਟਰ ਬਣੇ ਆ ਨਾ, ਇੰਜੀਨੀਅਰ ਬਣੇ ਆ ਨਾ, ਲਾਇਰ ਬਣੇ ਆ ਨਾ, ਮਿਹਨਤ ਕੀਤੀ ਹੈ ਨਾ, L60 ਪਾਸ ਕੀਤੇ ਨਾ, M.Cut ਲਿੱਤਾ ਹੈ ਨਾ। ਅਸੀਂ ਸਾਰਿਆਂ ਨੇ ਆਪਣੇ ਬੱਚਿਆਂ ਨੂੰ ਇਨਕਰੇਜ ਕਰਦੇ ਹੋ ਨਾ ਵੀਰ ਜੀ। ਇੰਪੋਸੀਬਲ ਨੂੰ ਪੋਸੀਬਲ ਬਣਾ ਸਕਦੇ ਹਾਂ ਨਾ ਅਸੀਂ। ਇੱਥੇ ਵੀ ਉਹੀ ਹੈ। ਤਾਂ ਹੀ ਭਗਤਾਂ ਵੀ ਤੇ ਸਾਡੇ 'ਚ ਫਰਕ ਹੈ ਵੀਰ ਜੀ, ਕਿਉਂਕਿ ਉਹਨਾਂ ਵਿੱਚ ਕੋਈ ਵਰਡ ਨਹੀਂ ਹੈ ਇੰਪੋਸੀਬਲ ਦਾ। ਉਹ ਦਿਨ ਰਾਤ ਇੱਕ ਕਰ ਦਿੰਦੇ ਆ, ਜਿਸ ਤਰ੍ਹਾਂ ਤੁਹਾਡੇ ਬੱਚੇ ਜਾਂ ਤੁਸੀਂ ਦਿਨ ਰਾਤ ਇੱਕ ਕੀਤਾ ਹੈ ਪੜ੍ਹਾਈ ਲਿਖਾਈ ਵਿੱਚ, ਬਿਲਕੁਲ ਸੇਮ ਹੈ ਰਿਲੇਸ਼ਨਸ਼ਿਪ, ਕੋਈ ਫਰਕ ਨਹੀਂ, ਕੋਈ ਇੰਪੋਸੀਬਿਲਿਟੀ ਨਹੀਂ, ਸਭ ਕੁਝ ਪੋਸੀਬਲ ਹੈ ਜੇ ਤੁਸੀਂ ਕਰਨਾ ਚਾਹੋ ਤਾਂ, ਜੇ ਇਸ ਪਾਸੇ ਇੰਟਰਸਟ ਹੋਵੇ ਤਾਂ। ਤੁਸੀਂ ਕੀਰਤਨ ਸਿੱਖਿਆ ਨਾ ਹੁਣ, ਆਂਦੇ ਹੋ ਨਾ, ਕਿੰਨੇ ਸਾਲਾਂ ਤੋਂ ਆਏ ਗੁਰਦੁਆਰੇ, ਸਾਡੇ ਨਾਲ ਮੁਲਾਕਾਤ ਹੋਈ,
ਸੁਣਿਆ, ਇਨਕਰੇਜ ਹੋਏ, ਸਿੱਖਣਾ ਸ਼ੁਰੂ ਕਰ ਦਿੱਤਾ। ਤੇ ਜੇ ਕੋਈ ਕਵੇ ਤੁਹਾਨੂੰ ਨੇ 31 ਰਾਗ ਸਿੱਖਣੇ ਕਿਤਨੇ ਮੁਸ਼ਕਲ ਹਨ, ਮੈਨੂੰ ਪਤਾ ਮੁਸ਼ਕਲ ਹੈ, ਮੈਂ ਵੀ ਸਿੱਖੇ, ਤੁਸੀਂ ਵੀ ਸਿੱਖੇ ਹੋਏ। ਕਹਿੰਦੇ ਜੀ ਇੰਪੋਸੀਬਲ ਹੈ, ਕਿਸੇ ਨੂੰ ਕਿੰਨੇ ਸਾਲ ਲੱਗਣਗੇ ਜੀ? 10 ਸਾਲ ਲੱਗਣਗੇ ਜੀ, ਇੰਪੋਸੀਬਲ ਹੈ। ਤੁਸੀਂ ਕਹੋ ਜੀ ਇੰਪੋਸੀਬਲ ਨਹੀਂ ਹੈ ਜੀ, ਸਿੱਖਿਆ ਜਾ ਸਕਦੇ, ਮਿਹਨਤ ਲੱਗਦੀ ਹੈ। ਉਸੇ ਤਰ੍ਹਾਂ ਇਹਦੇ ਦਾ ਰਸਤਾ ਹੈ ਵਿੱਚ। I hope that was clear. So it is not impossible. Nothing is impossible. It all depends on what you want. Yeah, that's what I was also saying. Ki the Ashtapadi 10th talks about ki it may look very difficult, but look, millions actually do it. Both Yeah. way choice है कि millions pick the wrong choice. Oh, we described it there 10th Ashtapadi. Yeah. And they also described millions who actually are able to achieve it as well. Yeah. So but ਜਿਹੜੀ wrong choices hope. ਜਿਨ੍ਹਾਂ ਨੇ wrong choices ਲਿੱਤੀਆਂ ਹਨ, ਉਹਨਾਂ ਨੂੰ encourage ਕਰਦੇ ਹਨ right choices ਲੈਣ ਵਾਸਤੇ। Exactly. ਉਹਨਾਂ ਨੇ wrong choices ਨੂੰ encourage ਨਹੀਂ ਕੀਤਾ ਉੱਥੇ। And let me make that very clear here. ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਨ੍ਹਾਂ ਨੇ wrong choices ਕੀਤੀਆਂ ਨਾ, ਉਹ thank goodness ਉਹਨੇ wrong choices ਕੀਤੀਆਂ, ਉਸ ਵਾਸਤੇ ਨਹੀਂ ਲਿਖਿਆ ਉਹਨਾਂ ਨੇ। ਉਸ ਵਾਸਤੇ ਲਿਖਿਆ ਹੈ ਕਿ wrong choices, ਦੇਖੋ ਇਹਨਾਂ ਨੇ wrong choices ਕੀਤੀਆਂ ਤੇ ਇਹਨਾਂ ਨੇ right choices ਕੀਤੀਆਂ। ਤੁਹਾਨੂੰ encourage ਕਰਦੇ ਕਿ ਤੁਸੀਂ right choices ਕਰੋ, wrong choices ਨਾ ਕਰੋ। ਉੱਥੇ wrong choices ਵਾਲਿਆਂ ਨੂੰ ਸਲਾਹਨਾ ਨਹੀਂ ਕੀਤੀ ਉਹਨਾਂ ਦੀ। ਉਹਨਾਂ ਨੂੰ ਇਹ ਕਿਹਾ ਹਾਂ wrong choices ਹੋ ਰਹੀਆਂ, ਇਹ ਵੀ ਉਹਦੀ ਕਿਰਪਾ ਨਾਲ, ਉਹਦੀ ਮਰਜ਼ੀ ਨਾਲ ਹੋਈਆਂ, ਕਿਉਂਕਿ ਉਹਦੇ ਕਰਮ ਉਹਨਾਂ ਦੇ ਉਹ ਜਿਹੇ ਹਨ ਕਿ ਇਸ ਵਾਸਤੇ wrong choices ਉਹਨਾਂ ਦੀ ਹੋਈਆਂ। ਇਹ ਪਰਮਾਤਮਾ ਦਾਤਾ ਕਰਨ ਕਰਾਉਣ ਵਾਲੇ ਤੁਸੀਂ ਆਪ ਹੋ। ਹਾਂ, ਬਦਲ ਸਕਦੇ ਹੋ ਆਪਣੇ ਆਪ ਨੂੰ, ਬਦਲ ਸਕਦਾ ਇਨਸਾਨ ਆਪਣੇ ਆਪ ਨੂੰ ਜੇ ਕਰੇ ਕੰਮ। ਇਹ ਤੇ ਕੰਮ ਲਿਖੇ ਜੁਕੇ ਮਿਟੇ ਜਾ ਸਕਦੇ ਹਨ। I hope that was clear. ਹਾਂਜੀ, anybody else? सुरेंद्र जी, प्रभ की आज्ञा आत्म हितावे, एक्सप्लेन करोगे? हितावे मतलब खुश प्रभ हो की आज्ञा आत्म हितावे। प्रभु दी आज्ञा ਨੂੰ, ਪ੍ਰਮਾਤਮਾ ਦੀ ਮਰਜ਼ੀ ਨੂੰ ਖੁਸ਼ੀ ਐਕਸੈਪਟ ਕਰ ਲੈਣਾ। ਪ੍ਰਮਾਤਮਾ ਦੀ ਮਰਜ਼ੀ ਨੂੰ ਆਪਣੇ ਜੀਵਨ ਦੇ ਅੰਦਰ ਖੁਸ਼ੀ ਲੈ ਲੈਣਾ, ਪਿਆਰ ਨਾਲ ਉਸ ਚੀਜ਼ ਨੂੰ ਐਕਸੈਪਟ ਕਰ ਲੈਣਾ, ਉਹ ਆਤਮ ਹਿਤਾਵੇ ਹੈ। ਤੇ ਆਪਣੀ ਲੇਨ ਛੋੜ ਕੇ ਗੁਰੂ ਦੀ ਲੇਨ ਵਿੱਚ ਪਿਆਰ ਨਾਲ ਆ ਜਾਣਾ, ਇਸ ਝੋਲੇ ਨਾਲ ਨਾ ਆਣਾ ਕਿ ਜੇ ਮੈਨੂੰ ਆਪਣਾ ਰਸਤਾ ਤੇ ਮੈਨੂੰ ਬੜਾ ਪਸੰਦ ਸੀ, ਪਰ ਸੁਰਿੰਦਰ ਨੇ ਬੜੀ ਵਾਰੀ ਕਿਹਾ, ਜਾਂ ਭਾਈ ਸਾਹਿਬ ਕਿਸੇ ਹੋਰ ਨੇ ਮੈਨੂੰ ਬੜੀ ਵਾਰੀ ਕਿਹਾ ਜੀ ਇਹ ਰਸਤਾ ਬੈਟਰ ਹੈ, ਚਲੋ ਚੱਲ ਜਾਂਦੇ ਆ ਇਸ ਰਸਤੇ ਤੇ, ਦੇਖਦੇ ਆ ਕੀ ਹੁੰਦਾ ਹੈ। ਹਾਲੇ ਮੈਨੂੰ ਪਸੰਦ ਨਹੀਂ ਹੈ ਨੇ 2-3 ਚੀਜ਼ਾਂ, ਪਰ ਕੋਈ ਗੱਲ ਨਹੀਂ, I will walk on this lane, ਚਾਹੇ forcibly walk ਕਰਾਂ, ਉਹ ਨਹੀਂ। That is the difference between the fourth ਲਾਮ and the first ਲਾਮ। ਪਹਿਲੀ ਲਾਮ ਵਿੱਚ ਇੱਥੇ ਪ੍ਰਵਿਰਤੀ ਸੀ ਤੇ ਚੌਥੀ ਲਾਮ ਵਿੱਚ ਪ੍ਰਵਿਰਤੀ ਨਹੀਂ ਹੈ। ਇੱਕ ਪ੍ਰਵਿਰਤੀ ਦਾ ਮਾਰਗ ਹੈ ਕਿ ਜੀ ਹਾਂਜੀ ਦੋਨੋਂ ਚੀਜ਼ਾਂ ਨਾਲ ਚੱਲਣਗੀਆਂ ਜੀ, ਸੁੱਖ ਦੁੱਖ ਨਾਲ ਚੱਲਣਗੇ। ਨਵੇਂ ਵਿਆਹ ਹੋਏ ਦੰਪਤੀ ਹਨ, ਸਮਝਾ ਦਈਏ ਇਹਨਾਂ ਨੂੰ, ਇੱਕ ਦਿਨ ਸੁੱਖ ਹੈ, ਅਗਲੇ ਦਿਨ ਦੁੱਖ ਆਣਾ ਹੈ, ਇੱਕ ਦਿਨ ਖੁਸ਼ੀ ਹੈ, ਅਗਲੇ ਦਿਨ ਨਹੀਂ ਹੈ, ਇੱਕ ਦਿਨ ਅਮੀਰ ਹੈ, ਅਗਲੇ ਦਿਨ ਗਰੀਬੀ ਹੋ ਜਾਵਾਂਗੇ, ਇੱਕ ਦਿਨ ਕਿਸੇ ਹੋਰ ਮਨ ਦੀ ਅਵਸਥਾ ਹੈ, ਦੂਸਰੇ ਦਿਨ ਦੀ ਮਨ ਦੀ ਅਵਸਥਾ ਹੋਰ ਹੋ ਜਾਏਗੀ। ਹਾਂਜੀ, ਉਹ ਪ੍ਰਵਿਰਤੀ ਕਰਮ ਹੈ। ਦ੍ਰਿੜਾਇਆ ਪ੍ਰਵਿਰਤੀ ਕਰਮ ਪਹਿਲੇ, ਤੇ ਚੌਥੇ ਵਿੱਚ ਤੇ ਪ੍ਰਵਿਰਤੀ ਕਰਮ ਨਹੀਂ ਹੈ ਨਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ ਉਹ ਵਡਾਇਆ। ਚੌਥੜੀ ਵਿੱਚ ਤੇ ਪ੍ਰਵਿਰਤੀ ਨਹੀਂ ਹੈ, ਚੌਥੀ ਵਿੱਚ ਸਹਿਜ ਹੈ। ਤੇ ਸਹਿਜ ਵਿੱਚ ਕੀ ਹੈ? ਸਹਿਜ ਵਿੱਚ ਤਾਂ ਕੋਈ ਬੰਦਾ ਸੋਚਦਾ ਹੀ ਨਹੀਂ ਨਾ। ਸਹਿਜ ਵਿੱਚ ਤੇ ਉਹ ਆਤਮ ਹਿਤਾਵੇ ਵਾਲੀ ਗੱਲ ਆ ਜਾਂਦੀ ਹੈ। ਸੋ ਉਹ ਆਤਮ ਹਿਤਾਵੇ ਹੈ। ਆਤਮ ਹਿਤਾਵੇ ਵਿੱਚ ਇਤਨਾ ਨੈਚੁਰਲ ਪ੍ਰੋਸੈਸ ਹੈ ਉਸ ਪ੍ਰਮਾਤਮਾ ਦੀ ਮਰਜ਼ੀ ਦਾ ਕਿ ਉਹ ਬੰਦਾ ਸੋਚ ਨਹੀਂ ਸਕਦਾ ਕਿ ਇਹ ਯਾਰ ਉਹ ਉੱਥੇ ਫਿਰ ਉਹ ਸੋਚ ਨਹੀਂ ਹੈ ਉਹ ਵਾਲੀ ਕਿ ਮੈਂ ਐਨਾਲਾਈਜ਼ ਕਰਕੇ ਦੇਖਾਂਗਾ ਕਿ ਠੀਕ ਹੈ ਕਿ ਨਹੀਂ ਠੀਕ। ਹਾਂਜੀ, any other questions though? I'd like to cover some part of the grammar today. Please ask question ਕਰਨਾ ਸੀ ਸੁਰਿੰਦਰ ਜੀ। ਮੈਂ ਫੀਨਿਕਸ ਤੋਂ ਬੋਲ ਰਿਹਾ, ਜਸਵੰਤ ਸਿੰਘ ਹੈ ਮੇਰਾ ਨਾਮ। ਹਾਂਜੀ, ਥੈਂਕ ਯੂ ਫॉर ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀਗੀ। ਆਪਾਂ ਹਮੇਸ਼ਾ ਇਹ ਲਫ਼ਜ਼ ਯੂਜ਼ ਕਰਦੇ ਹਾਂ ਕਿ ਪ੍ਰਮਾਤਮਾ ਮਿਲ ਜਾਵੇ, ਤੁਸੀਂ ਵੀ 1-2 ਵਾਰੀ ਕਿਹਾ ਹੈ। ਹੁਣ ਸਿੱਖ ਕਨਸੈਪਟ ਦੇ ਵਿੱਚ ਦੂਜੇ ਪਾਸੇ ਆਪਾਂ ਇਹ ਕਹਿੰਦੇ ਆ ਕਿ ਜਦੋਂ ਤੁਹਾਡੀ ਆਤਮਾ ਹੈ, ਆਫਟਰ ਯੂਅਰ ਲਾਈਫ or your body is left, ਸਾਡਾ ਅਲਟੀਮੇਟ ਏਮ ਹੈ ਕਿ ਸਾਡੀ ਆਤਮਾ ਜਿਹੜੀ ਆ ਉਹ ਪਰਮਾਤਮਾ ਨਾਲ ਮਿਲ ਜਾਵੇ, ਮਿਲਾਪ ਹੋ ਜਾਵੇ। ਤੇ ਇਹ ਜਿਹੜਾ ਜੀਵਨ ਦੇ ਵਿੱਚ ਤੁਸੀਂ ਮਿਲ ਜਾਣਾ ਕਹਿੰਦੇ ਹੋ, ਇਹਦਾ ਮੈਨੂੰ ਥੋੜਾ ਮਤਲਬ ਸੁਣਾਓ ਜੀ। ਮੈਂ ਪਹਿਲੀ ਗੱਲ ਤੇ ਵੀਰ ਜੀ ਇਹ ਇੱਕ ਬੜਾ ਵੱਡਾ ਮਿਸਕਨਸੈਪਸ਼ਨ ਹੈ। ਸਿੱਖੀ ਵਿੱਚ ਮਰਨ ਤੋਂ ਬਾਅਦ ਕੁਝ ਵੀ ਨਹੀਂ ਹੈ। ਲੈਟ ਮੀ ਮੇਕ that very clear to you। ਸਿੱਖੀ ਵਿੱਚ, ਗੁਰਮਤ ਵਿੱਚ, ਮਰਨ ਤੋਂ ਬਾਅਦ ਕੁਝ ਨਹੀਂ ਹੈ।
ਜੋ ਕੁਝ ਹੈ ਜੀਵਨ ਦੇ ਵਿੱਚ ਹੈ, ਹੁਣ ਕਮਾਣਾ ਹੈ ਤੁਸੀਂ। ਮਰਨ ਤੋਂ ਬਾਅਦ ਤੇ ਹਰ ਆਤਮਾ ਨੇ ਪ੍ਰਮਾਤਮਾ ਚ ਮਿਲਣਾ ਹੈ। ਹਾਂਜੀ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਵਰਡ ਆਏ ਹਨ ਸੁਖਮਨੀ ਵਿੱਚ, ਉਹ ਤੇ ਹੋਣਾ ਹੀ ਹੋਣਾ ਹੈ, ਉਹ ਤੇ ਕਿਧਰ ਜਾਣਾ ਕਿਤੇ ਤੁਸੀਂ। ਹਾਂਜੀ, ਪਰ ਫਿਰ ਦੁਬਾਰਾ ਆਣਾ ਹੈ ਨਾ ਇੱਥੇ। ਸੋ ਗੁਰੂ ਘਰ ਵਿੱਚ ਵੀਰ ਜੀ ਜਿਹੜਾ ਕਨਸੈਪਟ ਜਿਹੜਾ ਐਕਸੈਪਟ ਹੋਇਆ ਨਾ, ਉਹ ਜੀਵਨ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤੀ ਪਾਣੀ ਹੈ ਤੁਸੀਂ। ਇੱਥੇ ਰਹਿੰਦਿਆਂ ਹੋਇਆਂ ਸੇਵਾ ਕਰਨੀ ਹੈ, ਇੱਥੇ ਰਹਿੰਦਿਆਂ ਹੋਇਆਂ ਪ੍ਰਮਾਤਮਾ ਨਾਲ ਪਿਆਰ ਕਰਨਾ ਹੈ, ਇੱਥੇ ਰਹਿੰਦਿਆਂ ਹੋਇਆਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਇੱਥੇ ਰਹਿੰਦਿਆਂ ਹੋਇਆਂ ਕੀਰਤਨ ਕਰਨਾ ਹੈ ਤੇ ਕੀਰਤਨ ਸਿੱਖਣਾ ਹੈ, ਰਹਿੰਦਿਆਂ ਹੋਇਆਂ ਬਾਣੀ ਦੀ ਵਿਚਾਰ ਕਰਨੀ ਹੈ, ਰਹਿੰਦਿਆਂ ਹੋਇਆਂ ਗਰੀਬਾਂ ਨੂੰ ਰੋਟੀ ਖਵਾਣੀ ਹੈ। ਮਰਨ ਤੋਂ ਬਾਅਦ ਕੁਝ ਨਹੀਂ ਹੈ, ਮਰਨ ਤੋਂ ਬਾਅਦ ਕੋਈ ਇੰਪੋਰਟੈਂਸ ਨਹੀਂ ਹੈ, ਸਿੱਖੀ ਚ ਨਹੀਂ ਹੈ ਕੋਈ ਇੰਪੋਰਟੈਂਸ ਮਰਨ ਤੋਂ ਬਾਅਦ। ਮਰਨ ਤੋਂ ਬਾਅਦ ਕੋਈ ਮੇਲ ਨਹੀਂ, ਜੀਵਨ ਦੇ ਵਿੱਚ ਹੈ ਸਾਰਾ ਮੇਲ। ਇੱਥੇ ਜੋ ਕਮਾਇਆ ਹੈ, ਇੱਥੇ ਜੋ ਖਟਿਆ ਹੈ, ਉਹ ਮੇਲ ਕੀ ਹੈ ਜੀ? ਉਹ ਮੇਲ ਕੀ ਹੈ ਜੀ? ਮੇਲ ਹੈ ਉਸ ਵਰਗਾ ਬਣ ਜਾਣਾ। ਮੇਲ ਜਪਜੀ ਚ ਡੈਫੀਨੇਸ਼ਨ ਮੇਲ ਇਹ ਹੈ ਕਿ ਗੁਰੂ ਤੁਹਾਡੀ ਮਤ ਗੁਰੂ ਵਰਗੀ ਹੋ ਜਾਵੇ, ਇਹ ਮੇਲ ਹੈ। ਮੇਲ ਇਹ ਹੈ ਕਿ ਆਪਣਾ ਰਸਤਾ ਛੋੜ ਕੇ ਗੁਰੂ ਦੇ ਮਤ ਨੂੰ ਅਪਣਾ ਲੈਣਾ, ਸੇਵਾ ਤੇ ਸਿਮਰਨ ਵਿੱਚ ਜੁੜ ਜਾਣਾ, ਉਸ ਪ੍ਰਮਾਤਮਾ ਨਾਲ ਪਿਆਰ ਕਰਨਾ, ਤੇ ਪਿਆਰ ਦੀ ਅੰਤਹਾ ਜਿਹੜੀ ਗੁਰਬਾਣੀ ਚ ਆਈ ਹੈ ਉਹ ਮੇਲ ਹੈ। ਹੁਣ ਜਿਸ ਤਰ੍ਹਾਂ ਹੁਣ ਕੋਈ ਬੱਚਾ ਛੋਟਾ ਹੋਵੇ ਤੇ ਉਹਨੂੰ ਨਹੀਂ ਕਿਹਾ ਜਾ ਸਕਦਾ ਕਿ ਹੁਣ ਤੂੰ ਫਸਟ ਗ੍ਰੇਡ ਵਿੱਚ ਹੈ ਕਿ ਯਾਰ ਇਹ 12th ਗ੍ਰੇਡ ਚ ਕੀ ਹੋਏਗਾ ਮੇਰੇ ਨਾਲ, ਨਹੀਂ ਪਤਾ। ਤੇ ਉਹ 12ਵੀਂ ਗ੍ਰੇਡ ਦੀ ਗੱਲ ਨਹੀਂ ਕਰ ਸਕਦੇ, ਤੁਸੀਂ ਪਹਿਲੀ ਗ੍ਰੇਡ ਦੀ ਗੱਲ ਕਰ। ਹਾਂ, ਕਦਮ ਪੁੱਟੋਗੇ ਪਹਿਲੇ ਤੇ ਜੀਵਨ ਚ ਕੀ ਬਦਲਾਵ ਆਏਗਾ, ਲੱਛਣ ਦੱਸੇ ਜਾ ਸਕਦੇ ਨੇ ਉਸ ਬੰਦੇ। ਕ੍ਰੋਧ ਘੱਟ ਹੋ ਜਾਂਦਾ ਹੈ, ਜੀਵਨ ਚ ਗਰੀਡ ਘੱਟ ਹੋ ਜਾਂਦੀ ਹੈ, ਪ੍ਰਮਾਤਮਾ ਦੇ ਮਿਲਣ ਦੇ ਰਾਹ ਪੈਦਾ ਹੋ ਜਾਂਦੇ ਹਨ, ਸੰਤੋਖ ਆ ਜਾਂਦਾ ਹੈ ਜੀਵਨ ਵਿੱਚ, ਇੱਕ ਜੀਵਨ ਚ ਆਨੰਦ ਪੈਦਾ ਹੋ ਜਾਂਦਾ ਉਹਦੇ ਅੰਦਰ। ਹੌਲੀ ਹੌਲੀ ਜਦੋਂ ਤੁਸੀਂ ਇਸ ਪਾਸੇ ਚੱਲਦੇ ਹੋ ਤੇ ਪ੍ਰਮਾਤਮਾ ਉਹ ਰਸਤੇ ਖੋਲਦਾ ਹੈ ਉਹ ਤੁਹਾਡੇ ਵਾਸਤੇ। ਇਹ ਕੋਈ ਟੈਂਜੀਬਲ ਚੀਜ਼ ਨਹੀਂ ਹੈ ਵੀਰ ਜੀ ਕਿ ਇਹ ਚੀਜ਼ ਮੈਂ ਹੁਣ ਘਰ ਲੈਣ ਗਿਆ ਤੇ ਉਹ ਘਰ ਦੀ ਪ੍ਰਾਪਤੀ ਮੈਨੂੰ ਹੋ ਗਈ ਤੇ ਮੈਂ ਦਿਖਾ ਦੇਵਾਂ ਤੁਹਾਨੂੰ ਕੁਝ, ਕੁਝ ਨਹੀਂ ਹੈ। ਇਹ ਲੈਵਲ ਹਨ ਸਾਰੇ। ਇਹ ਪ੍ਰਮਾਤਮਾ ਜਦੋਂ ਪਿਆਰ ਕਰਨਾ, ਬੰਦਾ ਪ੍ਰੇਮਾ ਭਗਤੀ ਵਿੱਚ ਜਦੋਂ ਡੁੱਬਦਾ ਹੈ, ਜਦੋਂ ਜੋ ਬਾਣੀ ਵਿੱਚ ਆਏ ਹਨ ਵਰਡ। ਤੇ ਮੈਂ ਇੱਕ ਵਾਰ ਹੋਰ ਕਹਿ ਰਿਹਾ ਕਿ ਘਰ after the class you guys can look at yourself, I don't want to। 24th ਅਸ਼ਪਦੀ ਦੇ 5ਵੇਂ ਸਟੈਂਜ਼ਾ ਕੀ 6ਵੇਂ ਸਟੈਂਜ਼ਾ ਵਿੱਚ ਨਾ ਮਹਾਰਾਜ ਉਹਨਾਂ ਦਾਨਾਂ ਦੀ, ਉਹਨਾਂ ਲੱਛਣਾਂ ਦੀ ਗੱਲ ਕਰਦੇ ਹਨ ਜਿਹੜੇ ਪ੍ਰਮਾਤਮਾ ਨੂੰ ਮਿਲਣ ਵਾਲਿਆਂ ਦੇ ਜਿਹੜੇ ਲੱਛਣ ਜਿਹੜੇ ਹਨ ਨਾ, ਉੱਥੇ ਵਰਡ ਆਏ ਹਨ। ਮੈਂ let me find that if I can find that stanza। ਤੁਸੀਂ ਘਰ ਜਾ ਕੇ ਆਪ ਦੇਖਣਾ ਉਹਦੇ ਮਤਲਬ ਉੱਥੇ, ਤੇ ਉਹਦੇ ਵਿੱਚ ਉੱਥੇ ਵਰ ਦਿੱਤੇ ਹਨ ਉਸ ਪ੍ਰਮਾਤਮਾ। ਮਿਲ ਗਈ ਮੈਨੂੰ ਅਸ਼ਪਦੀ, ਘਰ ਜਾ ਕੇ read those lines। ਖੇਮ ਸ਼ਾਂਤ ਰਿਦ ਨਵਨਿਦ ਬੁੱਧ ਗਿਆਨ ਸਰਬ ਤੇ ਸਿੱਧ। ਇਹ ਜਿਹੜੇ ਨੰਬਰ 6 ਸਟੈਂਜ਼ਾ ਹੈ ਜਿਹੜਾ ਇਹ ਸੁਖਮਨੀ ਦੀ 24th ਅਸ਼ਟਪਦੀ ਦੇ ਨੰਬਰ 6 ਸਟੈਂਜ਼ਾ ਜਿਹੜਾ ਇਹ ਫਲ ਦਿੱਤੇ ਹਨ, ਇੱਕ ਗੁਣ ਦਿੱਤੇ ਹਨ, ਇੱਕ ਅੰਦਾਜ਼ੇ ਦਿੱਤੇ ਹਨ ਉਸ ਪ੍ਰਮਾਤਮਾ ਦੇ ਪਿਆਰ ਕਰਨ, ਜਿਹੜਾ ਇਸ ਜੀਵਨ ਵਿੱਚ ਮਿਲੇ ਹਨ, ਜਿਹੜੇ ਮਰਨ ਤੋਂ ਬਾਅਦ ਕੁਝ ਨਹੀਂ। ਆਈ ਵਾਂਟ ਟੂ ਮੇਕ ਇਟ ਵੈਰੀ ਕਲੀਅਰ। ਮਰਨ ਤੋਂ ਬਾਅਦ ਪ੍ਰਮਾਤਮਾ ਨਾਲ ਉਹ ਨੈਚੁਰਲ ਪ੍ਰੋਸੈਸ ਹੈ ਮਿਲਣ ਦਾ, ਲੇਕਿਨ ਉਹ ਉਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਪਈ ਇੱਥੇ। ਤੇ ਇਹ ਅੱਗੇ ਜਾ ਕੇ ਇਸ ਗੱਲ ਦਾ ਕਰ ਦਿੱਤਨ ਕਿ ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਮਨ ਬਚਨ ਨਾਲ ਇਨ੍ਹਾਂ ਸੁਖਮਨੀ ਦੀ ਬਚਨਾਂ ਨੂੰ ਸੁਣਿਆ ਹੈ ਨਾ, ਜਿਨ੍ਹਾਂ ਨੇ, ਉਹ ਇਹ ਫਲ ਉਹਨਾਂ ਦੇ ਜੀਵਨ ਵਿੱਚ ਆਏ ਹਨ। ਪ੍ਰਮਾਤਮਾ ਨੂੰ ਮਿਲਣ ਤੋਂ ਬਾਅਦ ਕੀ ਹੁੰਦਾ ਹੈ ਇਹ ਤੇ ਜਿਨ੍ਹਾਂ ਨੇ ਮਿਲਿਆ ਉਹਨਾਂ ਨੂੰ ਪਤਾ ਹੈ। ਹਾਂ, ਜਿਹੜੇ ਨੇ ਕਦਮ ਟੁੱਟੇ ਹਨ, ਜਿਨ੍ਹਾਂ ਦੇ ਕਦਮ ਪੁੱਟੇ ਹਨ, ਜਿਨ੍ਹਾਂ ਨੇ ਉਸ ਪਾਸੇ, ਉਹਨਾਂ ਦੀਆਂ ਜੀਵਨ ਵਿੱਚ ਕਿਹੜੀਆਂ ਚੇਂਜਸ ਆਉਂਦੀਆਂ ਹਨ। ਉਹ ਜਿਹੜਾ ਖਿੜਾਓ ਹੈ, ਉਹ ਜਿਹੜੀ ਖੁਸ਼ੀ ਹੈ, ਉਹ ਜਿਹੜਾ ਅੰਦਰਲੀ ਰੋਹ ਜਿਹੜੀ ਹੈ, ਜਿਹੜੀ ਅੰਦਰ ਦਾ ਖਿੜਾਓ ਜਿਹੜਾ ਹੈ, ਉਹਦੇ ਝਲਕਾਰੇ ਜਿਹੜੇ ਅਗਰ ਤੁਹਾਨੂੰ ਮਿਲੇ ਹਨ ਕਦੀ ਫॉर ਅ ਸੈਕੰਡ ਵੀ ਮਿਲਿਆ ਹੋਵੇ ਅਗਰ, ਉਹ ਉਹਨਾਂ ਜਨਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਮਿਲੇ ਹਨ, ਜਿਹੜੇ ਚੱਲੇ ਹਨ ਇਸ ਰਸਤੇ ਤੇ। ਵੀਰ ਜੀ, one question I have, ਤੁਸੀਂ ਕਹਿੰਦੇ ਮਰਨ ਤੋਂ ਬਾਅਦ ਕੁਝ ਨਹੀਂ ਹੈ ਤੇ ਪਰ ਫਿਰ ਵਾਪਸ ਆਣਾ ਹੈ। ਜੇ ਮਰ ਗਏ ਤੇ ਪ੍ਰਮਾਤਮਾ ਦੇ ਨਾਲ ਮਿਲ ਗਏ, ਫਿਰ ਵਾਪਸ ਕਿੰਨੇ ਆਣਾ? ਵਾਪਸ ਫਿਰ ਆਂਦਾ ਨਾ, ਪ੍ਰਮਾਤਮਾ ਭੇਜਦਾ ਨਾ, ਜਿਹੜੇ ਫਿਰ ਰੋਜ਼ ਚਲਦੀ ਹੈ ਨਾ ਉਹ ਵਾਲੀ। ਫਿਰ ਤਾਂ ਹੀ ਤੇ ਪ੍ਰਭ ਕੈ ਸਿਰਮ ਗਰਭ ਨਾ ਬਸੇ ਵਰਡ ਆਏ ਹੈ ਨਾ, ਗਰਭ ਵਿੱਚ ਬਸਦਾ ਹੈ ਨਾ ਦੁਬਾਰਾ, ਉਹ ਉਹਦੀ ਮਰਜ਼ੀ ਨਾਲ ਫਿਰ ਵਾਪਸ ਆਂਦਾ। ਕਿਉਂਕਿ ਜਿਹੜੇ ਜੀਵਨ ਦੇ ਆਸਾ ਦੀ ਵਾਰ ਦੀਆਂ ਉਹ ਯਾਦ ਹਨ ਵੀਰ ਜੀ ਲਾਈਨਾਂ ਜਿਹੜੀਆਂ ਕਲਾਸ ਸੀ ਪਤਾ ਨਹੀਂ 50 ਵਾਰੀ ਕਿਤਨੀ ਡਿਟੇਲ ਉਹਦੀ ਡਿਸਕਸ ਕੀਤੀ ਸੀ, ਜਿਹੜੀਆਂ ਕਿ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ ਨਹੀਂ। ਐਂਡ ਅਗਲੀ ਵਾਰੀ ਮੇਬੀ ਆਈਲ ਟਾਕ ਅਬਾਊਟ ਦੈਟ। ਆਸਾ ਦੀ ਵਾਰ ਦੀਆਂ ਔਖੀਆਂ ਲਾਈਨਾਂ ਫਿਰ ਰਥ ਵੱਟਦਾ ਹੈ ਨਾ, ਫਿਰ ਬੰਦਾ ਰਥ ਸੰਸਕਾਰ ਵਾਪਸ ਆਉਂਦਾ।
ਜਾਂ ਵਾਪਿਸ ਆਣ, ਫਿਰ ਆਣਾ ਪੈਂਦਾ ਨਾ, ਫਿਰ ਰੱਥ ਵਟਾ ਲੈਂਦਾ ਆਪਣਾ। ਕੋਈ ਤਦ ਤੱਕ ਰੱਥ ਵਟਾ ਲੈ, ਉਹ ਫਿਰ ਜੁਗਾਂ ਜੁਗਾਂ ਤੋਂ ਰੱਥ ਵਟਾਉਂਦਾ ਫਿਰ ਉਹ, ਕਿਉਂਕਿ ਨਹੀਂ ਕਰ ਪਾਉਂਦਾ ਇੱਥੇ ਕੰਮ। ਮਹਾਰਾਜ ਇਸ ਗੱਲ ਨੂੰ ਸੁਖਮਨੀ ਦੀ ਬਾਣੀ ਦੇ ਲਿਖਣ ਦਾ ਮਤਲਬ ਹੀ ਹੋਈ ਸੀ, ਜਦੋਂ ਕੋਈ ਪ੍ਰਾਣੀ ਚਲਾ ਜਾਂਦਾ ਹੈ ਤੇ ਉੱਥੇ ਕੀ ਅਰਦਾਸ ਕਰਦੇ, ਅਰਦਾਸ ਇਹ ਕਹਿੰਦੇ ਮਹਾਰਾਜ ਸਦਾ ਸਦਾ ਚਿਰ ਲਈ ਉਹਨਾਂ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੋ, ਉਹਨਾਂ ਨੂੰ ਸਦਾ ਚਿਰ ਲਈ ਉਹਨਾਂ ਇਹ ਹੁੰਦਾ ਕਿ ਸੰਗਤ ਚ ਅਰਦਾਸ ਕੀਤੀ ਹੋਈ ਪ੍ਰਵਾਨ ਹੋ ਜਾਂਦੀ। ਸੋ ਐਨੀਵੇ that is a separate issue ਜੋ ਮੈਂ ਸੁਖਮਨੀ ਤੇ ਹੀ ਫੋਕਸ ਕਰਾਂਗਾ। ਬਟ ਇਹ ਗੱਲ ਪੱਲੇ ਬੰਨ ਲਓ ਅੱਜ ਕੀ ਮਰਨ ਤੋਂ ਬਾਅਦ ਸਿੱਖੀ ਚ ਕੁਝ ਨਹੀਂ ਜੇ, ਇਹ ਨਾ ਸਮਝਿਓ ਕੋਈ ਕਿ ਮਰਨ ਤੋਂ ਬਾਅਦ ਹੂਰਾਂ ਕਿਸੇ ਹੋਰ ਧਰਮ ਚ ਹੋਣਗੀਆਂ, ਮਰਨ ਤੋਂ ਬਾਅਦ ਹੂਰਾਂ ਜਾਂ ਮਿਲਣੀਆਂ ਜਾਂ ਕੁਝ ਮਿਲਣਾ, ਮਰਨ ਤੋਂ ਬਾਅਦ ਉਹ ਸਵਰਗ ਇੱਥੇ ਜੋ ਹੈ ਇੱਥੇ ਹੈ ਹੁਣ। ਮਰਨ ਤੁਹਾਡੇ ਹੱਥ ਵਿੱਚ ਨਹੀਂ ਹੈ ਤੇ ਜੀਣ ਵੀ ਤੁਹਾਡੇ ਹੱਥ ਵਿੱਚ ਨਹੀਂ ਹੈ। ਜੋ ਕਮਾਈ ਹੈ, ਹੁਣ ਦੀ ਕਮਾਈ ਕਰ ਰਹੇ ਹੋ ਜੋ ਵਿਚਕਾਰ। ਤੇ ਜਦੋਂ ਪੇਜ 1000 ਤੇ ਮਾਰੂ ਦਾ ਵਾਕ ਜਦੋਂ ਪਹਿਲੀ ਵਾਰੀ ਜਦੋਂ ਮਹਾਰਾਜ ਜਦੋਂ ਵਾਕ ਲਿੱਤਾ ਨੰਦੇੜ ਜਦੋਂ ਗੁਰੂ ਬਣ ਤੋਂ ਬਾਅਦ, ਤੇ ਉਸ ਵਾਕ ਨੂੰ ਵੀ ਪੜ੍ਹ ਲਿਓ ਜਾਰਾ ਜਾ ਕੇ, ਤੇ ਉਹ ਵੀ ਪਤਾ ਲੱਗ ਜਾਏਗਾ ਕਿ ਜੀਵਨ सॉरी भूल गया मैं, स्वीटी कैन हेल्प मी। जीवन पदवी पाई, अब मोहे जीवन पदवी पाई, चीत आयो सब पुरख विधाता। सो ਉਹ ਜਿਹੜਾ ਪਹਿਲਾ ਵਾਕ ਜਿਹੜਾ ਹੈ ਉਹਦੇ ਵਿੱਚ ਹੀ ਬੜੀ ਕਲੈਰਿਟੀ ਕਿ ਜੀਵਨ ਪਦਵੀ ਕਿਹੜੀ ਹੈ, ਜੀਵਨ ਵਿੱਚ ਪਦਵੀ ਕਿਹੜੀ ਹੈ। ਮਰਨ ਦੀ ਪਦਵੀ ਨਹੀਂ ਹੈ, ਮਰਨ ਤੋਂ ਬਾਅਦ ਜੀਵਨ ਵਿੱਚ ਪਦਵੀ ਹੈ। ਕਿਹੜੀਆਂ ਪਦਵੀਆਂ, ਕਿਹੜੀਆਂ ਚੇਂਜਸ ਆਉਂਦੀਆਂ ਜੀਵਨ ਵਿੱਚ ਜਿਹੜਾ ਪਰਮਾਤਮਾ ਨੂੰ ਖੁਸ਼ ਕਰਦੇ ਆ ਜਿਹੜੀਆਂ। ਹਾਂਜੀ ਮੇਰਾ ਕਾਫੀ ਟਾਈਮ ਚਲਾ ਗਿਆ ਇਹਦੇ ਚ। I thought I'll be doing this in half an hour and then moving forward, but any other questions? So I would like to at least cover one or two grammar, the simple rules, you know. Virji, if not, then I'll I guess not do it, I guess. Virji, मैं question पूछना चाहता सी जी। ਜਦੋਂ ਅਸੀਂ ਕਹਿੰਦੇ ਆ ਗੁਰੂ ਦਾ ਦਰਸ਼ਨ ਜਾਂ ਅਸੀਂ ਕਹਿੰਦੇ ਆ ਬ੍ਰਹਮ ਗਿਆਨੀ ਦਾ ਦਰਸ਼ਨ, ਨਾਓ ਇਹਦੇ ਵਿੱਚ ਇੱਕ ਆਪਣੀ ਗੱਲ ਹੋ ਰਹੀ ਹੈ ਤੇ ਇੱਕ ਗੁਰੂ ਦੀ ਗੱਲ ਹੋ ਰਹੀ ਹੈ। ਮਤਲਬ there is this me and then there is the guru, the darshan. Now the thing is, ਇੱਕ ਤੇ ਜਿਵੇਂ ਇੱਕ excellent mentor ਹੋਵੇ, ਜੇ ਆਪਾਂ ਕੋਈ ਆਪਣੀ ਫੀਲਡ ਤੇ ਗੱਲ ਕਰ ਲਈਏ, ਹੁਣ ਜਦੋਂ ਅਸੀਂ ਮੈਂਟਰ ਨੂੰ ਦੇਖਦੇ ਹਾਂ ਅਸੀਂ ਉਹੋ ਜਿਹੇ ਬਣਨਾ ਚਾਹੁੰਦੇ ਹਾਂ। So is it a sense of looking at the Brahmgyani and through that Brahmgyani seeing their actions, seeing their pratap, seeing how they act, and then I try to inculcate or become them? And then the question is, how would this me, whatever this me is, know that I am closer to that stage, or is it that kind of ehsas? Yeah, ਇਹਦੇ ਉੱਤੇ ਬਹੁਤ ਵਾਰੀ ਡਿਸਕਸ ਕਰ ਆਏ ਆ ਪਹਿਲੇ ਕਿ ਸਾਇੰਸ ਹੁੰਦੇ ਨੇ ਸਪਿਰਿਚੁਅਲ ਲੈਵਲ ਦੇ, ਸਾਇੰਸ ਬੰਦੇ ਚ ਪੈਦਾ ਹੋ ਜਾਂਦੇ ਨੇ, ਬੜੇ ਸਾਇੰਸ ਮਿਲਨੇ ਸ਼ੁਰੂ ਹੋ ਜਾਂਦੇ ਨੇ ਸਪਿਰਿਚੁਅਲ ਡਿਵੈਲਪਮੈਂਟ ਦੇ, ਹੈ ਨਾ। ਜੇ ਤੁਸੀਂ ਹੁਣ ਸਾਲਾਂ ਤੋਂ ਕੁਝ ਕਰਦੇ ਪਏ ਹੋ ਤੇ ਉਹਦੇ ਸਾਇੰਸ ਤੁਹਾਡੇ ਜੀਵਨ ਚ ਆਣੇ ਸ਼ੁਰੂ ਹੋ ਜਾਂਦੇ ਜੀ, ਹੈ ਨਾ। ਤੇ ਉਹ ਸਾਇੰਸ ਬੜੇ ਹਨ ਜਿਹੜੇ ਸਾਇੰਸ ਤੁਹਾਨੂੰ ਮਿਲ ਜਾਂਦੇ ਨੇ। ਕ੍ਰੋਧ ਘਟਣਾ ਸ਼ੁਰੂ ਹੋ ਜਾਂਦਾ ਹੈ, ਲੋਭ ਘਟਣਾ ਸ਼ੁਰੂ ਹੋ ਜਾਂਦਾ ਹੈ, ਗ੍ਰੀਡ ਘਟ ਜਾਂਦੀ ਹੈ, ਜਲਦੀ ਫਰਸਟ੍ਰੇਟ ਨਹੀਂ ਹੁੰਦਾ ਬੰਦਾ। ਬੜੇ ਸਾਇੰਸ ਹਨ, ਬੜੇ ਜੀਵਨ ਚ ਬੜੇ ਸਾਇੰਸ ਪੈਦਾ ਹੋ ਜਾਂਦੇ ਨੇ ਭਲੇ ਜੇ ਅਗਰ ਰਾਈਟ ਡਿਵੈਲਪਮੈਂਟ ਹੋ ਰਹੀ ਹੋਵੇ ਤੇ। ਹਾਂਜੀ, ਬਾਣੀ ਚ ਆਇਨ ਬੜੇ ਹੈ ਨੀ। ਤੇ ਇਸ ਗੱਲ ਦੀ ਤੇ ਨਾਲੇ ਦੂਸਰੀ ਬਿਲਕੁਲ ਠੀਕ ਹੈ, ਬ੍ਰਹਮ ਗਿਆਨੀ ਨੂੰ ਮਿਲਣਾ ਇਨ ਪਰਸਨ ਹੋਵੇ, ਚਾਹੇ ਉਹਨਾਂ ਦੀ ਰਾਈਟਿੰਗ ਦੇ ਥਰੂ ਹੋਵੇ। ਹੁਣ ਚਾਹੇ ਰਾਈਟਿੰਗ ਦੇ ਥਰੂ ਮਿਲਣਾ ਵੀ ਉਹ ਵੀ ਠੀਕ ਹੈ, ਜੇ ਰਾਈਟਿੰਗ ਦੇ ਥਰੂ ਬੰਦਾ ਮਿਲੇ, ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਮਿਲੇ। ਇਹਨੂੰ ਕਲਗੀਧਰ ਚਮਤਕਾਰ ਦੀਆਂ ਕਲਾਸਿਸ ਅਟੈਂਡ ਕਰਦੇ ਆ, ਗੁਰੂ ਨਾਨਕ ਚਮਤਕਾਰ ਦੇ, ਤੇ ਉਹਨਾਂ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ ਉਹਨਾਂ ਦੇ ਕਈ ਵਾਰੀ ਲੱਗਦਾ ਉੱਥੇ ਹੀ ਬੈਠੇ ਹੋਏ ਹੋ ਅਨੰਦਪੁਰ ਸਾਹਿਬ ਹੀ, ਹੈ ਨਾ। ਕਿ ਬੜੀ ਵਾਰੀ ਮਹਿਸੂਸ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਜਾਂਦੇ ਪੈਣ ਕਿਧਰੇ ਤੇ ਲੱਗਦਾ ਕਿ ਗੁਰੂ ਨਾਨਕ ਨਾਲ ਹੀ ਜਾ ਰਹੇ ਹੋ, ਕਿਧਰੇ ਨਾਲ ਹੀ ਬੈਠੇ ਨੇ ਤੁਹਾਡੇ, ਮਹਿਸੂਸ ਹੁੰਦਾ ਨਾ ਤੁਹਾਨੂੰ, ਕਿਉਂਕਿ ਉਹਨਾਂ ਵਿੱਚ ਤਾਕਤ ਹੁੰਦੀ ਹੈ ਕਰਨ ਦੀ ਮਹਿਸੂਸ ਤੁਹਾਡੇ ਚ। ਹਾਂਜੀ, ਤੇ ਉਹਨਾਂ ਚ ਉਹ ਬਦਲਾਵ ਤੁਹਾਡੇ ਚ ਆਉਂਦਾ ਹੈ। I think somebody has their phones on mute, so can you help me out? ਤੇ ਉਹ ਮਹਿਸੂਸ ਹੁੰਦਾ ਉਹਨਾਂ ਦਾ, ਤੇ ਜਦੋਂ ਮਹਿਸੂਸ ਹੁੰਦਾ ਉਹ ਗੱਲ ਤੇ ਡੈਫੀਨਿਟਲੀ ਤੁਹਾਡੇ ਸਿਰ ਤੇ ਅਸਰ ਪੈਂਦੀ ਹੈ। ਔਰ ਇਹ ਗੱਲ ਤੇ ਮੈਂ ਬੜੀ ਵਾਰੀ ਕਹਿ ਆਇਆ ਕਿ ਜਿਹੜੀਆਂ ਬਿਗਨਿੰਗ ਸਟੇਜਸ ਦੀਆਂ ਜਿਹੜੀਆਂ ਸਟੇਜਸ ਆਈਆਂ ਹਨ, ਹੁਣ ਕਈ ਵਾਰੀ ਇੱਕ ਵਾਰੀ ਖੰਡਾਂ ਦੀ ਗੱਲ ਕਰਾਂਗੇ ਤੇ ਖੰਡਾਂ ਦੀ ਜਿਹੜੀ ਡਿਸਕਸ਼ਨ ਜਪਜੀ ਸਾਹਿਬ ਜੀ ਆਈ ਹੈ
ਉਹਨਾਂ ਖੰਡਾਂ ਵਿੱਚੋਂ ਡਿਫਰੈਂਟ ਸਪਿਰਚੁਅਲ ਪ੍ਰੋਗਰੈਸ ਦੀ ਗੱਲ ਕੀਤੀ ਨੇ ਨਾ ਮਹਾਰਾਜ ਨੇ ਕੀਤੀ ਹੈ ਨਾ ਗੱਲ। ਧਰਮ ਖੰਡ ਵਿੱਚ ਕੀ ਹੈ ਉਹਦੇ ਲੱਛਣ, ਉਹਦੇ ਉਹ ਕਿੰਨ ਚੇਂਜ ਹੋ ਜਾਂਦੇ ਨੇ ਫਿਰ ਅੱਗੇ ਗਿਆਨ ਖੰਡ ਵਿੱਚ। ਗਿਆਨ ਖੰਡ ਤੇ ਧਰਮ ਖੰਡ 'ਚ ਫਰਕ ਕੀ ਹੈ ਆਪਸ ਵਿੱਚ? ਤੇ ਧਰਮ ਖੰਡੀ ਕੌਣ ਹੈ? ਧਰਮ ਖੰਡੀ KCF ਤੇ ਮੈਂ ਇੱਕ ਦੋ ਵਾਰੀ ਡਿਸਕਸ ਕੀਤਾ ਹੋਇਆ ਉਹਦੇ ਉੱਤੇ, ਲੇਕਿਨ ਜੀਵਨ 'ਚ ਲਕਸ਼ਣ 'ਚ ਪੈਦਾ ਹੋ ਜਾਂਦੇ ਨੇ ਵੀਰ ਜੀ। ਹੁਣ ਦੇਖੋ ਤੁਸੀਂ ਕਿਸੇ ਨੂੰ ਮਿਲੇ ਹੋਵੋ ਜਦੋਂ 10ਵੀਂ ਜਾਂ 11ਵੀਂ ਪੜ੍ਹਦਾ ਹੋਵੇ ਤੇ 5 ਸਾਲ ਬਾਅਦ ਮਿਲੋ, ਜਿਹੜਾ ਕੋਈ ਅਚੀਵ ਕਰ ਲਿੱਤਾ ਹੋਏ ਲਾਈਫ ਵਿੱਚ, ਤੇ ਉਹ ਬੰਦਾ ਬਦਲ ਜਾਂਦਾ ਨਾ ਕਾਲਜ ਜਾ ਕੇ। 4 ਸਾਲ ਅੰਡਰ ਗ੍ਰੈਜੂਏਟ ਡਿਗਰੀ ਕਰਦਾ ਹੈ, 2-3 ਸਾਲ ਗ੍ਰੈਜੂਏਟ ਸਕੂਲ ਲਗਾਉਂਦਾ ਹੈ, ਤੇ ਫਿਰ ਇਨਸਾਨ 'ਚ ਬਦਲਾਵ ਆਉਂਦਾ ਨਾ ਵੀਰ ਜੀ। ਤੁਸੀਂ ਉਹ ਚੇਂਜ ਰੋਕ ਨਹੀਂ ਸਕਦੇ। ਉਹਦਾ ਸੋਚਣ ਦਾ ਤਰੀਕਾ ਬਦਲ ਜਾਂਦਾ ਨਾ, ਉਹ ਲੌਜੀਕਲੀ ਜ਼ਿਆਦਾ ਸੋਚ ਸਕਦਾ ਹੈ, ਦਿਮਾਗ ਉਹਦਾ ਬੈਟਰ ਕੰਮ ਕਰਦਾ ਹੈ। ਮੇਬੀ ਹੀ ਕੈਨ ਰਾਈਟ ਲੋਟ ਬੈਟਰ ਨਾਓ ਦੈਟ ਹੀ ਹੈਜ਼ ਗੋਨ ਥਰੂ ਲਾਅ ਸਕੂਲ। ਉਸੇ ਤਰ੍ਹਾਂ ਸਪਿਰਚੁਅਲ ਪ੍ਰੋਗਰੈਸ ਵਿੱਚ ਵੀ ਬੰਦੇ ਦੀਆਂ ਅੱਖਾਂ, ਬੰਦੇ ਦੀ ਜ਼ਬਾਨ, ਬੰਦੇ ਦੀ ਬੋਲਣ ਦਾ ਤਰੀਕਾ ਵਿੱਚ ਫਰਕ ਪੈ ਜਾਂਦਾ ਹੈ ਬੜਾ। ਔਰ ਇਹ ਤੁਹਾਡੇ ਉਹਦੇ ਲੱਛਣ ਜਿਹੜੇ ਹਨ ਸਾਹਮਣੇ ਨਜ਼ਰ ਆਣੇ ਸ਼ੁਰੂ ਹੋ ਜਾਂਦੇ, ਉਹ ਰੋਕ ਨਹੀਂ ਸਕਦੇ, ਉਹਦੇ ਤੋਂ ਲੱਛਣ ਪੈਦਾ ਹੋਣਗੇ। ਸੋ ਡੈਫੀਨਿਟਲੀ ਚੇਂਜਸ ਆਉਂਦੀਆਂ ਹਨ ਲਾਈਫ ਵਿੱਚ। ਵੀਰ ਜੀ, ਜਸਟ ਅ ਲਿਟਲ ਫਾਲੋ ਅਪ ਇਫ ਆਈ ਮੇ, ਜਦੋਂ ਆਪਾਂ ਦਰਸ਼ਨ ਦੀ ਗੱਲ ਕਰਨੇ ਆ ਨਾ, ਦਰਸ਼ਨ ਇਟ ਬਿਕਮਸ ਲਾਈਕ seeing a picture, being in the presence of. So a darshan jada hega, it still kind of feels like something outside of me, and meaning my they, yeah, meaning my thought process. So oh jada change from the Guru da darshan, Brahm Gyani da darshan, to having that be part of me. So I'm just at that, maybe I'm not making the question clear, is that ਦਰਸ਼ਨ ਜਿਹੜੇ ਹਨ ਫਿਜ਼ੀਕਲ ਫਾਰਮ ਵਿੱਚ ਵੀ ਹਨ, ਤੇ ਦਰਸ਼ਨ ਜਿਹੜੇ ਹਨ ਜਿਹੜੇ ਨਾਨ ਫਿਜ਼ੀਕਲ ਐਬਸਟ੍ਰੈਕਟ ਵੀ ਹਨ। ਦਰਸ਼ਨ ਸ਼ਬਦ ਦਾ ਦਰਸ਼ਨ ਜਿਹੜੇ ਹਨ, ਜਿਹੜੇ ਉਹ ਸ਼ਬਦ ਦਾ ਦਰਸ਼ਨ ਜਿਹੜਾ ਹੈ ਉਹ ਉਹਨਾਂ ਵੈਲਿਊਜ਼ ਦਾ ਦਰਸ਼ਨ ਹੈ। ਉਹ ਹੈ ਪਿਆਰ ਵਾਲਾ ਦਰਸ਼ਨ, ਉਹਨਾਂ ਵੈਲਿਊਜ਼ ਦਾ ਦਰਸ਼ਨ ਜਿਹੜਾ ਉਹ ਸ਼ਬਦ ਦਾ ਦਰਸ਼ਨ ਹੈ। ਹਾਂਜੀ, ਸ਼ਬਦ ਦੀ ਅੰਦਰਲੀ ਵਿਆਖਿਆ ਦਾ ਦਰਸ਼ਨ ਹੈ। ਸ਼ਬਦ ਦਾ ਦਰਸ਼ਨ ਨਾਦ ਦਾ ਦਰਸ਼ਨ ਵੀ ਹੈ, ਉਹ ਫਿਰ ਕਾਨੜੇ ਦਾ ਵੀ ਦਰਸ਼ਨ ਹੈ, ਉਹ ਸ਼੍ਰੀ ਦਾ ਵੀ ਦਰਸ਼ਨ ਹੈ, ਉਹ ਬਿਲਾਵਲ ਦਾ ਵੀ ਦਰਸ਼ਨ ਹੈ। ਬਿਲਾਵਲ ਵਿੱਚੋਂ ਬਾਣੀ ਪ੍ਰਕਟ ਹੋਣੀ ਹੈ, ਉਹਦੇ ਦਰਸ਼ਨ ਹਨ ਉਹਦੇ, ਹੈਨਾ। ਤੇ ਦਰਸ਼ਨ ਉਹ ਵੀ ਹਨ ਜਿਹੜੇ ਬ੍ਰਹਮ ਗਿਆਨੀ ਦੇ, ਜਿਹੜੇ ਇਨ ਪਰਸਨ ਵੀ ਹੋਵਣ। ਜੇ ਅਗਰ ਕੋਈ ਇਹੋ ਜਿਹਾ ਬੰਦਾ ਤੁਹਾਡੇ ਜੀਵਨ 'ਚ ਆ ਜਾਵੇ, ਮੁਸ਼ਕਿਲ ਹੈ ਮਿਲਣੇ ਬੜੇ, ਹੈਨਾ। ਨਹੀਂ ਹਨ ਤੇ ਕਿਤਾਬਾਂ ਦੇ ਥਰੂ ਦੇ ਦਰਸ਼ਨ ਹੈ, ਉਹ ਪੜ੍ਹਦੇ ਆ ਤੇ ਉਹ ਦਰਸ਼ਨ ਹੋ ਜਾਂਦੇ ਨੇ ਉਹਨਾਂ ਦੇ, ਹੈਨਾ। ਜਪਜੀ ਵਿੱਚੋਂ ਦਰਸ਼ਨ ਹੁੰਦੇ ਨੇ ਗੁਰੂ ਨਾਨਕ ਮਹਾਰਾਜ ਦੇ। ਸੁਖਮਨੀ ਸਾਹਿਬ ਵਿੱਚ ਉਹਨਾਂ ਦੀ ਆਤਮਾ ਦੇ ਦਰਸ਼ਨ ਹੁੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਹੁੰਦੇ ਨੇ, ਹੈਨਾ। ਅਕਾਲ ਉਸਤਤ ਵਿੱਚੋਂ ਦਸਮ ਪਿਤਾ ਦੇ ਦਰਸ਼ਨ ਹੁੰਦੇ ਹਨ, ਹੁੰਦੇ ਨਾ ਦਰਸ਼ਨ ਉਹਨਾਂ ਦੇ। ਜਦੋਂ ਅਕਾਲ ਉਸਤਤ ਪੜ੍ਹਦੇ ਹੋ ਤੁਹਾਨੂੰ ਉਹਨਾਂ ਦੇ ਦਰਸ਼ਨ ਹੁੰਦੇ ਹਨ। ਕਲਗੀਧਰ ਚਮਤਕਾਰ 'ਚ ਉਹਨਾਂ ਦੇ ਦਰਸ਼ਨ ਹੁੰਦੇ ਹਨ। ਤੇ ਦਰਸ਼ਨ ਦਾ ਮਤਲਬ ਇੱਥੇ ਕਈ ਵਾਰੀ ਪਰਸਨ ਵੀ ਆਇਆ ਹੈ, ਦਰਸ਼ਨ ਪਰਸਨ ਵੀ ਆਇਆ ਵਰਡ, ਸਰਸਨ ਵੀ ਆਇਆ ਹੈ ਵਰਡ। ਦਰਸ਼ਨਾ ਤੇ ਪਰਸਨਾ, ਦਰਸ਼ਨ ਇੱਕ ਤੇ ਅੱਖ ਨਾਲ ਦੇਖੇ ਤੁਸੀਂ, ਤੇ ਕਿ ਅੰਦਰਲੀ ਅੱਖ ਨਾਲ ਦਰਸ਼ਨ ਕੀਤੇ, ਉਹ ਵੀ ਹੈ ਦਰਸ਼ਨ। ਪਰ ਇਹ ਸਾਰੀਆਂ ਚੀਜ਼ਾਂ ਐਕੈਡੈਮਿਕ ਹਨ, ਅਨਲੈਸ ਯੂ ਰੀਲੀ ਡੂ ਇਟ ਵੀਰ ਜੀ। ਟਾਕ ਕੁਛ ਨਹੀਂ ਹੈ ਇਸ ਰਸਤੇ ਵਿੱਚ, ਔਰ ਜਿਤਨਾ ਐਨਾਲਿਸਿਸ ਕਰਦੇ ਜਾਓਗੇ ਉਤਨਾ ਹੀ ਕਿਧਰੇ ਨਹੀਂ ਪਹੁੰਚ ਪਾਓਗੇ। ਕਰਨ ਵਾਲੇ ਜਿਹੜੇ ਬੰਦੇ ਹਨ ਉਹ ਕਰਦੇ ਹਨ। ਜਦੋਂ ਤੁਸੀਂ ਕਰਦੇ ਹੋ ਤੇ ਗੁਰੂ ਅੱਗੇ ਰਸਤਾ ਆਪ ਦਿਖਾਉਂਦੇ ਹਨ। ਇੱਕ ਗੱਲ ਯਾਦ ਰੱਖਣਾ ਮੇਰੀ, ਇੱਕ ਤੁਸੀਂ ਰਸਤਾ, ਇੱਕ ਪੈਂਡਾ ਚੱਲ ਕੇ ਦੇਖੋ ਤੇ ਕਰੋੜਾਂ ਉਹ ਤੁਹਾਨੂੰ ਅੱਗੇ ਹੱਥ ਤੁਹਾਡਾ ਪਕੜੇਗਾ। ਬਾਕੀ ਜਿਤਨੀ ਬਾਲ ਦੇ ਖਾਲ ਨਿਕਾਲਦੇ ਜਾਓ, ਯੂ ਕੈਨ ਸਪਲਿਟ ਹੇਅਰਸ ਆਲ ਯੂ ਵਾਂਟ, ਉਹਦੇ ਨਾਲ ਕੁਝ, ਇੱਕ ਕਰਨ ਵਾਲਿਆਂ ਦਾ ਹੈ ਕੰਮ ਰਸਤਾ। ਐਨਾਲਿਸਿਸ ਦਾ ਘੱਟ ਹੈ ਤੇ ਕਰਨ ਵਾਲਿਆਂ ਦਾ ਜ਼ਿਆਦਾ ਹੈ। ਜਿਹੜੇ ਕਰਦੇ ਹਨ ਉਹ ਪਹੁੰਚਦੇ ਹਨ, ਉਹ ਜਿਹੜੇ ਕਰਦੇ ਹਨ ਉਹਨਾਂ ਨੂੰ ਰਸਤਾ ਅਗਲੇ ਨਜ਼ਰ ਆਉਂਦਾ ਹੈ ਅਗਲਾ ਸਟੈਪ। ਹਾਂਜੀ, I don't think so I have any time left today to do any grammar. ਮੈਂ ਤੇ ਪੂਰੀ ਤਿਆਰੀ ਕਰਕੇ ਆਇਆ ਸੀ ਅੱਜ, but I didn't realize this will take ਸੁਰਿੰਦਰ ਜੀ, ਜੋ ਤੁਸੀਂ ਕਰ ਰਹੇ ਹੋ ਨਾ, ਜੋ ਮੈਂ ਜਵਾਬ ਦੇ ਰਹੇ ਹੋ, ਇਹ ਹੋਰ ਕਿਤੋਂ ਲੱਭਦੇ ਨਹੀਂ ਹੈ ਤੇ ਇਹ ਬੜੇ ਕੀਮਤੀ ਨੇ। Thank you for doing this. You make so much clarification. ਉਹਨੇ ਵੀਰ ਜੀ ਜੋ ਪੁੱਛ ਰਹੇ ਸਨ ਕਿ ਇਹ ਇੰਟਰਨਲ ਇਮੋਸ਼ਨਸ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਸਨ। Yeah, most probably. Yeah, ਜਿਵੇਂ ਕਹਿੰਦੇ ਸਗੋਂ ਵਾਹਿਗੁਰੂ ਦਾ ਅੰਸ਼ ਸਾਡੇ ਅੰਦਰ ਹੈ, ਅੰਦਰ ਮਹਿਸੂਸ ਕਰੋ, ਤੁਹਾਡੇ ਅੰਦਰ ਆਦਾ ਹੈ ਨਾ। ਤੇ ਉਹ ਕਨੈਕਸ਼ਨ, ਇੰਟਰਨਲ ਕਨੈਕਸ਼ਨ ਦੀ ਗੱਲ, maybe that is what he was trying to get. And I also want to understand. And internal connection and external too, दोनों चीज़ें, internal नहीं खाली,
एक्सटर्नल भी उतना ही इंपॉर्टेंट है और कई मेरे हिसाब नाल कई बारी एक्सटर्नल ज्यादा इंपॉर्टेंट है इंटरनल नालों, क्योंकि उਦੋਂ ਬਾਅਦ ਹੀ ਇੰਟਰਨਲ ਹੁੰਦਾ ਹੈ ਨਾ। इंटरनल बाद विच आएगा, एक्सटर्नल पहले या आएगा। या वर्ड हमेशा सेवा ते सिमरन है, सिमरन ते सेवा कभी नहीं आए, वर्ड पहले सेवा है फिर सिमरन है। और आसा दी वार दियां ਉਹ ਤੁਕਾਂ ਹੋਰ ਕਲੈਰਿਟੀ ਦੇ ਦਿੰਦੀਆਂ ਕਿ ਦੇਖੋ ਜਦੋਂ ਆਸਾ ਦੀ ਵਾਰ ਦੀ ਪਹਿਲੇ ਛੱਕੇ ਵਿੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਦੀ ਪਹਿਲਾ ਜ਼ਿਕਰ ਆਇਆ ਹੈ। ਪਹਿਲਾ ਅੰਦਰਲੀ ਗੱਲ ਬਾਅਦ ਚ ਆਈ ਹੈ, ਬੜੀ ਅੰਦਰਲੀ ਰੋਹ ਬਾਅਦ ਵਿੱਚ ਚੱਲੀ ਹੈ। ਪਹਿਲੇ ਬਾਹਰ ਦੇਖਿਆ ਨੇ ਉਹਨਾਂ ਨੇ, ਪਹਿਲੇ ਬਾਹਰਲੀ ਗੱਲ ਆਈ ਹੈ, ਪਹਿਲੇ ਬਾਹਰਲੀ ਡਿਸਕਸ਼ਨ ਆਈ ਹੈ, ਪਹਿਲੇ ਬਾਹਰ ਕੀ ਹੋਇਆ ਉਹਦੇ ਉੱਤੇ ਡਿਸਕਸ਼ਨ ਆਈ। ਐਂਡ ਤੁਸੀਂ ਸੁਖਮਨੀ ਦੀ ਬਾਣੀ ਨੂੰ ਲੈ ਲਓ, अंदरली डिस्कशन लैन वास्ते you have to wait under अष्टपदी नंबर 21 21वीं अष्टपदी तक पहुंचदे अंदरली डिस्कशन आई। उत्थे वर्ड आया ना एब्स्ट्रैक्ट बड़े, जब आकार है कछ न दृष्टेता, पाप पुण्य तब कहते होता, जब तारी आपन सुन समात, तब बैर विरोध के संकमात, जब आपन जब बरन चिन्ह ना जापत। हाँ वो अंदरली डिस्कशन मुश्किल है ना, अंदरला होर डिफिकल्ट है, बाहरला इजी है। ते जे बाहरला ही कनेक्ट ना कर पाया, देखो जी जे किसी भुखे नूं देख के तुहाडे अंदर इतनी ना जोगी रो कि उन्होंने रोटी खवा सके बंदा, उन्हें परमात्मा की प्राप्ति की करनी है उसने। जे किसी मुसलमान नूं देख के या जूइश नूं देख के या किसी अफ्रीकन अमेरिकन नूं देख के या किसी होर नूं देख के वितकरा करदा होवे जेड़ा ओ ही ना समझ सके गल, उन्हें परमात्मा की प्राप्ति सुआ करनी है उसने। परमात्मा वो ते बहुत दूर है परमात्मा तो, ਉਹ ਜਿੰਨਾ ਪਰਜੀ ਮਰਿਆ ਪਰਜੀ ਨਾਟਕ ਕਰਦਾ ਰਹੇ ਹੋ ਬੈਠ ਕੇ ਆਪਣੇ ਅੰਦਰ। ਜਿੰਨੇ ਬਾਹਰ ਨਹੀਂ ਦੇਖਿਆ ਪਹਿਲੇ ਉਹਨੇ ਅੰਦਰ ਕੀ ਦੇਖਣਾ, ਉਹਨੇ ਅੰਦਰ ਕੁਝ ਨਹੀਂ ਦੇਖ ਪਾਣਾ। ਉਹਨੇ ਅੰਦਰਲੀ ਲੜਾਈ ਤੇ ਬਹੁਤ ਮੁਸ਼ਕਿਲ ਹੈ। ਪਹਿਲੇ ਬਾਹਰ ਦੇਖੇ ਤੇ ਸਹੀ, ਬਾਹਰ ਕੌਣ ਹੈ, ਬਾਹਰਲੀ ਕਾਇਨਾਤ ਨਾਲ ਪਿਆਰ ਤੇ ਕਰੇ। ਜੇ ਇਹਨਾਂ ਨੇ ਫੁੱਲਾਂ ਦੀ ਖੁਸ਼ਬੂ ਵਿੱਚੋਂ ਨਹੀਂ ਢੂੰਡਿਆ ਉਸਨੇ, ਜੇ ਉਹ ਨਹੀਂ ਐਪਰੀਸ਼ੀਏਟ ਕਰ ਸਕਿਆ, जे किसी भुखे नूं रोटी नहीं खवाई उसने, जे किसी गरीब बच्चे की पढ़ाई विच उसने मदद नहीं की, उन्हें अंदर की देखना, उन्हें उन्हें परमात्मा नाल प्यार नाल मतलब ही नहीं कोई उहदा दिखावा है खाली उसदा। वो बहुत मुश्किल है उस बंदे वास्ते अंदरला प्यार करना। वो की करेगा प्यार, हाँ जी वो की करेगा, वो बहुत मुश्किल है उहदे वास्ते। बाहरली लड़ाई पहले जितनी है, एक्सटर्नल ज्यादा है ना। बाहर से अंदर वो दोनों अंदर है, बाहरला एक्सटर्नल ज्यादा इंपॉर्टेंट है। By the way, before you start though, I have cancelled my plans. I'm not going to talk about that now. There's no time left now. So next Sunday the discussion which we will start with that and go over some simple rules. ਹਾਂਜੀ ਉਹ question ਪੁੱਛ ਲਓ ਜੀ ਆਪ। ਨਹੀਂ ਵੀ ਜੀ ਜਸ ਜਿਹੜੇ ਹੁਣ ਗੱਲ ਕਰ ਰਹੇ ਸੀ ਐਕਸਟਰਨਲ ਦਾ, ਐਕਸਟਰਨਲ ਐਫਰਟ ਅਸੀਂ ਕਰੀਏ ਤੇ ਇੰਟਰਨਲ ਵਾਹਿਗੁਰੂ ਆਪਣੇ ਆਪ ਮਦਦ ਕਰੇਗਾ ਨਾ। ਬਿਲਕੁਲ ਉਹ ਤੁਹਾਡੇ ਅੰਦਰ ਗੁਣ ਪੈਦਾ ਹੋ ਜਾਣਗੇ ਨਿਮਰਤਾ ਵਾਲੇ। ਜਿਹੜੀ ਬਹੁਤੀ ਸੇਵਾ ਕਰਦਾ ਹੈ ਨਾ, ਜਿਹੜਾ ਸੇਵਾ ਜਿਹੜਾ ਕਰਦਾ ਹੈ, ਜਿਹੜਾ ਆਪਣੇ ਬਾਰੇ ਬਹੁਤ ਕੁਝ ਸੋਚਦਾ ਹੈ ਤੇ ਅੰਦਰ ਨਿਮਰਤਾ ਖੁਦ ਬ ਖੁਦ ਪੈਦਾ ਹੋ ਜਾਂਦੀ ਹੈ। ਉਹਨੂੰ ਸਿਖਾਣੀ ਨਹੀਂ ਪੈਂਦੀ ਨਿਮਰਤਾ, ਉਹ ਨਿਮਰ ਹੋ ਜਾਂਦਾ ਆਪਣੇ ਆਪ। ਉਹਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਆਪਣੇ ਆਪ, ਕਿਉਂਕਿ ਉਹਨੇ ਸੇਵਾ ਬਹੁਤੀ ਕਰਨੀ ਹੈ। ਇਸ ਵਾਸਤੇ ਉਹ ਪੈਸੇ ਕਮਾਉਣ ਦਾ ਟਾਈਮ ਘੱਟ ਜਾਂਦਾ ਉਹਦੇ ਵਾਸਤੇ। ਉਹਨੇ ਟਾਈਮ ਕੱਢਣਾ ਹੈ ਸੇਵਾ ਵਾਸਤੇ। ਉਹਨੇ ਕਿਸੇ ਨੂੰ ਸ਼ਬਦ ਸਿਖਾਣਾ ਹੈ, ਉਹਨੇ ਕਿਸੇ ਨੂੰ ਬਾਣੀ ਵਾਲੇ ਪਾਸੇ ਲਾਣਾ ਹੈ, ਉਸੇ ਕਿਸੇ ਨੂੰ ਰੋਟੀ ਖਵਾਣੀ ਹੈ, ਉਹਨੇ ਹਸਪਤਾਲ ਜਾਣਾ ਹੈ ਸੇਵਾ ਕਰਨ। ਤਾਂ ਜੇ ਉਹ ਸੇਵਾ ਬਹੁਤੀ ਕਰੇਗਾ, ਇਹਦਾ ਮਤਲਬ ਪੈਸੇ ਕਮਾਉਣ ਚ ਉਹਦੇ ਫਿਰ ਉਹ ਟਾਈਮ ਘੱਟ ਜਾਏਗਾ, ਉਹਦਾ ਸੰਤੋਖ ਆਪਣੇ ਆਪ ਆ ਗਿਆ। ਅਗਲੇ ਹਫਤੇ ਮੈਨੂੰ ਯਾਦ ਕਰਾਣਾ ਐਕਸਟਰਨਲ ਬਾਰੇ ਗੱਲ ਮੈਂ ਕੀਤਾ ਹੋਇਆ। ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਬਹੁਤ ਸਪੈਸ਼ਲ ਸ਼ਲੋਕ ਹੈ ਸੇਵਾ ਦਾ, and maybe we can put it up on the screen. I'm not going to talk about it, but let everybody know. ਮੈਨੂੰ ਨੰਬਰ ਨਹੀਂ ਯਾਦ ਉਸ ਸ਼ਲੋਕ ਦਾ। ਉਸ ਸ਼ਲੋਕ ਦੀ ਹੈ ਕਿ ਉਹਦੇ ਲਾਸਟ ਜਿਹੜੀ ਲਾਈਨਾਂ ਇਹ ਹਨ ਕਿ ਨਾਨਕ ਗੁਰ ਸੇਵਾ ਕਿੰਗੇ ਨਾ ਲੱਭਤੇ। if Sudhi, can you ਕਿਹੜਾ ਨੰਬਰ ਕਿੰਨਾ ਹੈ ਸ਼ਲੋਕ ਦਾ? ਨਾਨਕ ਗੁਰ ਸੇਵਾ ਕਿੰਗੇ ਨਾ ਲੱਭਤੇ, ਇਹ ਲਾਸਟ ਲਾਈਨ ਹੈ ਉਹਦੀਆਂ। ਸੇਵਾ ਦੇ ਉੱਤੇ ਸ਼ਲੋਕ ਉਹਨਾਂ ਨੇ ਦਿੱਤਾ ਉਹਨਾਂ ਨੇ। ਔਰ ਇਸੀ ਵਾਸਤੇ ਗੁਰੂ ਘਰ ਵਿੱਚ, ਇਸ ਘਰ ਵਿੱਚ ਸੇਵਾ ਦਾ ਇਤਨਾ ਵੱਡਾ ਸਥਾਨ ਹੈ ਕਿਉਂਕਿ ਐਕਸਟਰਨਲ ਕਨੈਕਸ਼ਨ ਬਹੁਤ ਕ੍ਰਿਟੀਕਲ ਹੈ ਇੰਟਰਨਲ ਨਾਲੋਂ ਪਹਿਲੇ। ਜੇ ਐਕਸਟਰਨਲ ਨਹੀਂ ਹੈ ਤੇ ਇੰਟਰਨਲ ਹੋਣਾ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ।
ਅੰਦਰੋਂ ਰੋਹ ਜਾਗੇਗੀ ਉਸੇ ਦੀ ਜਿਹਦਾ ਐਕਸਟਰਨਲ ਕਨੈਕਸ਼ਨ ਹੋਏਗਾ ਤੇ ਸੁਖ ਉਸ ਆਸਾ ਦੀ ਵਾਰ ਦੀਆਂ ਉਹਨਾਂ ਲਾਈਨਾਂ ਨੂੰ ਇੰਟਰਨਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਜਿਸ ਵਿੱਚ ਮਹਾਰਾਜ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਤੋਂ ਸ਼ੁਰੂ ਹੋ ਕੇ ਵਿਸਮਾਦ ਦੀਆਂ ਲਾਈਨਾਂ ਤੇ ਵਿਸਮਾਦ ਦੀਆਂ ਲਾਈਨਾਂ ਤੋਂ ਬਾਅਦ ਵੱਡੀ ਵਡਿਆਈ ਕਿਆ ਕਮਾਲ ਦੀ ਬਾਣੀ ਹੈ ਆਸਾ ਕੀ ਵਾਰ ਮਹਾਰਾਜ ਨੇ ਇੱਕ ਇੱਕ ਚੀਜ਼ ਕਲੈਰਿਟੀ ਦੇ ਦਿੱਤੀ ਉੱਥੇ ਦੇਖ ਲੈ ਭਲਿਆ ਜੇ ਕਰੇਗਾ ਤੇ ਤੇਰਾ ਕੰਮ ਬਣੇਗਾ ਦੇਖ ਲੈ ਸਭ ਕੁਝ ਸੱਚਾ ਸਮਾਇਆ ਹੋਇਆ ਮੈਨੂੰ ਤੇ ਉਹਨਾਂ ਨੂੰ ਤੇ ਆਇਆ ਨਜ਼ਰ ਸੱਚਾ ਸਾਰਿਆਂ ਵਿੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਉਹਨਾਂ ਨੂੰ ਆਇਆ ਤੇ ਅੱਗੇ ਜਾ ਕੇ ਉਹਨਾਂ ਸੱਚਿਆਂ ਵਿੱਚੋਂ ਵਿਸਮਾਦ ਵੀ ਨਜ਼ਰ ਆਇਆ ਉਹਨਾਂ ਨੂੰ ਵਿਸਮਾਦ ਨਾਦ ਵਿਸਮਾਦ ਵੇਦ ਫਿਰ ਕਹਿੰਦੇ ਹਨ ਦੇਖ ਜਿਹੜੇ ਸੱਚੇ ਵਿੱਚ ਜੁੜੇ ਹਨ ਉਹਨਾਂ ਦੀ ਵਡਿਆਈ ਬੜੀ ਵੱਡੀ ਹੈ ਵੱਡੀ ਵਡਿਆਈ ਜਾਂ ਵੱਡਾ ਨਾ ਹੋ ਵੱਡੀ ਵਡਿਆਈ ਜੇ ਉਹਨਾਂ ਦੀ ਵਡਿਆਈ ਬੜੀ ਵੱਡੀ ਹੈ ਜਿਹੜੇ ਜਾਂਦੇ ਹਨ ਇਸ ਰਸਤੇ ਤੇ ਵਡਿਆਈ ਬੜੀ ਵੱਡੀ ਹੈ ਉਹਨਾਂ ਦੀ ਵੱਡੀ ਵਡਿਆਈ ਚ ਨੇਚਲ ਥਾਓ ਵੱਡੀ ਵਡਿਆਈ ਚ ਜਾਣੇ ਅੱਲਾਹ ਜਿਹੜੀ ਤੇ ਉਹਦੀ ਕਿਰਪਾ ਦੇ ਨਾਲ ਵੱਡੀ ਵਡਿਆਈ ਬੁੱਝੇ ਸਭ ਭਾਗ ਹੋਣ ਤੇ ਵੱਡੀ ਵਡਿਆਈ ਹੈ ਉਹਦੀ ਵਡਿਆਈ ਹੈ ਉਸਦੀ ਵੱਡੀ तो external connection हाँ जी मिल गया श्लोक number 20 number I'm sorry 20 number 20 पाचन क्रोध अग्रणवी या निरासंगास इतो शुरू हाँ जी वीर जी look at वीर जी I think thank you for clarifying जो तुसी दस्या है और that is extremely important. I think मेरा और maybe this is my own state is that ਜਦੋਂ ਅਸੀਂ ਗੱਲ ਕਰਨੇ ਆ ਲੋਭ ਮੋਹ ਹੰਕਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ these are all internal things ਇਹ ਮੇਰੇ ਅੰਦਰ ਦੀਆਂ ਚੀਜ਼ਾਂ ਨੇ ਬਿਲਕੁਲ ਤੇ ਜਦੋਂ ਮੈਂ ਇਹਨਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨਾ ਔਰ ਇਹਨਾਂ ਨੂੰ ਦੇਖਦਾ ਕਿ ਹਾਂ ਇਹ ਮੇਰੇ ਅੰਦਰ ਇਸ ਵੇਲੇ ਜਦੋਂ ਮੈਂ ਕਿਸੇ ਚੀਜ਼ ਦੇ ਵਾਸਤੇ ਆਮ ਹੈਂਕਰਿੰਗ ਫॉर ਸਮਥਿੰਗ that is an internal experience and giving that up and recognizing that brings me actually closer to being closer to some level ਜਿੱਥੇ ਸੁਖਮਨੀ ਸਾਹਿਬ ਸਾਨੂੰ aim ਕਰਦੇ ਪਏ ਨੇ ਜਿਵੇਂ at different levels so ਉਹ ਜੇ ਮੈਂ क्योंकि I somehow understand it from that way that जे मैं वो खोज नहीं करता अपने अंदर जे मैं सिर्फ बाहर ही देखदा ते फिर because that's probably where I think my confusion is yeah ਜਦੋਂ ਤੁਸੀਂ ਬਾਹਰ ਦੇਖਦੇ ਹੋ ਤੇ ਉਹ ਗੁਣ ਤੁਹਾਡੇ ਅੰਦਰ ਆਪਣੇ ਆਪ ਆਣੇ ਸ਼ੁਰੂ ਹੋ ਜਾਣਗੇ ਠੀਕ ਹੈ ਮਹਾਰਾਜ ਨੇ ਸਟ੍ਰੈਸ ਨਹੀਂ ਕੀਤੀ ਕਿ ਲੋਭ ਕਿੰਜ ਘਟਾਣਾ ਸਵੇਰੇ ਉੱਠ ਕੇ ਪਹਿਲੇ ਫੋਕਸ ਕਰੋ ਜੀ ਮੈਂ ਫੋਕਸ ਕਰਾਂਗਾ ਲੋਭ ਤੇ ਉਹਨਾਂ ਨੇ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਤੂੰ ਸੰਤੋਖ ਪੈਦਾ ਕਰ ਲੋਭ ਚਲਾ ਜਾਏਗਾ ਆਪਣੇ ਆਪ ਉੱਥੇ ਫੋਕਸ ਉਹਨਾਂ ਨੈਗੇਟਿਵਿਟੀ ਉੱਤੇ ਉਹਨਾਂ ਨੇ ਫੋਕਸ ਨਹੀਂ ਕੀਤਾ ਬਹੁਤਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਕ੍ਰੋਧ ਨੂੰ ਮਿਟਾ ਉਹਨਾਂ ਨੇ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਕਰੁਣਾ ਪੈਦਾ ਕਰ ਕ੍ਰੋਧ ਚਲਾ ਜਾਏਗਾ ਆਪਣੇ ਤੇ ਕਰੁਣਾ ਕਿੱਥੋਂ ਪੈਦਾ ਹੋਏਗੀ ਕਰੁਣਾ ਪੈਦਾ ਹੋਏਗੀ ਸੇਵਾ ਕਰਨ ਨਾਲ ਜਦੋਂ ਕਰੁਣਾ ਆਏਗੀ ਤੇ ਕ੍ਰੋਧ ਘਟੇਗਾ ਉਹਨਾਂ ਨੇ ਕਦੀ ਇਹ ਨਹੀਂ ਜਵਾਬ ਦਿੱਤਾ ਕਿ ਕ੍ਰੋਧ ਘਟਣ ਦੇ 10 ਤਰੀਕੇ ਜੀ ਹੈ ਸਟੈਪ 1 ਸਟੈਪ ਉਹਨਾਂ ਨੇ ਕਿਧਰੇ ਬਾਣੀ 'ਚ ਨਹੀਂ ਆਈ ਗੱਲ ਉਹਨਾਂ ਨੇ ਕਿਹਾ ਇਹਦੇ ਉੱਤੇ ਫੋਕਸ ਨਾ ਕਰ ਤੂੰ ਫੋਕਸ ਕਰਕੇ ਪੋਜ਼ਿਟਿਵਿਟੀ ਇਕੱਠੀ ਕਰ ਤੂੰ ਜੇ ਪੋਜ਼ਿਟਿਵਿਟੀ ਲੈ ਕੇ ਆਏਗਾ ਜਿਹੜੀ ਸੇਵਾ ਦੇ ਥਰੂ ਆਏਗੀ ਉਹਦੇ ਨਾਲ ਇਹ ਜਿਹੜੀਆਂ ਪੰਜ ਜਿਹੜੀਆਂ ਇਹਨਾਂ ਦਾ ਅਸਰ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਉਹ ਯਾਦ ਹੈ ਨਾ ਜਗਨਨਾਥਪੁਰੀ ਵਾਲੀ ਸਾਖੀ ਭਾਈ ਝੰਡਾ ਜੀ ਦੀ ਮੈਂ ਕਈ ਵਾਰੀ ਸਾਖੀ ਡਿਸਕਸ ਕੀਤੀ ਹੈ ਭਾਈ ਝੰਡਾ ਜੀ ਨੇ ਵੀ ਸਿਮਿਲਰ ਕੁਐਸਚਨ ਪੁੱਛਿਆ ਤੁਹਾਡੇ ਵਰਗਾ ਤੇ ਮਹਾਰਾਜ ਨੇ ਜਵਾਬ ਦਿੱਤਾ ਮਹਾਰਾਜ ਕਹਿੰਦਾ ਮਰਦਾਨੀਆਂ ਜਾ ਬਾਹਰ ਬਾਰਿਸ਼ ਹੁੰਦੀ ਪਈ ਸੀ ਕਹਿ ਕੇ ਜਾ ਕੇ ਇੱਕ ਬਾਲਟੀ ਲੈ ਕੇ ਆ ਤੇ ਫਿਲਥ ਭਰਦੇ ਸਾਰੀ ਗੰਦ ਭਰਦੇ ਸਾਰਾ ਆਈ ਨੇ ਸਾਖੀ ਆਈ ਹੈ ਨਾ ਵਾਲੀ ਉਹਨਾਂ ਨੇ ਸਾਰਾ ਗੰਦ ਭਰ ਦਿੱਤਾ ਤੇ ਉਹਨੇ ਕਿਹਾ ਮਰਦਾਨੀਆਂ ਹੁਣ ਇਹ ਜਿਹੜੀ ਫਿਲਥ ਕੂੜਾ ਕਰਕਟ ਜਿਹੜਾ ਭਰਿਆ ਹੈ ਜਾ ਇਹ ਬਾਲਟੀ ਬਾਹਰ ਰੱਖਾ ਜਾ ਕੇ ਵਿਹੜੇ 'ਚ ਜਿੱਥੇ ਬਾਰਿਸ਼ ਹੁੰਦੀ ਪਈ ਬੜੀ ਤੇ ਅੱਧੇ ਘੰਟੇ ਬਾਅਦ ਜਾ ਕੇ ਕਿਹਾ ਮਰਦਾਨੀਆਂ ਬਾਕੀ ਬਾਲਟੀ ਵਾਪਸ ਲੈ ਕੇ ਆ ਤੇ ਉਹਦੇ ਵਿੱਚ ਉਸ ਬਾਲਟੀ ਵਿੱਚ ਸਿਰਫ ਸਵੱਛ ਪਾਣੀ ਸੀ ਕੁਝ ਨਹੀਂ ਸੀ ਹੋਰ ਕਿੱਥੇ ਗਈ ਫਿਲਥ ਉਹ ਫਿਲਥ ਦਾ ਤੇ ਰਾਹ ਨਹੀਂ ਦੱਸਣਾ ਫਿਲਥ ਨੂੰ ਤੇ ਪਤਾ ਨਹੀਂ ਲੱਗਣਾ ਕਿੱਥੇ ਜਾਵਾਂ ਮੈਂ ਜੇ ਤੁਹਾਡੇ ਅੰਦਰ ਗੁੱਡ ਕੁਆਲਿਟੀ ਜੀ ਕ੍ਰੋਧ ਨੂੰ ਤੇ ਰਸਤਾ ਨਹੀਂ ਲੱਭਣਾ ਮੈਂ ਛੁਪਾਂ ਕਿੱਥੇ ਜਾ ਕੇ ਗ੍ਰੀਡ ਨੂੰ ਤੇ ਰਸਤਾ ਨਹੀਂ ਮਿਲਣਾ ਕਿਧਰੇ ਜੇ ਸੰਤੋਖ ਆ ਗਿਆ ਨਾ ਤੁਹਾਡੇ ਅੰਦਰ ਗ੍ਰੀਡ ਨੇ ਵਿਚਾਰੀ ਗ੍ਰੀਡ ਘਬਰਾ ਜਾਏਗੀ ਗ੍ਰੀਡ ਕਿ ਮੈਂ ਕੀ ਕਰਾਂ ਹੁਣ ਮੈਂ ਸਮਝ ਨਹੀਂ ਆ ਰਹੀ ਮੈਨੂੰ ਕੀ ਕਰਾਂ ਮੈਂ ਕਰੋੜਾਂ ਸਾਲ ਦਾ ਕਿਸੇ ਕਮਰੇ ਵਿੱਚ ਹਨੇਰਾ ਹੋਵੇ ਨਾ ਵੀਰ ਜੀ ਅਰਬਾਂ ਸਾਲ ਤੋਂ ਹਨੇਰਾ ਤੇ ਇੱਕ ਦੀਆ ਜਲਾ ਕੇ ਦੇਖੋ ਉੱਥੇ
कि कोई कह सकता यार ये अरबां साल दा अंधेरा है, इतनी जल्दी जाएगा नहीं है, ये बड़े सालां दा अंधेरा है इत्थे अंदर। सियाणा कहेगा नहीं, अरबां साल दा अंधेरा है, कोई फर्क नहीं पैंदा, तू एक दिया जला देख, अरबां साल दा अंधेरा किस तरह सकिंटां विच दूर होएगा। बाणी ये सिखांदी है, गुड क्वालिटीज इकट्ठियां करोगे, नेगेटिविटी अपने आप जाएगी। फोकस बैड क्वालिटी ते ना करो, फोकस करो गुड क्वालिटी ते इकट्ठियां करन। ਉਹਦੇ ਤੇ ਐਨਾਲਾਈਜ਼ ਨਾ ਕਰੋ ਮੇਰਾ ਗ੍ਰੀਡ ਕਿੱਥੇ ਹੈ, ਗ੍ਰੀਡ ਕਿੱਥੇ ਜਾਏ, ਗ੍ਰੀਡ ਛੁਪਣ ਦਾ ਰਾਹ ਨਹੀਂ ਲੱਭਣਾ ਗ੍ਰੀਡ ਨੂੰ, ਆਪਣੇ ਆਪ ਗ੍ਰੀਡ ਕੱਟੇਗੀ, ਆਪਣੇ ਆਪ ਇਹ ਘਟ ਜਾਣਗੀਆਂ ਚੀਜ਼ਾਂ। ਹਾਂਜੀ, this is the ਸ਼ਲੋਕ ਆਚੰਕ ਕ੍ਰੋਧ। ਮੈਂ ਸ਼ਲੋਕ ਡਿਸਕਸ ਨਹੀਂ ਕਰਨਾ, ਇਸ ਨੂੰ ਟੇਕ ਅ ਲੌਂਗ ਟਾਈਮ ਟੂ ਡਿਸਕਸ, ਪਰ ਜਿਹੜੇ ਮੈਂ ਅਗਲੀ ਵਾਰੀ ਕੋਸ਼ਿਸ਼ ਕਰਾਂਗਾ, ਆਈ ਵਿਲ ਟਰਾਈ ਟੂ ਡਿਸਕਸ। ਨਿਰਧਨ ਬੈਂਕ ਧਨਵੰਤਾ ਰੋਗੀ ਅੰਗ ਰੋਗ ਖੰਡਨਾ ਭਗਤੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨਾ ਪਾਰ ਬ੍ਰਹਮ ਪੁਰਖ ਦਾਤਾਰਾ ਨਾਨਕ ਗੁਰ ਸੇਵਾ ਕਿੰਗ ਨਾ ਲੱਭਤੇ। ਇਹ ਗੱਲ ਦੱਸੋ ਵੀ ਗੁਰੂ ਦੀ ਸੇਵਾ ਕਰਨ ਨਾਲ ਜਾਂ ਉਸ ਪ੍ਰਮਾਤਮਾ ਦੀ ਸੇਵਾ ਕਰਨ ਨਾਲ ਕਿਹੜੀ ਚੀਜ਼ ਨਹੀਂ ਲੱਭਦੀ? ਭਾਵ ਹਰ ਚੀਜ਼ ਲੱਭਦੀ ਹੈ, ਹਰ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ। ਇਹ ਇੱਕ ਬੜਾ ਇੰਪੋਰਟੈਂਟ ਸ਼ਲੋਕ ਹੈ, ਸੇਵਾ ਦੇ ਉੱਤੇ ਬੜਾ ਆਫਨ ਕੋਟਡ ਸ਼ਲੋਕ ਹੈ ਸੇਵਾ ਦੇ ਉੱਤੇ। I think I'm going to end my class now. Anybody else has any questions though? Vijay, I have one thing to say. This progression from outside to inside, it is very similar to, it's a progression. It's like stepwise. It's like Taram Khand to tusi Saram Khand jao, which car tusi Gyan Khand, which, you know, so it's like Suniye te maniye pujna. Bilkul, It's the same thing. It's that progression, right? Stepwise. Absolutely. और दोनों साइमल्टेनियसली भी चलदियां ने। ਇਹ ਨਹੀਂ ਕਿ ਸਿਰਫ ਜਿਹੜਾ ਐਕਸਟਰਨਲ ਕਰਦਾ ਉਹਦਾ ਇੰਟਰਨਲ ਨਹੀਂ ਹੁੰਦਾ, ਬਹੁਤਾ ਐਕਸਟਰਨਲ ਕਰਨ ਨਾਲ ਇੰਟਰਨਲ ਆਪਣੇ ਆਪ ਨਾਲ ਸ਼ੁਰੂ ਹੋ ਜਾਂਦਾ ਹੈ। ਸਾਈਮਲਟੇਨੀਅਸ ਚੀਜ਼ਾਂ ਚਲਦੀਆਂ, ਬਟ ਐਕਸਟਰਨਲ ਵੀ ਉਤਨਾ ਹੀ ਕ੍ਰਿਟੀਕਲ ਹੈ ਜਿਤਨਾ ਇੰਟਰਨਲ ਹੈ। ਜੇ ਐਕਸਟਰਨਲ ਨਹੀਂ ਹੈ ਤੇ ਇੰਟਰਨਲ ਹੋਣਾ ਬਹੁਤ ਮੁਸ਼ਕਿਲ ਹੈ, ਮੁਸ਼ਕਿਲ ਹੈ, ਰਸਤਾ ਔਖਾ ਹੋ ਜਾਂਦਾ। ਉਹਨਾਂ ਨੇ ਬੜਾ ਸੋਚ ਸਮਝ ਕੇ ਬੜਾ yeah, somebody can put this shloka. Yeah, we'll put that video. I'll try to put that today. And read it up and come back and next Sunday then. And I'm going to end the class now. Ji, I sorry, मैं जिन्होंने वो grammar the request कीता सी, I don't know who the gentleman was who requested. I forgot the name, but मैं तैयारी पूरी करके आया सी जी, अपनी homework पूरा कीता हुआ सी मैं, but लेकिन I didn't realize कितना time मेरे ते लगेगा. I thought it would be a breeze, you know. So, but anyway, that was good. Good discussion. Yeah. So, okay, ji. Vaheguru ji Khalsa, Vaheguru ji ki Fateh. Everybody, I'll stay. I'll stay. Vaheguru ji ka Khalsa, Vaheguru ji ki Fateh. Vaheguru ji ki Fateh. Vaheguru ji Fateh. Vaheguru ji Khalsa, ji ki Fateh ji. Everybody.